ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब जमात ਤੁਹਾਡੀ ਹੋਸਟ ਨੀਲਮ ਖੁਰਤਮਾ ਟੀਵੀ ਦੀ ਫੋਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚਾ ਸੱਚ ਵਿੱਚ ਜੁੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਉਣਾ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ਨ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਅੱਜ 4 ਸਤੰਬਰ 2024 20 ਭਾਦੋ ਨਾਨਕ ਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸਨ ਕੇਬਲ ਕਾਕਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ LA ਕੈਲੀਫੋਰਨੀਆ ਤੋਂ ਸਰਦਾਰ ਪਰਮਜੀਤ ਸਿੰਘ ਚੇਅਰਮੈਨ ਗੁਰਦੁਆਰਾ ਰਿਵਰਸਾਈਡ ਤੇ ਸਰਦਾਰ ਇਕਵਿੰਦਰ ਸਿੰਘ ਵਾਲਾ ਵੱਲੋਂ। ਸੋ ਇਹਨਾਂ ਨੇ ਇਹ ਬੇਨਤੀ ਕੀਤੀ ਹੈ ਕਿ ਜੋ ਪੰਥਕ ਅਦਾਰੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਜਾਂ ਉਸ ਤੇ ਨੌਲੇਜ ਦੀ ਜਿਸ ਤਰ੍ਹਾਂ ਕਿ ਕਰੰਟ ਇਸ਼ੂ ਦੇ ਹਵਾਲੇ ਨਾਲ ਗੱਲਬਾਤ ਕਰ ਰਹੇ ਨੇ ਉਹਨਾਂ ਦੀ ਵੱਧ ਤੋਂ ਵੱਧ ਸਪੋਰਟ ਕਰੋ ਤਾਂ ਕਿ ਆਪਣਾ ਕੌਮੀ ਘਰ ਖਾਲਸਾ ਜਲਦ ਤੋਂ ਜਲਦ ਸਾਨੂੰ ਪ੍ਰਾਪਤ ਹੋ ਸਕੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦੋਨਾਂ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ 2015 ਦੇ ਸਰਬੱਤ ਖਾਲਸਾ ਵੱਲੋਂ ਥਾਪੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਨੇ ਸਿੱਖ ਕੌਮ ਦੇ ਨਾਮ ਇੱਕ ਵਿਸ਼ੇਸ਼ ਸੰਦੇਸ਼ ਜਾਰੀ ਕੀਤਾ ਹੈ। ਇਸ ਸੰਦੇਸ਼ ਵਿੱਚ ਉਹਨਾਂ ਨੇ ਕਿਹਾ ਹੈ ਕਿ ਮੌਜੂਦਾ ਸਮੇਂ ਵਿੱਚ ਸਿੱਖ ਪੰਥ ਅੰਦਰ ਪੈਦਾ ਹੋ ਰਹੇ ਵਾਦ ਵਿਵਾਦਾਂ ਨਾਲ ਪੰਥ ਦਾ ਕੀ ਨੁਕਸਾਨ ਹੋ ਰਿਹਾ ਹੈ। ਸਾਡਾ ਪਹਿਲਾ ਨਿਸ਼ਾਨਾ ਕੌਮੀ ਆਜ਼ਾਦੀ ਯਾਨੀ ਕਿ ਖਾਲਿਸਤਾਨ ਦੀ ਪ੍ਰਾਪਤੀ ਹੋਣਾ ਚਾਹੀਦਾ ਹੈ ਔਰ ਮਰਿਆਦਾ ਦੇ ਮਸਲੇ ਅਸੀਂ ਬਾਅਦ ਵਿੱਚ ਹੱਲ ਕਰ ਲਵਾਂਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਰ ਪਰਮਜੀਤ ਸਿੰਘ ਜਿਹੜੇ ਚੇਅਰਮੈਨ ਨੇ ਗੁਰਦੁਆਰਾ ਰਿਵਰਸਾਈਡ LA ਦੇ ਔਰ ਵੀਰ ਇਕਵਿੰਦਰ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜਦੋਂ ਵੀ ਕਿਸੇ ਗੁਰਦੁਆਰਾ ਸਾਹਿਬ 'ਚ ਕੋਈ ਪ੍ਰੋਗਰਾਮ ਉਲੀਕਿਆ ਜਾਂਦਾ ਹੈ ਜ਼ਾਹਰ ਹੈ ਗੁਰਦੁਆਰਾ ਕਮੇਟੀ ਦਾ ਉਸ ਦੇ ਵਿੱਚ ਵਿਸ਼ੇਸ਼ ਰੋਲ ਹੁੰਦਾ ਹੈ ਔਰ ਗੁਰਦੁਆਰਾ ਰਿਵਰਸਾਈਡ LA ਦੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਪੰਥ ਪ੍ਰਸਤੀ ਦੇ ਲਿਹਾਜ਼ ਨਾਲ ਗੁਰਮਤ ਵਿਦਿਆ ਦੇ ਲਿਹਾਜ਼ ਨਾਲ ਔਰ ਮਾਰਸ਼ਲ ਆਰਟਸ ਗੱਤਕਾ ਸਿੱਖ ਬੱਚਿਆਂ ਨੂੰ ਸਿਖਾਉਣ ਦੇ ਲਿਹਾਜ਼ ਨਾਲ ਔਰ ਈਵਨ ਸੰਗਤ ਦੀ ਹਾਜ਼ਰੀ ਦੇ ਲਿਹਾਜ਼ ਨਾਲ ਇਸ ਵੇਲੇ ਇੱਕ ਅਹਿਮ ਥਾਂ ਰੱਖਦਾ ਹੈ। ਔਰ ਗੁਰਦੁਆਰਾ ਕਮੇਟੀ ਨੇ ਸਿੱਖ ਨੌਜਵਾਨਾਂ ਸਿੱਖ ਯੂਥ ਆਫ ਅਮਰੀਕਾ ਵੀਰ ਚਲਮਨ ਸਿੰਘ ਵੀਰ ਅਮਰਜੀਤ ਸਿੰਘ ਇਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਸਰਦਾਰ ਕਪੂਰ ਸਿੰਘ ਜਿਹੜੇ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਹੋਏ ਨੇ ਉਹਨਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਰੱਖਿਆ ਸੀ ਜਿਹਦੇ 'ਚ ਸਾਨੂੰ ਸੰਗਤ ਦੇ ਦਰਸ਼ਨ ਦਾ ਮੌਕਾ ਮਿਲਿਆ ਔਰ ਇਹਨਾਂ ਸਾਰੇ ਵੀਰਾਂ ਵੱਲੋਂ ਕੀਤੀ ਗਈ ਹਮਾਇਤ ਦਿੱਤੇ ਗਏ ਪਿਆਰ ਦਾ ਔਰ ਖ਼ਾਸ ਤੌਰ ਤੇ ਟੀਵੀ 84 ਲਈ ਜਿਵੇਂ ਬਹੁਤ ਸਾਰੀਆਂ ਸੰਗਤਾਂ ਜਿਨ੍ਹਾਂ ਦੇ ਵਿੱਚ ਰੈਗੂਲਰ ਸਾਡੇ ਵਿਊਅਰ ਨੇ ਉਹਨਾਂ ਵੱਲੋਂ ਜਦੋਂ ਪੋਜ਼ਿਟਿਵ ਇਨਪੁਟ ਦਿੱਤੀ ਗਈ ਜਾਂ ਦਿੱਤੀ ਜਾਂਦੀ ਹੈ ਤੇ ਸਾਡੇ ਲਈ ਇਹ ਇੱਕ ਹੌਸਲੇ ਵਾਲੀ ਗੱਲ ਹੁੰਦੀ ਹੈ। ਸੋ ਅਸੀਂ ਸਰ ਪਰਮਜੀਤ ਸਿੰਘ ਔਰ ਵੀਰ ਇਕਵਿੰਦਰ ਸਿੰਘ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ ਇਸ ਵੇਲੇ ਬਹੁਤ ਸਾਰੀਆਂ ਗੱਲਾਂ ਕਰਨ ਵਾਲੀਆਂ ਨੇ। ਅਸੀਂ ਜਿਵੇਂ ਬਚਾ ਕੇ ਤੁਸੀਂ ਚੱਲਣ ਦੀ ਕੋਸ਼ਿਸ਼ ਕਰਦੇ ਹੋ ਇਵੇਂ ਸਾਡਾ ਸਾਰਾ ਹੀ ਸਫ਼ਰ ਰਿਹਾ ਇੱਥੇ 1991 'ਚ ਨਵੰਬਰ 1991 'ਚ ਜਦੋਂ
ਪੰਥਕ ਕਮੇਟੀ ਜਿਸ ਦੀ ਕਮਾਨ ਵਿੱਚ ਉਸ ਵੇਲੇ 4 ਜੁਝਾਰੂ ਜਥੇਬੰਦੀਆਂ ਖਾਲਿਸਤਾਨ ਕਮਾਂਡੋ ਫੋਰਸ, ਖਾਲਿਸਤਾਨ ਲਿਬਰੇਸ਼ਨ ਫੋਰਸ, ਬੱਬਰ ਖਾਲਸਾ ਇੰਟਰਨੈਸ਼ਨਲ, ਪਿੰਡਾਂ ਵਾਲੇ ਟਾਈਗਰ ਫੋਰਸ ਔਰ ਉਸ ਦੇ ਨਾਲ ਜ਼ਾਹਰ ਹੈ ਸਿੱਖ ਸਟੂਡੈਂਟ ਫੈਡਰੇਸ਼ਨ। ਪਰ ਉਹਨੂੰ ਕਿਉਂਕਿ ਸਿੱਖ ਸਟੂਡੈਂਟ ਫੈਡਰੇਸ਼ਨ ਇੱਕ ਪੋਲੀਟੀਕਲ ਵਿੰਗ ਸੀ, ਸੋ 4 ਜੁਝਾਰੂ ਜਥੇਬੰਦੀਆਂ ਦਾ ਜ਼ਿਕਰ ਹੀ ਹੁੰਦਾ ਸੀ ਔਰ ਉਹਨਾਂ ਦਾ ਹੀ ਪੋਲੀਟੀਕਲ ਮੈਸੇਜ ਦੇਣਾ ਪੰਥਕ ਕਮੇਟੀ ਇੱਕ ਅੰਬਰੇਲਾ ਸੀ। ਔਰ ਸਾਨੂੰ ਪੰਥਕ ਕਮੇਟੀ ਦੇ ਬੁਲਾਰੇ ਦੇ ਤੌਰ ਤੇ ਨਵੰਬਰ 1991 ਚ ਯੂਬਾ ਸਿਟੀ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਦੇ ਮੌਕੇ ਤੇ ਸੇਵਾ ਬਖਸ਼ੀ ਗਈ ਸੀ। ਔਰ ਉਸ ਦਿਨ ਤੋਂ ਹਾਲਾਂ ਉਦੋਂ ਵੀ ਕਿਉਂਕਿ ਇਹ ਪੰਥਕ ਕਮੇਟੀ ਪਿਛਲਿਆਂ ਨਾਲੋਂ ਇੱਕ ਵੱਖਰੇ ਤੌਰ ਦੇ ਵਿੱਚ ਖਾਸ ਤੌਰ ਤੇ ਆਪਰੇਸ਼ਨ ਬਲੈਕ ਥੰਡਰ ਜਿਹਨੂੰ ਨਾਂ ਸਰਕਾਰੀ ਏਜੰਸੀਆਂ ਨੇ ਦਿੱਤਾ ਉਸ ਦੇ ਵਿੱਚ ਜਿਸ ਕਿਸਮ ਦਾ ਮਾਹੌਲ ਸਿਰਜਿਆ ਗਿਆ ਸੀ ਔਰ ਜਿੰਨੀ ਬਦਨਾਮੀ ਮੂਵਮੈਂਟ ਦੀ ਏਜੰਸੀਆਂ ਨੇ ਆਪਣੇ ਬੰਦੇ ਵਾੜ ਕੇ ਕੀਤੀ ਸੀ, ਸੋ ਉਹਨਾਂ ਤੋਂ ਬਾਅਦ ਜਦੋਂ ਵੀ ਕੋਈ ਨਵੀਂ ਚੀਜ਼ ਆਉਂਦੀ ਹੈ ਜਿਹੜੇ ਪੁਰਾਣੇ ਹੁੰਦੇ ਨੇ ਉਹਨਾਂ ਦੇ ਵਿੱਚ ਜਿਹੜੇ ਸੱਚੇ ਸਿੰਸੀਅਰ ਵੀ ਸੀ ਇੱਕ ਬਿਆਨਬਾਜ਼ੀਆਂ ਵੀ ਸ਼ੁਰੂ ਹੋ ਜਾਂਦੀਆਂ ਨੇ। ਫਿਰ ਜਦੋਂ ਜੁਝਾਰੂ ਜਥੇਬੰਦੀਆਂ ਸਟਰਗਲ ਦੇ ਵਿੱਚ ਟੁਗੈਦਰ ਸਨ ਉਹਨਾਂ ਦੇ ਵਿੱਚ ਵੀ ਆਪਸੀ ਕਸ਼ੀਦਗੀ ਸੀ, ਟਕਰਾਅ ਸੀ ਔਰ ਸਾਡੇ ਸਾਹਮਣੇ ਜਿੱਥੇ ਅਸੀਂ 1991 ਚ ਜਦੋਂ ਇਸ ਸੇਵਾ ਨੂੰ ਲਿਆ ਜਾਂ ਸਾਨੂੰ ਇਹ ਪੰਥ ਨੇ ਬਖਸ਼ੀ ਤੇ ਸਾਡੇ ਸਾਹਮਣੇ 2-3 ਵੱਡੇ ਚੈਲੰਜ ਸੀ। ਇੱਕ ਚੈਲੰਜ ਤਾਂ ਖਾਸ ਤੌਰ ਤੇ ਬਾਹਰਲੇ ਮੁਲਕਾਂ 'ਚ ਜਿਹੜਾ ਬਿਲਕੁਲ ਮੋਰਾਲ ਲੋ ਹੋਇਆ ਹੈ ਕਿਉਂਕਿ ਜੂਨ 84 ਜਦੋਂ ਘੱਲੂਘਾਰਾ ਵਾਪਰਦਾ ਉਸ ਪੀਰੀਅਡ ਦੇ ਵਿੱਚ ਇੱਕ ਸ਼ੌਕ ਵੇਵ ਜਿਹੜੀ ਦੁਨੀਆ ਭਰ 'ਚ ਸਿੱਖਾਂ ਨੇ ਮਹਿਸੂਸ ਕੀਤੀ, ਇੱਕ ਇਮੋਸ਼ਨਲ ਰਿਐਕਸ਼ਨ ਸਾਰੀ ਸਿਚੁਏਸ਼ਨ ਨੂੰ ਔਰ ਉਸ ਦੇ ਵਿੱਚ ਜ਼ਾਹਰ ਹੈ ਬੜਾ ਜੋਸ਼ ਸੀ, ਉਤਸ਼ਾਹ ਸੀ, ਕੁਛ ਵੀ ਕਰਨ ਦੀ ਭਾਵਨਾ ਸੀ ਔਰ ਅਸੀਂ ਉਹਦੇ 'ਚ ਦੇਖਿਆ ਕਿ ਭਾਈ ਈਵਨ ਉਸ ਦੌਰ ਦੇ ਵਿੱਚ ਕੈਨੇਡਾ, ਅਮਰੀਕਾ, UK ਤੋਂ ਜਾ ਕੇ ਸਿੱਖ ਨੌਜਵਾਨਾਂ ਨੇ ਹਥਿਆਰਬੰਦ ਸੰਘਰਸ਼ ਦੇ ਵਿੱਚ ਵੀ ਆਪਣਾ ਹਿੱਸਾ ਪਾਇਆ, ਭਾਵੇਂ ਗਿਣਤੀ ਕੋਈ ਉਹਨਾਂ ਦੀ ਬਹੁਤ ਜ਼ਿਆਦਾ ਨਹੀਂ ਹੈ। ਉਸ ਦੇ ਨਾਲ ਜਿਹੜੀ ਮੂਵਮੈਂਟ ਹਥਿਆਰਬੰਦ ਚੱਲੀ ਉਸ ਦਾ ਫਾਈਨੈਂਸ਼ੀਅਲ ਬੇਸ ਵਿੱਤੀ ਮਦਦ ਵੀ ਬਾਹਰਲੇ ਸਿੱਖਾਂ ਵੱਲੋਂ ਸੀ। ਜ਼ਾਹਰ ਹੈ ਰਾਵੀ ਪਾਰ ਮੁਲਕ ਦੇ ਵਿੱਚ ਜਿਹੜਾ ਉਹ ਟਿਕਾਣਾ ਬਣਿਆ ਔਰ ਆਉਣ ਜਾਣ ਵੀ ਹੋਇਆ, ਉਹਨਾਂ ਦੇ ਲਈ ਵੀ ਇੱਕ ਗਾਈਡਲਾਈਨ ਵੀ ਸੀ ਔਰ ਅਦਰਵਾਈਜ਼ ਵੀ ਸੀ ਔਰ ਇਸ ਦਾ ਪੋਜ਼ਿਟਿਵ ਇਫੈਕਟ ਵੀ ਸੀ, ਨੈਗੇਟਿਵ ਵੀ ਸੀ। ਪੋਜ਼ਿਟਿਵ ਇਹ ਸੀ ਕਿ ਉੱਥੇ ਬੈਠਿਆਂ ਨੂੰ ਗਾਈਡਲਾਈਨ ਵੀ ਮਿਲਦੀ ਸੀ, ਫਾਈਨੈਂਸ਼ੀਅਲ ਹੈਲਪ ਵੀ ਸੀ। ਨੈਗੇਟਿਵ ਇਹ ਸੀ ਕਿ ਜਿਹੜੀਆਂ ਉਹਨਾਂ ਦੀਆਂ ਵੰਡੀਆਂ ਨੇ ਉਹ ਇੱਥੇ ਵੀ ਵੰਡੀਆਂ ਪੈ ਜਾਂਦੀਆਂ ਸੀ ਤੇ ਜਿਹੜੀ ਇੱਥੋਂ ਦੀ ਖਿੱਚ ਧੂ ਹੈ ਉਹਨਾਂ ਦੇ ਉੱਤੇ ਵੀ ਪ੍ਰਭਾਵਿਤ ਉਹਨਾਂ ਨੂੰ ਕਰਦੀ ਸੀ ਔਰ ਉਹਦੇ ਮੁਤਾਬਕ ਹੀ ਜਿਹਨੇ ਜਿੰਨੀ ਮਦਦ ਦੇਣੀ ਹੈ ਉਹ ਫਿਰ ਇਹੀ ਹੁੰਦਾ ਹੈ ਕਿ ਵੀ ਉਹ ਆਪਣਾ ਪ੍ਰਭਾਵ ਵੀ ਜਿਹੜਾ ਦਿਖਾਉਂਦੇ ਸੀ। ਲੇਕਿਨ ਇਹਦੇ ਬਾਵਜੂਦ ਇੱਕ ਫਲੋ ਸੀ ਔਰ ਅਸੀਂ ਜਿਵੇਂ ਦੇਖਿਆ ਕਿ ਭਾਰਤੀ ਏਜੰਸੀਆਂ ਨੇ ਜਿਨ੍ਹਾਂ ਨੇ ਜੂਨ 84 ਦਾ ਘੱਲੂਘਾਰਾ ਵਰਤਾਉਣ ਤੋਂ ਪਹਿਲਾਂ ਆਪਣਾ ਹੋਮਵਰਕ ਬਹੁਤ ਚੰਗੀ ਤਰ੍ਹਾਂ ਕੀਤਾ ਹੋਇਆ ਸੀ। ਉਹਨਾਂ ਨੂੰ ਪਤਾ ਸੀ ਕਿ ਡਾਇਸਪੋਰਾ ਖਾਸ ਤੌਰ ਤੇ ਕੈਨੇਡਾ ਇੱਕ ਵੱਡਾ ਬੇਸ ਸੀ, UK ਇੱਕ ਵੱਡਾ ਬੇਸ ਸੀ। ਬਹੁਤ ਜਲਦੀ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਜਿਹੜੀ ਐਬਰੋਡ ਬ੍ਰਾਂਚ ਜਾਂ ਐਬਰੋਡ ਉਸ ਦੀ ਸਿਸਟਰ ਆਰਗੇਨਾਈਜੇਸ਼ਨ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਇਹ ਹੋਂਦ 'ਚ ਆਈ। ਪਹਿਲਾਂ ਜ਼ਾਹਰ ਹੈ UK 'ਚ ਆਈ ਔਰ ਫਿਰ ਕੈਨੇਡਾ ਔਰ ਦੁਨੀਆ ਦੇ ਅੱਡ-ਅੱਡ ਮੁਲਕਾਂ ਦੇ ਵਿੱਚ ਵੀ ਉਸ ਦੀਆਂ ਬ੍ਰਾਂਚਿਸ ਬਣੀਆਂ ਔਰ ਇਹ ਵੀ ਇੱਕ ਏਜੰਸੀਆਂ ਦੇ ਲਈ ਔਰ ਜ਼ਾਹਰ ਹੈ ਅਮਰੀਕਾ ਦੇ ਵਿੱਚ ਏਜੰਸੀਆਂ ਨੇ ਉਸ ਪੀਰੀਅਡ 'ਚ ਕਿਵੇਂ ਜਿਹੜਾ ਇੱਥੋਂ ਦਾ ਰੋਹ ਸੀ ਮੈਡੀਸਨ ਸਕੁਅਰ ਗਾਰਡਨ 'ਚ ਬਹੁਤ ਵੱਡਾ ਇਕੱਠ ਹੁੰਦਾ ਹੈ ਔਰ ਵਰਲਡ ਸਿੱਖ ਆਰਗੇਨਾਈਜੇਸ਼ਨ ਉਸ 'ਚੋਂ ਐਜ਼ ਏ ਅੰਬਰੇਲਾ ਆਰਗੇਨਾਈਜੇਸ਼ਨ ਖਾਸ ਤੌਰ ਤੇ ਅਮਰੀਕਾ ਕੈਨੇਡਾ ਦੀਆਂ ਐਕਟੀਵਿਟੀਜ਼ ਨੂੰ ਹੈਂਡਲ ਕਰਨ ਲਈ ਨਿਕਲਦੀ ਹੈ ਔਰ ਉਹ ਆਪਣਾ ਕਨਸਟੀਟਿਊਸ਼ਨ ਔਰ ਉਹਦੇ 'ਚ ਪੜ੍ਹੇ ਲਿਖੇ ਲੋਕ ਵੀ ਨੇ ਔਰ ਮਾਲਦਾਰ ਸਾਮੀਆਂ ਵੀ ਨੇ ਪਰ ਉਸ ਦੇ ਸਿਰ ਦੇ ਉੱਤੇ ਲਿਆ ਕੇ ਜਿਹਨੂੰ ਬਿਠਾ ਦਿੱਤਾ ਜਾਂਦਾ ਉਹ ਜਨਰਲ ਜਸਵੰਤ ਸਿੰਘ ਭੁੱਲਰ ਜਿਹੜਾ ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਕੁਝ ਹਫ਼ਤੇ ਪਹਿਲਾਂ ਹੀ ਅਮਰੀਕਾ ਆਇਆ ਔਰ ਜਿਹੜਾ ਬਾਅਦ ਦੇ ਵਿੱਚ ਕਈ ਕੁਝ ਉਦੋਂ ਸਾਹਮਣੇ ਆਉਂਦਾ ਹੈ ਕਿ ਭਾਈ ਉਹ ਵੀ ਕਿਤੇ ਨਾ ਕਿਤੇ ਏਜੰਸੀਆਂ ਦੀ ਖੇਡ ਹੀ ਸੀ ਕਿ ਭਾਈ ਕਿਵੇਂ ਉਹਨਾਂ ਨੇ ਬਾਹਰਲੀ ਇਮੋਸ਼ਨ ਨੂੰ ਕਾਬੂ ਕੀਤਾ ਔਰ ਜ਼ਾਹਰ ਹੈ ਵੀ ਇੱਥੇ ਵੀ ਉਹ ਟਕਰਾਅ ਦੀ ਲਾਈਨ ਬਣੀ ਕਿਉਂਕਿ WSO ਜਿਹੜੀ ਸਾਰੇ ਹੀ ਸਿੱਖਾਂ ਨੇ ਔਰ ਬੜੇ ਚਾਅ ਨਾਲ ਜਥੇਬੰਦੀ ਬਣਾਈ ਲੇਕਿਨ ਜਦੋਂ ਉਹ ਕਿਸੇ ਤਣ ਪੱਤਣ ਨਹੀਂ ਸੀ ਲੱਗ ਰਹੀ ਖਾਲਿਸਤਾਨ ਦੇ ਮੁੱਦੇ ਤੇ ਉਹਦੇ ਖਿਲਾਫ ਰਿਬੈਲੀਅਨ ਹੋਇਆ ਸਿੱਖ ਯੂਥ ਆਫ ਅਮਰੀਕਾ
ਇਹ ਉਸ ਦੇ ਰਿਐਕਸ਼ਨ ਚੋਂ ਹੀ ਨਿਕਲੀ ਜਿਹੜੀ ਆਰਗੇਨਾਈਜੇਸ਼ਨ ਸੀ। ਔਰ ਜ਼ਾਹਰ ਹੈ ਟਕਰਾਅ ਦੀ ਲਾਈਨ ਫਿਰ ਇੱਥੇ ਵੀ ਉਹਨਾਂ ਦੋਨਾਂ 'ਚ ਸ਼ੁਰੂ ਹੋਈ। ਪਿੱਛੇ ਦੀਆਂ ਡਿਵੈਲਪਮੈਂਟਸ ਵੀ ਜਿਹੜੀਆਂ ਨੇ ਡਿਵੀਜ਼ਨਸ ਦਾ, ਔਰ ਸਭ ਤੋਂ ਵੱਡਾ ਜਿਹੜਾ ਗਿਰਾਵਟ ਦਾ ਪੀਰੀਅਡ ਆਇਆ ਜਦੋਂ ਸੋ ਕਾਲਡ ਆਪਰੇਸ਼ਨ ਬਲੈਕ ਥੰਡਰ। ਪਰ ਇਹ ਉਹ ਸੀ ਜਦੋਂ ਕਿ 88 ਤੱਕ ਪਹੁੰਚਦੇ ਆ, ਕਿਉਂਕਿ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਜੂਨ 84 ਦੇ ਘੱਲੂਘਾਰੇ ਬਾਅਦ ਦੂਸਰਾ ਹਮਲਾ ਸੀ 30 ਅਪ੍ਰੈਲ 1986 ਨੂੰ, ਕਿਉਂਕਿ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਜਿਹੜਾ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਪੰਥਕ ਕਮੇਟੀ ਵੱਲੋਂ ਐਲਾਨਿਆ ਗਿਆ, ਉਸ ਤੋਂ ਅਗਲੇ ਦਿਨ ਉਹਨਾਂ ਦੇ ਕਮਾਂਡੋ ਜਿਹੜੇ ਨੇ ਉਹ ਅੰਦਰ ਦਾਖਲ ਹੋਏ। ਕਈ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਭੰਗ ਹੋਏ। ਭਾਈ ਗੁਰਦੇਵ ਸਿੰਘ ਕੌਂਕੇ ਜਥੇਦਾਰ ਐਕਟਿੰਗ ਸਨ, ਉਹਨਾਂ ਨੂੰ ਔਰ ਬਹੋਰ ਸਿੰਘਾਂ ਦੀ ਗ੍ਰਿਫਤਾਰੀ ਹੋਈ। ਲੇਕਿਨ ਉਹਦਾ ਕੋਈ ਨੁਕਸਾਨ ਨਹੀਂ ਸੀ ਹੋਇਆ। ਉਹ ਇਹ ਠੀਕ ਹੈ ਕਿ ਬਰਨਾਲੇ ਦੀ ਸਰਕਾਰ ਸੀ, ਬਰਨਾਲੇ ਨੂੰ ਤਨਖਾਹੀਆ ਐਲਾਨਿਆ ਗਿਆ, ਮਾਈਨੋਰਟੀ ਗਵਰਨਮੈਂਟ ਵਜ਼ੀਰ ਉਹਦੇ ਛੱਡ ਗਏ। ਬਾਅਦ 'ਚ ਉਹਨੇ ਵੀ ਇੱਦਾਂ ਦੀ ਡਰਾਮੇਬਾਜ਼ੀ ਪੇਸ਼ ਹੋਣ ਦੀ ਕੀਤੀ ਜਿਵੇਂ ਅੱਜ ਕੱਲ੍ਹ ਸੁਖਬੀਰ ਬਾਦਲ ਤੋਂ ਕਰਵਾਈ ਜਾ ਰਹੀ ਹੈ ਜਾਂ ਸੁਖਬੀਰ ਬਾਦਲ ਕਰ ਰਹੇ। ਲੇਕਿਨ ਉਹਦੇ 'ਚ ਸਗੋਂ ਇੱਕ ਤਾਕਤ ਦੇ ਨਾਲ ਇਹ ਗੱਲ ਸਾਹਮਣੇ ਆਈ ਵੀ ਸਿੱਖ ਕੌਮ ਦਾ ਕੌਮੀ ਨਿਸ਼ਾਨਾ ਖਾਲਿਸਤਾਨ ਹੈ। 29 ਅਪ੍ਰੈਲ 1986 ਜਿਹੜਾ ਖਾਲਿਸਤਾਨ ਦਾ ਐਲਾਨਨਾਮਾ, ਜਿਹਨੂੰ ਮੈਂ ਅਕਸਰ 4 ਜੁਲਾਈ 1776 ਦੇ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਜਿਹੜਾ ਡਾਕੂਮੈਂਟ ਹੈ ਅਮਰੀਕਾ ਦਾ, ਉਸ ਦੇ ਨਾਲ ਕੰਪੇਅਰ ਕਰਦਾ। ਪਰ ਜਿਹੜੀ ਵੱਡੀ ਨਮੋਸ਼ੀ ਹੋਈ, ਕਿਉਂਕਿ 86 ਤੋਂ ਬਾਅਦ ਪੰਜੋ ਐਲਾਨਣ ਵਾਲੇ ਪੰਥਕ ਕਮੇਟੀ ਮੈਂਬਰ ਤਾਂ ਕੰਪਲੈਕਸ ਚੋਂ ਨਿਕਲ ਗਏ। ਉਸ ਤੋਂ ਬਾਅਦ ਇੱਕ ਟਕਰਾਅ ਵਾਲਾ ਮਾਹੌਲ ਵੀ ਰਿਹਾ ਵੀ ਕਿਹਦਾ ਕੰਟਰੋਲ ਹੋਏਗਾ, ਕੀ ਹੋਏਗਾ, ਅੰਦਰ ਕੀ ਚੱਲ ਰਿਹਾ ਹੈ। ਦੂਜਾ ਲੇਕਿਨ ਹੌਲੀ ਏਜੰਸੀਆਂ ਨੇ ਬੜੇ ਪਲੈਨਡ ਤਰੀਕੇ ਦੇ ਨਾਲ ਇਵੇਂ ਕੀਤਾ ਕਿ ਭਾਈ ਖਾਲਸਾਈ ਬਾਣੇ ਦੇ ਵਿੱਚ ਜਾਂ ਜਿਹੜੇ ਲੋਕ ਥੋੜੇ ਬਹੁਤ ਜੁਝਾਰੂ ਧਿਰਾਂ ਦੇ ਵਿੱਚ ਵੀ ਆਏ ਪਰ ਉਹ ਕਿਰਦਾਰ ਦੇ ਕੱਚੇ ਸਨ, ਉਹਨਾਂ ਰਾਹੀਂ ਉਹਨਾਂ ਨੇ ਦਰਬਾਰ ਸਾਹਿਬ ਕੰਪਲੈਕਸ ਨੂੰ ਇੱਕ ਇਸ ਕਿਸਮ ਦਾ ਅੱਡਾ ਗੱਡਾ ਬਣਾ ਲਿਆ ਜਿੱਥੋਂ ਚਿੱਠੀਆਂ ਲਿਖੀਆਂ ਜਾਂਦੀਆਂ ਸੀ, ਫਰੌਤੀਆਂ ਲਈਆਂ ਜਾਂਦੀਆਂ ਸੀ, ਪੇਸ਼ ਹੋਣ ਲਈ ਕਿਹਾ ਜਾਂਦਾ ਸੀ, ਹੋਰ ਵੀ ਕੁਝ ਐਸਾ ਚੱਲ ਰਿਹਾ ਸੀ। ਪਰ ਉਸ ਪੀਰੀਅਡ ਦੀ ਲੀਡਰਸ਼ਿਪ, ਹਾਲਾਂ ਬਾਬਾ ਗੁਰਬਚਨ ਸਿੰਘ ਮਾਨੋਚਾਲ ਤਾਂ ਬੇਦਾਗ ਸਨ, ਉਹਨਾਂ ਦੇ ਉੱਤੇ ਨਾ ਉਦੋਂ ਨਾ ਅੱਜ ਕੋਈ ਗੱਲ ਕਰ ਸਕਦਾ। ਪਰ ਕਈ ਵਾਰ ਜਿਸ ਕਮਾਂਡ ਥੱਲੇ ਕੋਈ ਚੀਜ਼ ਚੱਲ ਰਹੀ ਹੁੰਦੀ ਹੈ, ਜਦੋਂ ਉਸ ਦੇ ਵਿੱਚ ਘੁਸਪੈਠ ਹੁੰਦੀ ਹੈ ਤੇ ਜੇ ਤੁਸੀਂ ਠੀਕ ਟਾਈਮ ਤੇ ਡਿਸਟੈਂਸ ਨਾ ਕਰੋ ਤੇ ਉਹ ਤੁਹਾਡੇ ਖਾਤੇ 'ਚ ਹੀ ਪੈਂਦਾ। ਸੋ ਉਸ ਕਿਸਮ ਦੀਆਂ ਕਾਰਵਾਈਆਂ ਜਦੋਂ ਚੱਲ ਰਹੀਆਂ ਸੀ ਔਰ ਫਿਰ 1988 ਤੱਕ ਪਹੁੰਚਦੇ ਹਾਂ ਅਸੀਂ ਦੇਖਦੇ ਹਾਂ ਕਿ ਇੱਕ ਇਸ ਕਿਸਮ ਦਾ ਮਾਹੌਲ ਬਣਿਆ, ਬਦਨਾਮੀ ਵੀ ਹੋ ਰਹੀ ਸੀ, ਲੋਕ ਵੀ ਤਰਾ ਕਰ ਰਹੇ ਸੀ ਕਿ ਫਿਰ ਭਾਰਤੀ ਫੌਜ ਨੇ, ਕਮਾਂਡੋਆਂ ਨੇ, KP ਗਿੱਲ ਵੀ ਆ ਗਿਆ, ਦੂਜੇ ਵੀ ਆ ਗਏ, ਜਿਹੜਾ ਆਪਰੇਸ਼ਨ ਬਲੈਕ ਥੰਡਰ 2 ਦਾ ਜਿਹਨੂੰ ਨਾਮ ਦਿੱਤਾ ਗਿਆ। 30 ਅਪ੍ਰੈਲ ਵਾਲਿਆਂ ਨੂੰ ਉਹ ਬਲੈਕ ਥੰਡਰ 1 ਕਹਿੰਦੇ ਨੇ। ਉਹ ਸਾਡੇ ਲਈ ਕੋਈ ਕਿਸੇ ਪੱਖੋਂ ਰਾਦਰ ਉਸ ਨੇ ਸਾਡੇ ਨਿਸ਼ਾਨੇ ਨੂੰ ਸਾਹਮਣੇ ਲਿਆਂਦਾ। ਲੇਕਿਨ ਇਸ ਪੀਰੀਅਡ ਦੇ ਵਿੱਚ ਫਿਰ ਜਿਵੇਂ ਅੰਦਰੋਂ ਸਰੈਂਡਰ ਹੋਇਆ, ਅੰਦਰੋਂ ਹੋਰ ਕੀ ਨਿਕਲਿਆ ਜਾਂ ਕਿਸ ਕਿਸਮ ਦਾ ਜਾਂ ਕਿਲਿੰਗਸ ਵੀ ਹੋਈਆਂ। ਪਰ ਉਸ ਤੋਂ ਬਾਅਦ ਮੂਵਮੈਂਟ ਨੂੰ ਇੱਕ ਬਹੁਤ ਵੱਡਾ ਝਟਕਾ ਲੱਗਾ। ਬਾਹਰ ਵੀ ਜਿਹੜਾ ਜਜ਼ਬਾਤੀ ਉਭਾਰ ਸੀ 84 ਤੋਂ 88 ਤੱਕ ਉਹ ਓਵਰ ਹੋ ਚੁੱਕਾ ਸੀ। ਪੰਜਾਬ ਦੇ ਵਿੱਚ ਵੀ ਜੁਝਾਰੂ ਲਹਿਰ ਨੂੰ ਇੱਕ ਨਾ ਪੂਰਾ ਹੋਣ ਵਾਲਾ ਜਿਹੜਾ ਹੈ ਉਹ ਘਾਟਾ ਪਿਆ ਸੀ, ਕਿਉਂਕਿ ਇੱਕ ਪੰਥਕ ਕਮੇਟੀ ਦੀ ਕ੍ਰੈਡੀਬਿਲਿਟੀ ਜਿਹੜੀ ਹੈ ਉਸ ਤੇ ਸਵਾਲੀਆ ਨਿਸ਼ਾਨ ਲੱਗ ਗਿਆ ਸੀ। ਸੋ ਇਹਨਾਂ ਹਾਲਾਤਾਂ ਦੇ ਵਿੱਚ ਜਿਹੜੀਆਂ ਸਾਡੇ ਪ੍ਰਮੁੱਖ ਜਰਨੈਲ ਜਿਨ੍ਹਾਂ ਦੇ ਵਿੱਚ ਉਸ ਪੀਰੀਅਡ 'ਚ ਅਸੀਂ ਪ੍ਰਮੁੱਖ ਜਰਨੈਲਾਂ ਦੀ ਗੱਲ ਕਰੀਏ, ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾੜਾ ਲਿਬਰੇਸ਼ਨ ਦੇ ਜਨਰਲ ਲਾਭ ਸਿੰਘ ਜਿਹੜੇ ਕਿ ਉਸ ਪੀਰੀਅਡ ਦੇ ਵਿੱਚ ਖਾਲਿਸਤਾਨ ਕਮਾਂਡੋ ਫੋਰਸ ਜਿਹੜੀ ਜਨਰਲ ਭਾਈ ਮਨਵੀਰ ਸਿੰਘ ਹੋਰਾਂ ਨੇ, ਜਿਨ੍ਹਾਂ ਨੂੰ ਜਨਰਲ ਹਰੀ ਸਿੰਘ ਦਾ ਨਾਮ ਦਿੱਤਾ ਗਿਆ ਸੀ 29 ਅਪ੍ਰੈਲ ਖਾਲਿਸਤਾਨ ਦੇ ਐਲਾਨਨਾਮੇ 'ਚ, ਉਹ ਵੱਡੇ ਜਰਨੈਲ ਸਨ। ਫਿਰ ਜਨਰਲ ਲਾਭ ਸਿੰਘ ਆਏ। ਇਸੇ ਤਰ੍ਹਾਂ ਜਿਹੜੀਆਂ ਦੂਸਰੀਆਂ ਉਸ ਪੰਥਕ ਕਮੇਟੀ ਦੇ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ ਵੱਲੋਂ ਭਾਈ ਵਧਾਵਾ ਸਿੰਘ, ਭਾਈ ਮਹਿਲ ਸਿੰਘ ਆਏ ਔਰ ਇਸੇ ਤਰ੍ਹਾਂ ਦੂਸਰੀਆਂ ਜਥੇਬੰਦੀਆਂ ਦੇ ਨੁਮਾਇੰਦੇ ਸੀ। ਸੋ ਇਹ ਇੱਕ ਨਵਾਂ ਸੈਟਅਪ ਆਇਆ ਔਰ ਇਹ ਇੱਕ ਚੈਲੰਜ ਸੀ ਕਿ ਜਿੱਥੇ ਤੁਸੀਂ ਜਿਹੜੀਆਂ ਪਿਛਲੀਆਂ ਕਮਜ਼ੋਰ ਗੱਲਾਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ, ਜੇ ਮੈਂ ਕਵਰ ਅਪ ਲਫ਼ਜ਼ ਨਾ ਵੀ ਕਵਾਂ, ਪਰ ਉਹਨੂੰ ਕਿਸੇ ਪ੍ਰਸੰਗ ਦੇ ਵਿੱਚ ਰੱਖਣਾ। ਜਦੋਂ ਨਵਾਂ ਸ਼ੁਰੂ ਹੁੰਦਾ ਉਹਨਾਂ 'ਚ ਵੀ ਟਕਰਾਅ ਦੀ ਲਾਈਨ ਸ਼ੁਰੂ ਹੁੰਦੀ ਹੈ। ਸੋ ਮੈਂ ਇਹ ਇੰਨਾ ਵੇਰਵਾ ਇਸ ਲਈ ਦਿੱਤਾ ਹੈ ਕਿ ਉਦੋਂ ਵੀ ਸਾਡੀ
ਸਾਡੇ ਕੋਲ ਇੱਕ ਬੈਲੈਂਸਿੰਗ ਐਕਟ ਤੋਂ ਬਿਨਾਂ ਜੇ ਅਸੀਂ ਕੁਝ ਵੀ ਕਰਦੇ, ਅਸੀਂ ਵੀ ਇੱਕ ਧਿਰ ਦਾ ਨਾਲ ਖਲੋਤੇ, ਭਾਵੇਂ ਧਿਰ ਤਾਂ ਅਸੀਂ ਚੁਣੀ ਜੁਝਾਰੂ ਧਿਰ, ਪੰਥਕ ਕਮੇਟੀ, 4 ਜੁਝਾਰੂ ਜਥੇਬੰਦੀਆਂ, ਇਹਨੂੰ ਅਸੀਂ ਇੱਕ ਮਿਸਲ ਕਹਿ ਸਕਦੇ ਹਾਂ। ਹੋਰ ਵੀ ਕੰਮ ਕਰਨ ਵਾਲੀਆਂ ਜਥੇਬੰਦੀਆਂ ਸੀ ਜਿਹੜੀਆਂ ਸਹਿਮਤ ਨਾ ਹੋਣ ਦੇ ਬਾਵਜੂਦ ਆਪਣਾ ਆਪਣਾ ਕੰਮ ਕਰ ਰਹੀਆਂ ਸੀ। ਸੋ ਅਸੀਂ ਇਸ ਨੂੰ ਇੱਕ ਮਿਸਲ ਵਾਂਗ ਹੀ ਸਮਝਿਆ ਕਿ ਭਾਈ ਬਾਕੀ ਵੀ ਕੰਮ ਕਰਨ ਵਾਲੇ ਨੇ, ਇਹ ਇੱਕ ਮਿਸਲ ਹੈ ਔਰ ਅਸੀਂ ਇਹਦੇ ਨਾਲ ਤੁਰੇ। ਅੱਜ ਵੀ ਅਸੀਂ ਉਸ ਲੈਗੇਸੀ ਨੂੰ, ਉਸ ਵਿਰਸੇ ਨੂੰ ਪਰਨਾਏ ਹੋਏ। ਪਰ ਇੱਕ ਯਤਨ ਹਮੇਸ਼ਾ ਪਹਿਲੇ ਦਿਨ ਤੋਂ ਇੱਕ ਫੋਕਸਡ ਰਿਹਾ ਕਿ ਜਿਹੜੇ ਫੈਲੋ ਸਾਡੇ ਨਾਲ ਕੰਮ ਕਰਨ ਵਾਲੇ ਨੇ, ਜਥੇਬੰਦੀਆਂ ਭਾਵੇਂ ਬਾਹਰ ਨੇ ਜਾਂ ਪੰਜਾਬ ਦੇ ਵਿੱਚ ਨੇ, ਉਹਨਾਂ ਬਾਰੇ ਕੁਝ ਵੀ ਨੈਗੇਟਿਵ ਨਾ ਪੱਖੀ ਨਾ ਕਹਿਣਾ ਨਾ ਲਿਖਣਾ। ਹਾਲਾਂ ਅਸੀਂ ਬਹੁਤ ਸਾਰਾ ਕ੍ਰਿਟਿਸਿਜ਼ਮ ਘਟੀਆ ਲੈਵਲ ਦਾ ਇੱਥੋਂ ਦੇ ਲੋਕਾਂ ਤੋਂ, ਲੀਡਰਸ਼ਿਪ ਸੋ ਕਾਲਡ ਤੋਂ ਵੀ ਲਿਆ, ਔਰ ਜ਼ਾਹਰ ਹੈ ਉਹ ਨਾਲ ਦੀ ਨਾਲ ਹੀ ਕਿਹਨੂੰ ਕੌਣ ਏਜੰਟ ਬਣਾਉਂਦਾ, ਕੌਣ ਕਿਹਦਾ ਏਜੰਟ ਬਣਾਉਂਦਾ। ਦੂਸਰਾ ਪੱਖ ਇਸ ਸਾਡੇ ਸਾਹਮਣੇ ਸੀ ਕਿ ਵੀ ਸਾਡੇ ਸਾਹਮਣੇ ਇੱਕ ਫੋਕਸ ਰਹੇਗਾ, ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤ। ਬਾਕੀ ਜਿਹੜੇ ਇਸ਼ੂ ਨੇ ਉਹ ਮਰਿਆਦਾ ਨਾਲ ਸੰਬੰਧਿਤ ਨੇ ਜਾਂ ਕੋਈ ਹੋਰ ਜਿਹੜੇ ਟਕਰਾਅ ਨੇ, ਕੋਈ ਹੋਰ ਕਿਸੇ ਦਾ ਆਪੋ ਆਪਣਾ ਅਕੀਦਾ ਜੋ ਚੱਲ ਰਿਹਾ ਉਹਨੂੰ ਅਸੀਂ ਸਟੇਟਸ ਕੋ ਮੰਨ ਕੇ ਹੀ ਤੁਰਾਂਗੇ ਔਰ ਉਸ ਦੇ ਬਾਰੇ ਜਿਹੜਾ ਜਾਂ ਉਸ ਵਿੱਚ ਜਿਹੜਾ ਉਹ ਨਹੀਂ ਫਸਾਂਗੇ। ਹਾਲਾਂ ਇਹ ਨਹੀਂ ਹੈ ਉਸ ਵੇਲੇ ਇੱਕ ਸਭ ਤੋਂ ਵੱਡਾ ਇਸ਼ੂ ਜਿਸ 'ਚ ਇੱਕ ਵੱਡੀ ਧਿਰ ਜਿਹੜੀ ਹੈ ਉਹ ਸਾਡੇ ਖਿਲਾਫ ਭੁਗਤੀ, ਉਹ ਸੰਤ ਪਿੰਡਾਂ ਵਾਲਿਆਂ ਦੀ ਸ਼ਹਾਦਤ ਦਾ ਸੀ। ਔਰ ਇਹ ਇੱਕ ਅਨਫੋਰਚੂਨੇਟ ਪਾਰਟ ਸੀ ਕਿ ਵੀ ਦਮਦਮੀ ਟਕਸਾਲ ਜਿਨ੍ਹਾਂ ਦੇ ਉਹ ਮੁਖੀ ਸਨ, ਉਹਨਾਂ ਵੱਲੋਂ ਸੰਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਐਲਾਨਿਆ ਗਿਆ ਸੀ। ਜਿਹੜੇ ਗੁਟਕੇ ਵੀ ਦਮਦਮੀ ਟਕਸਾਲ ਵੱਲੋਂ ਛਾਪੇ ਗਏ ਉਸ ਪੀਰੀਅਡ 'ਚ, ਉਸ ਦੇ ਫਰੰਟ ਪੇਜ ਦੇ ਉੱਤੇ ਪੂਰਾ ਲਿਖਿਆ ਹੁੰਦਾ ਸੀ ਕਿ ਸੰਤਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰੋ। ਔਰ ਸਾਡਾ ਇਹ ਮੰਨਣਾ ਸੀ ਪਹਿਲੇ ਦਿਨ ਤੋਂ ਹੀ ਕਿ ਸੰਤ ਮਿੱਥ ਕੇ ਆਏ ਸਨ, ਉਹਨਾਂ ਨੇ ਅਕਾਲ ਤਖਤ ਦੀ ਆਨ ਸ਼ਾਨ ਲਈ ਸ਼ਹਾਦਤ ਦਿੱਤੀ ਔਰ ਅਸੀਂ ਉਹਨਾਂ ਨੂੰ ਸ਼ਹੀਦ ਲਫ਼ਜ਼ ਦੇ ਨਾਲ ਹੀ ਆਪਣੀਆਂ ਲਿਖਤਾਂ ਦੇ ਵਿੱਚ ਔਰ ਆਪਣੀਆਂ ਸਪੀਚਿਸ ਦੇ ਵਿੱਚ ਐਡਰੈਸ ਕਰਦੇ ਰਹੇ, ਜਿਸ ਦਾ ਨਤੀਜਾ ਸੀ ਸਾਨੂੰ ਉਦੋਂ ਤੋਂ ਲੈ ਕੇ ਹੁਣ ਤੱਕ ਵੀ। ਮੈਂ ਤਾਂ ਬਹੁਤ ਵਾਰ ਉਹ ਹੁੰਦਾ ਕਿ ਵੀ ਤੁਸੀਂ ਆਪਣੀ ਕਹਾਣੀ ਲੈ ਕੇ ਬਹਿ ਜਾਓ ਤਾਂ ਫਿਰ ਇਹ ਹੁੰਦਾ ਕਿ ਭਾਈ ਹਰ ਇੱਕ ਦੇ ਆਪੋ ਆਪਣਾ ਹੀ ਪਤਾ ਨਹੀਂ ਫੋੜੇ ਦੁਖਦੇ ਨੇ। ਪਰ ਮੈਂ ਇਸ ਨੂੰ ਵੀ, ਮੈਨੂੰ ਇਹ ਪਤਾ ਸੀ ਵੀ ਇਸ ਦਾ ਕੀ ਪ੍ਰਾਈਸ ਦੇਣਾ ਪਏਗਾ, ਲੇਕਿਨ ਮੈਨੂੰ ਇਹ ਸੀ ਕਿ ਭਾਈ ਇਹ ਇੱਕ ਬਹੁਤ ਵੱਡਾ ਜਿਹੜਾ ਅਸੀਂ ਇੱਕ ਠੀਕ ਕੰਮ ਨਹੀਂ ਹੈ ਕਿ ਸੰਤਾਂ ਨੂੰ ਉਹਨਾਂ ਦੀ ਸ਼ਹਾਦਤ ਤੋਂ ਵਿਰਵਾ ਕਰਨਾ। ਇਹ ਵੱਖਰੀ ਕਹਾਣੀ ਹੈ ਕਿ ਆਲਮੋਸਟ 25 ਸਾਲ ਬਾਅਦ ਫਿਰ ਦਮਦਮੀ ਟਕਸਾਲ ਦੀ ਮੁੱਖ ਧਾਰਾ, ਹਾਲਾਂ ਉਹਨਾਂ ਦੀਆਂ ਵੀ 3-4 ਜਿਹੜੇ ਨੇ ਅੱਡ-ਅੱਡ ਟਿਕਾਣੇ ਨੇ ਜਾਂ ਅੱਡ-ਅੱਡ ਟਕਸਾਲਾਂ ਬੜੀਆਂ ਨੇ। ਮੋਹਨ ਸਿੰਘ ਭਿੰਡਰਾਂ ਵਾਲਿਆਂ ਵਾਲੀ ਜਿਹੜੀ ਭਿੰਡਰ ਕਲਾਂ 'ਚ ਉਹ ਵੀ ਹੈ, ਬਾਬਾ ਹਰਨਾਮ ਸਿੰਘ ਧੁੰਮਾ ਜਿਨ੍ਹਾਂ ਦੇ ਕੋਲ ਚੌਂਕ ਮਹਿਤੇ ਦਾ ਕੰਟਰੋਲ ਹੈ ਉਹ ਵੀ ਨੇ, ਔਰ ਇਸੇ ਤਰ੍ਹਾਂ ਜਨਾੜਾ ਭਾਈ ਅਮਰੀਕ ਸਿੰਘ ਹੋਰਾਂ ਦਾ ਗਰੁੱਪ ਵੀ ਹੈ, ਔਰ ਇਸੇ ਤਰ੍ਹਾਂ ਭਾਈ ਰਾਮ ਸਿੰਘ ਸੰਗਰਾਵਾਂ ਜਿਨ੍ਹਾਂ ਨੇ ਪਹਿਲਾਂ ਇਹ ਕਲੇਮ ਕੀਤਾ ਸੀ ਕਿ ਬਾਬਾ ਠਾਕਰ ਸਿੰਘ ਹੋਰਾਂ ਨੇ ਉਹਨਾਂ ਨੂੰ ਸੇਵਾ ਦਿੱਤੀ ਹੈ। ਪਰ ਅਸੀਂ ਇਸ ਸਭ ਦੇ ਬਾਵਜੂਦ ਕਿ ਇਹ ਅੰਦਰੂਨੀ ਤੌਰ ਤੇ ਕੀ ਚੱਲ ਰਿਹਾ, ਅਸੀਂ ਇਸ ਤੋਂ ਜਿਹੜੀ ਹੈ ਇੱਕ ਦੂਰੀ ਬਣਾ ਕੇ ਰੱਖੀ ਕਿ ਭਾਈ ਕਿਸੇ ਵੀ ਟਕਰਾਅ ਦੇ ਵਿੱਚ ਨਹੀਂ ਆਉਣਾ। ਲੇਕਿਨ ਮੈਂ ਆਪਣੇ ਇਸ ਜੋ ਕੁਛ ਐਕਸਪੀਰੀਅੰਸ ਇਹਨਾਂ 35 ਵਰਿਆਂ ਦੇ ਵਿੱਚ ਲਗਭਗ ਕੀਤਾ 80s ਤੋਂ ਲੈ ਕੇ, ਕਿ ਜੇ ਤੁਸੀਂ ਜਿਨ੍ਹਾਂ ਨੇ ਗੰਭੀਰਤਾ ਦੇ ਨਾਲ ਭਾਰਤੀ ਏਜੰਸੀਆਂ ਦੇ ਕੰਮਕਾਰ ਨੂੰ, ਉਹਨਾਂ ਦੇ ਕਿਸ ਕਿਸਮ ਦਾ ਉਹਨਾਂ ਦਾ ਰਵੱਈਆ ਹੁੰਦਾ ਉਹਨੂੰ ਸਮਝਣਾ ਹੋਏ ਤਾਂ ਫਿਰ ਸਿੱਖ ਕੇਸ ਇੱਕ ਆਈਡੀਅਲ ਕੇਸ ਹੈ। ਤੁਹਾਨੂੰ ਨਵੇਂ ਜਿਹੜੇ ਨੇ ਕਲਾਕਾਰ ਨਜ਼ਰ ਆਉਣਗੇ ਜਿਹੜੇ ਪਿੜ ਚਾਹੁੰਦੇ ਨੇ, ਬਹੁਤ ਤਿੱਖੀ ਸੁਰ, ਤਿੱਖੇ ਨਾਰੇ, ਖਾਲਸਾਈ ਬਾਣਾ ਇੱਕ ਪਾਸਿਓਂ ਦੂਸਰੇ ਪਾਸਿਓਂ। ਪਰ ਤੁਸੀਂ ਜਦੋਂ ਥੋੜਾ ਕਿਤੇ ਜਾ ਕੇ ਦੇਖਦੇ ਹੋ ਤੇ ਉਹ ਸ਼ੁਰੂ ਹੋ ਜਾਂਦਾ ਕੰਮ ਕਿਤੇ। ਪਰ ਜਦੋਂ ਤੱਕ, ਔਰ ਇੱਕ ਤਬਕਾ, ਕਿਉਂਕਿ ਸਿੱਖ ਕੌਮ ਮੂਲ ਤੌਰ ਤੇ ਅਸੀਂ ਇੱਕ ਜਜ਼ਬਾਤੀ ਕੌਮ ਹੈ, ਜਜ਼ਬਾਤੀ ਨੇਸ਼ਨ ਹੈ। ਇਹ ਗੁਣ ਵੀ ਹੈ, ਔਗਣ ਵੀ ਹੈ। ਗੁਣ ਇਸ ਲਈ ਹੈ ਕਿ ਹਮੇਸ਼ਾ ਅਸੀਂ ਤਿਆਰ ਹੁੰਦੇ ਹਾਂ ਕਿਸੇ ਵੀ ਚੈਲੰਜ ਲਈ, ਸਿਰਫ ਜਿਹੜਾ ਉਹ ਨਜ਼ਰ ਆਉਣਾ ਚਾਹੀਦਾ ਅਸੀਂ ਉਸ ਦੇ ਉੱਤੇ ਟੁੱਟ ਕੇ ਪੈ ਜਾਂਦੇ ਹਾਂ। ਇਸ ਲਈ ਆਲਵੇਜ਼ ਪ੍ਰੀਪੇਅਰਡ ਹੁੰਦੇ ਹਾਂ, ਸਾਨੂੰ ਕਿਸੇ ਨੂੰ ਗਰਮ ਕਰਨ ਦੀ ਲੋੜ ਨਹੀਂ, ਅਸੀਂ ਪਹਿਲਾਂ ਹੀ ਤਿਆਰ ਹੈ। ਪਰ ਇਸ ਦੀ ਨੈਗੇਟਿਵਿਟੀ ਇਹ ਹੈ ਕਿ ਵੀ ਕੋਈ ਵੀ ਸਾਡੀ ਐਮੋਸ਼ਨ ਦੇ ਨਾਲ, ਸਾਡੇ ਜਜ਼ਬਾਤ ਦੇ ਨਾਲ ਪਲੇ ਕਰ ਸਕਦਾ ਔਰ ਸਾਨੂੰ ਉਸ ਕਿਸਮ ਦੇ ਵਿੱਚ ਉਲਝਾ ਦਿੱਤਾ ਜਾਂਦਾ ਜਿਹਨੂੰ ਅੱਜ ਕੋਈ ਮਰਿਆਦਾ ਇਸ਼ੂ ਹੈ। ਜਿਵੇਂ ਉਦੋਂ ਵੀ ਸੰਤਾਂ ਦੀ ਸ਼ਹਾਦਤ ਦੇ ਮੁੱਦੇ ਨੂੰ
ਇਵੇਂ ਗਰਮਾਇਆ ਗਿਆ ਸੀ ਕਿ ਜੇ ਉਹਨਾਂ ਦੀ ਸ਼ਹਾਦਤ ਜਾਂ 6 ਜੂਨ ਦਾ ਦਿਨ ਉਹਨਾਂ ਦੀ ਸ਼ਹੀਦੀ ਦਿਨ ਦੇ ਲਈ ਅਖੰਡ ਪਾਠ ਸਾਹਿਬ ਰੱਖਿਆ ਜਾਂਦਾ ਸੀ ਤੇ ਪੈਰਲਲ ਹੁੰਦਾ ਸੀ ਕਿ ਸੰਤਾਂ ਦੀ ਚੜ੍ਹਦੀ ਕਲਾ ਦੇ ਲਈ ਅਸੀਂ ਅਖੰਡ ਪਾਠ ਰੱਖ ਰਹੇ ਹਾਂ। ਸੋ ਇਹ ਅਸੀਂ ਇਸ ਡਿਬੇਟ 'ਚ ਨੂੰ ਦੇਖਿਆ ਹੋਇਆ ਔਰ ਇਸੇ ਤਰ੍ਹਾਂ ਫਿਰ ਹੋਰ ਬਹੁਤ ਸਾਰਾ ਕੁਛ ਆਇਆ। ਹੁਣ ਇੱਕ ਗੱਲ ਜ਼ਾਹਰ ਹੈ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਬਹੁਤ ਵੱਡਾ ਉਹਨਾਂ ਨੇ ਜੇ ਕੌਮ ਨੇ ਕੰਸੈਂਸਸ ਨਾਲ ਉਹਨਾਂ ਨੂੰ 20ਵੀਂ ਸਦੀ ਦਾ ਮਹਾਨ ਸਿੱਖ ਐਲਾਨਿਆ ਤੇ ਇਹ ਬਿਲਕੁਲ ਠੀਕ ਰੁਤਬਾ ਹੈ। ਔਰ ਉਹਨਾਂ ਨੇ, ਮੈਂ ਅਕਸਰ ਇਹ ਕਹਿੰਦਾ ਕਿ ਭਾਈ ਮਹਾਰਾਜ ਸਿੰਘ ਜਿਨ੍ਹਾਂ ਨੇ 1849 'ਚ ਸਿੱਖ ਰਾਜ ਜਾਣ ਤੋਂ ਬਾਅਦ ਸਿੱਧੀ ਖਾਲਿਸਤਾਨ ਦੀ ਜਾਂ ਸਿੱਖ ਰਾਜ ਨੂੰ ਵਾਪਸ ਲੈਣ ਦੀ ਗੱਲ ਕੀਤੀ, ਖਾਲਸਾ ਰਾਜ ਦੀ ਗੱਲ ਕੀਤੀ ਜਿਹਨੂੰ ਅੱਜ ਅਸੀਂ ਖਾਲਿਸਤਾਨ ਕਹਿੰਦੇ, ਉਸ ਤੋਂ ਬਾਅਦ ਸੰਤ ਭਿੰਡਰਾਂਵਾਲਿਆਂ ਨੇ ਹੀ ਇਸ ਦੇ ਉੱਤੇ ਜਿਹੜਾ ਉਹ ਫੋਕਸ ਕੀਤਾ। ਇਨ ਬਿਟਵੀਨ ਬਹੁਤ ਸਾਰੀਆਂ ਲਹਿਰਾਂ ਕੂਕਾ ਔਰ ਗਦਰ ਔਰ ਦੂਸਰੀਆਂ ਜਿਹੜੀਆਂ ਨੇ ਉਹ ਇੰਡੀਅਨ ਨੈਸ਼ਨਲਿਜ਼ਮ ਦੇ ਖਾਤੇ 'ਚ ਹੀ ਪਈਆਂ ਜੀ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦਮਦਮੀ ਟਕਸਾਲ ਦੇ ਮੁਖੀ ਹੋਣ ਦੇ ਨਾਤੇ ਦਮਦਮੀ ਟਕਸਾਲ ਜਿਨ੍ਹਾਂ ਦੀ ਇੱਕ ਆਪਣੀ ਮਰਿਆਦਾ ਹੈ, ਆਪਣਾ ਉਹਨਾਂ ਦਾ ਮੂਵਿੰਗ ਯੂਨੀਵਰਸਿਟੀ ਉਹਨੂੰ ਕਿਹਾ ਜਾਂਦਾ, ਚਲਦੀ ਫਿਰਦੀ ਯੂਨੀਵਰਸਿਟੀ ਹੈ, ਔਰ ਉਹ ਉਸ ਮੁਖੀ ਹੋਣ ਦੇ ਨਾਤੇ ਉਹਨਾਂ ਪਰੰਪਰਾਵਾਂ ਜਾਂ ਉਸ ਮਰਿਆਦਾ ਦੇ ਨਾਲ ਲਾਇਲ ਸੀ ਜਿਹਦੇ ਉਹ ਮੁਖੀ ਸੀ। ਇਹ ਕੁਦਰਤੀ ਹੈ, ਜਿਵੇਂ ਇੱਥੇ ਜਿਹੜੇ ਯੂਨੀਵਰਸਿਟੀਆਂ 'ਚ ਪੜ੍ਹ ਰਹੇ ਹੁੰਦੇ ਨੇ ਉਸੇ ਸਿਲੇਬਸ ਨੂੰ ਫੋਲੋ ਕਰ ਰਹੇ ਹੁੰਦੇ ਨੇ। ਪਰ ਜਦੋਂ ਸੰਤ ਭਿੰਡਰਾਂਵਾਲੇ ਅਕਾਲ ਤਖਤ ਸਾਹਿਬ ਦੇ ਉੱਤੇ ਔਰ ਕੌਮ ਨੂੰ ਲੀਡ ਕਰਨ ਵਾਲੇ ਰੋਲ 'ਚ ਆਉਂਦੇ ਨੇ, ਉਦੋਂ ਉਹਨਾਂ ਨੇ ਕਦੇ ਵੀ ਨਾ ਆਪਣੀ ਮਰਿਆਦਾ ਬਾਕੀਆਂ ਤੇ ਥੋਪਣ ਦੀ ਕੋਸ਼ਿਸ਼ ਕੀਤੀ। ਰਾਦਰ ਜੇ ਕਿਸੇ ਨੇ ਉੱਥੇ ਹੁੰਦਿਆਂ ਯਤਨ ਕੀਤਾ ਤੇ ਸੰਤਾਂ ਨੇ ਉਸ ਨੂੰ ਤਾੜਿਆ, ਡਾਂਟਿਆ, ਪਨਿਸ਼ ਕੀਤਾ ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਪੰਥ ਦੀ ਹੈ। ਔਰ ਨਾਲ ਦੀ ਨਾਲ ਉਹਨਾਂ ਦਾ ਇਹ ਕਹਿਣਾ ਸੀ ਕਿ ਜਦੋਂ ਵੀ ਦੂਸਰੇ ਇਸ਼ੂ, ਅੱਜ ਤੁਸੀਂ ਦੇਖੋਗੇ ਇੱਕ ਤਬਕਾ ਸੋਸ਼ਲ ਮੀਡੀਆ ਤੇ ਮਾਸ ਖਾਣ ਜਾਂ ਨਾ ਖਾਣ ਜਾਂ ਦਸਮ ਗ੍ਰੰਥ ਜਾਂ ਹੁਣ ਰਾਗਮਾਲਾ ਦਾ ਤਾਂ ਮੁੱਕ ਗਿਆ ਰੌਲਾ ਬਹੁਤ ਸਾਰਾ, ਨਹੀਂ ਤਾਂ ਲੰਬਾ ਵਕਤ ਉਹ ਵੀ ਚੱਲਦਾ ਰਿਹਾ। ਹੁਣ ਨਿਹੰਗ ਬਾਣੇ ਦੇ ਵਿੱਚ ਤੁਸੀਂ ਦੇਖੋਗੇ ਕਿ ਉਹ ਭੰਗ ਪੀਣ ਤੇ ਦੂਜੇ ਕਿਸਮ ਦੇ ਦੁਰਾਚਾਰ ਨੂੰ ਜਸਟੀਫਾਈ ਕਰਨ ਦੀ ਲਾਈਨ ਵਾਲੀ ਡਿਬੇਟ ਸ਼ੁਰੂ ਹੋ ਗਈ। ਹੁਣ ਪਿਛਲੇ ਹੋਰ ਤੁਸੀਂ ਦੇਖੋਗੇ ਕਿ ਭਾਈ ਇਸ ਦੇ ਨਾਲ ਇੰਨੀਆਂ ਕੁ ਡਿਬੇਟਸ, ਹੁਣ ਸਨਾਤਨੀ ਸਿੱਖ ਨਾਂ ਦਾ ਇੱਕ ਉਹ ਜਿਹੜਾ ਬਿਲਕੁਲ ਅਕਾਲੀ ਲਹਿਰ ਨੇ ਇਸ ਕਿਸਮ ਦੇ ਸਨਾਤਨੀ ਥਾਟ ਨੂੰ, ਜਿਹੜੇ ਲੋਕ ਆਪਣੇ ਆਪ ਨੂੰ ਹਿੰਦੂ ਕਹਿ ਕੇ ਫਖਰ ਲੈਂਦੇ ਸੀ। ਹੁਣ ਬਹੁਤ ਸਾਰਾ ਜਦੋਂ ਅਸੀਂ 1899 'ਚ ਭਾਈ ਕਾਹਨ ਸਿੰਘ ਨਾਭਾ ਮਹਾਨ ਕੋਸ਼ ਦੇ ਰਚਾਇਤਾ ਉਹਨਾਂ ਦੀ ਕਿਤਾਬ ਇਹ ਦੇਖਦੇ ਹਾਂ ਹਮ ਹਿੰਦੂ ਨਹੀਂ, ਤੇ ਸ਼ਾਇਦ ਬਹੁਤਿਆਂ ਨੂੰ ਨਾ ਪਤਾ ਹੋਏ ਔਰ ਕਈ ਕਹਿਣਗੇ ਜੀ ਹਮ ਕਿਉਂ ਕਿਹਾ, ਇਹ ਕਿਉਂ ਨਹੀਂ ਕਿਹਾ ਅਸੀਂ ਹਿੰਦੂ ਨਹੀਂ, ਕਿਉਂਕਿ ਉਸ ਪੀਰੀਅਡ 'ਚ ਉਹ ਜਿਹੜੇ ਸੋ ਕਾਲਡ ਸਨਾਤਨੀ ਬ੍ਰਾਂਡ ਦੇ ਲੋਕ ਸੀ, ਜਿਹੜੇ ਜਨੇਊ ਵੀ ਪਾਉਂਦੇ ਸੀ ਕਿ ਜੀ ਇਹ ਸਾਡਾ ਸਨਾਤਨੀ ਰੂਪ ਹੈ, ਕਿਰਪਾਨ ਵੀ ਪਾਉਂਦੇ ਸੀ ਜੀ ਇਹ ਗੁਰੂ ਦਾ ਹੁਕਮ ਹੈ, ਔਰ ਉਹਨਾਂ ਦਾ ਕੰਟਰੋਲ ਅਕਾਲ ਤਖਤ ਦਾ ਦੂਜੇ ਦਾ ਉਸ ਕਿਸਮ ਦਿਆਂ ਦੇ ਕੋਲ ਸੀ। ਹਰਿਮੰਦਰ ਸਾਹਿਬ ਦੀਆਂ ਪਰਿਕਰਮਾ 'ਚ ਵੀ ਮੂਰਤੀਆਂ ਔਰ ਦੂਸਰੀਆਂ ਰੱਖੀਆਂ ਹੋਈਆਂ ਸੀ, ਔਰ ਉਹਨਾਂ ਨੇ ਆਪਣੇ ਇੱਕ ਸਕਾਲਰ ਤੋਂ ਇੱਕ ਕਿਤਾਬ ਲਿਖਵਾਈ ਸੀ ਹਮ ਹਿੰਦੂ ਹੈ। ਔਰ ਉਸ ਦੇ ਜਵਾਬ 'ਚ ਫਿਰ ਭਾਈ ਕਾਹਨ ਸਿੰਘ ਨਾਭਾ ਔਰ ਉਸ ਵੇਲੇ ਤੱਕ ਸਿੰਘ ਸਭਾਵਾਂ, ਸਿੰਘ ਸਭਾ ਲਾਹੌਰ, ਸਿੰਘ ਸਭਾ ਅੰਮ੍ਰਿਤਸਰ ਇਹ ਬਣੀਆਂ ਹੋਈਆਂ ਸੀ, ਉਹਨਾਂ ਨੇ ਉਹਦੇ ਜਵਾਬ 'ਚ ਹਮ ਹਿੰਦੂ ਨਹੀਂ। ਸੋ ਇਹ ਡਿਬੇਟ ਬਰਾਬਰ, ਕਿਉਂਕਿ ਇਹ ਗੁਰਦੁਆਰਿਆਂ ਦੇ ਉੱਤੇ ਮਹੰਤਾਂ ਦਾ ਕਬਜ਼ਾ ਸੀ, ਮਹੰਤ ਜਿਹੜੇ ਨੇ ਉਹ ਸਨਾਤਨੀ ਪਰੰਪਰਾ ਵਾਲੇ, ਉਦਾਸੀ ਤੇ ਨਿਰਮਲੇ ਤੇ ਉਸ ਕਿਸਮ ਦੀਆਂ ਉਹਨਾਂ ਦੀਆਂ ਜਿਹੜੀਆਂ ਨੇ ਉਹ ਗੱਲਾਂ ਸੀ। ਸੋ ਅਕਾਲੀ ਲਹਿਰ ਤੋਂ ਬਾਅਦ ਜਦੋਂ ਇਤਿਹਾਸਕ ਗੁਰਦੁਆਰੇ ਸ਼੍ਰੋਮਣੀ ਕਮੇਟੀ ਦੇ ਕੰਟਰੋਲ 'ਚ ਆਏ 1925 ਐਕਟ ਦੇ ਥੱਲੇ, 1926 ਦੇ ਵਿੱਚ ਚੋਣਾਂ ਹੋ ਕੇ ਪਹਿਲਾ ਪਾਰਟ ਬਣਿਆ, ਜ਼ਾਹਰ ਸੀ ਕਿ ਇਹ ਡਿਬੇਟ ਓਵਰ। ਔਰ ਇਤਿਹਾਸਕ ਗੁਰਦੁਆਰਿਆਂ ਤੋਂ ਬਾਅਦ ਫਿਰ ਸਿੰਘ ਸਭਾ ਗੁਰਦੁਆਰਿਆਂ ਦਾ ਔਰ ਦੇਸ਼ ਵਿਦੇਸ਼ ਜਿੱਥੇ ਵੀ ਗੁਰਦੁਆਰੇ ਬਣੇ, ਸੋ ਇਹ ਡਿਬੇਟ ਖਤਮ ਹੋ ਗਈ ਸੀ ਕਿ ਭਾਈ ਇਹ ਵਿੱਚੇ ਵਿਚਾਲੇ ਇੱਕ ਸਹਿਜਧਾਰੀ ਲਫ਼ਜ਼ ਜ਼ਰੂਰ ਇਸਤੇਮਾਲ ਹੋਇਆ, ਉਹ ਵੀ ਕਿਉਂਕਿ ਲਹਿੰਦੇ ਪੰਜਾਬ ਦੇ ਵਿੱਚ ਇੱਕ ਤਬਕਾ ਸੀ ਜਿਹੜਾ ਗੁਰੂ ਗ੍ਰੰਥ ਸਾਹਿਬ ਤੇ ਯਕੀਨ ਕਰਦਾ ਸੀ, ਭਾਵੇਂ ਅੰਮ੍ਰਿਤ ਉਹਨਾਂ ਨੇ ਨਹੀਂ ਸੀ ਛਕਿਆ ਹੋਇਆ, ਤੇ ਉਸ ਪਰੰਪਰਾ ਨੂੰ ਸਹਿਜਧਾਰੀ ਉਹ ਵੀ 1947 'ਚ ਮੁੱਕ ਗਈ। 1947 ਤੋਂ ਬਾਅਦ ਬਹੁਤ ਸਾਰਾ ਜਿਹੜਾ ਤਬਕਾ ਹੈ ਉਹ ਹਿੰਦੂ ਖਾਤੇ 'ਚ ਚਲਾ ਗਿਆ, ਜਿਨ੍ਹਾਂ ਨੇ ਸਿੱਖੀ 'ਚ ਆਉਣਾ ਸੀ ਉਹ ਸਿੱਖੀ 'ਚ ਆ ਗਏ। ਹੁਣ ਅਸੀਂ ਪਿਛਲੇ ਪੀਰੀਅਡ ਦੇ ਵਿੱਚ ਦੇਖ ਰਹੇ ਹਾਂ ਕਿ ਬਹੁਤ ਸਾਰਾ ਇਸੇ ਤਰ੍ਹਾਂ ਜਿਹੜਾ ਇੱਕ ਇਹਦੇ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਨਿਹੰਗ ਲਫ਼ਜ਼ ਵੀ ਕਹਿੰਦੇ ਆ, ਸਿਰ ਜਿਹੜਾ ਹੈ ਉਹ ਅਦਬ ਦੇ ਨਾਲ ਝੁਕਦਾ, ਖਾਲਸਾਈ ਬਾਣਾ ਔਰ ਉਹਨਾਂ ਦੀ ਦੇਣ। ਪਰ ਅਕਾਲੀ ਫੂਲਾ ਸਿੰਘ ਤੋਂ ਬਾਅਦ ਜੇ ਅਸੀਂ
ਉਹਨਾਂ ਦਾ ਜਿਹੜਾ ਬ੍ਰਿਟਿਸ਼ ਪੀਰੀਅਡ ਦੇ ਵਿੱਚ ਰੋਲ ਦੇਖਦੇ ਹਾਂ ਜਾਂ ਗੁਰਦੁਆਰਾ ਸੁਧਾਰ ਲਹਿਰ ਵੇਲੇ ਜਾਂ ਉਸ ਤੋਂ ਬਾਅਦ, ਉਹ ਬਾਈ ਐਂਡ ਲਾਰਜ ਅੰਗਰੇਜ਼ਾਂ ਨੇ ਹੀ ਉਹਦਾ ਬਹੁਤ ਨੁਕਸਾਨ ਕੀਤਾ। ਜਿਹੜੇ ਡੈਡੀਕੇਟਡ ਨਿਹੰਗ ਸੀ ਔਰ ਮਰਿਆਦਾ ਔਰ ਦੂਸਰੇ ਇਸ਼ੂ ਦੇ ਨਾਂ ਥੱਲੇ ਹੌਲੀ ਹੌਲੀ ਉਹ ਕਿੱਧਰ ਨੂੰ ਗੱਲ ਗਈ, ਉਹਦਾ ਅਸੀਂ ਇੱਕ ਵਾਰੀ ਅੱਗੇ ਜ਼ਿਕਰ ਕਰ ਚੁੱਕੇ ਹਾਂ। 47 ਤੋਂ ਬਾਅਦ ਵੀ ਤੁਹਾਨੂੰ ਮੇਨ ਜਿਹੜੀ ਮੁੱਖ ਧਾਰਾ ਪੰਥ ਦੀ ਸਟਰਗਲ ਹੈ ਉਹ ਸਾਡੀ ਪੰਜਾਬੀ ਸੂਬੇ ਲਈ ਹੋਏ, ਆਪਣੀ ਪਛਾਣ ਲਈ ਹੋਏ, ਹੱਕਾਂ ਲਈ ਹੋਏ। ਤੁਹਾਨੂੰ ਕੋਈ ਇਸ ਪਰੰਪਰਾ ਦੀ ਕੋਈ ਕੰਟਰੀਬਿਊਸ਼ਨ ਨਜ਼ਰ ਨਹੀਂ ਆਉਂਦੀ ਕਿ ਭਾਈ ਉਹਨਾਂ ਨੇ ਧਰਮ ਯੁੱਧ ਮੋਰਚਾ ਹੋਏ। ਜਾਂ ਇਹਦੇ ਉਲਟ ਅਸੀਂ ਇਹ ਦੇਖਦੇ ਹਾਂ ਕਿ ਅਕਾਲ ਤਖਤ ਸਾਹਿਬ ਜਦੋਂ ਢਾਹ ਢੇਰੀ ਕੀਤਾ ਗਿਆ ਜੂਨ 84 ਤੇ ਕਾਰ ਸੇਵਾ ਦੇ ਨਾਂ ਥੱਲੇ ਸਰਕਾਰ ਨੇ ਲਿਆ ਕੇ ਬਾਬਾ ਸੰਤਾ ਸਿੰਘ ਨੂੰ ਬਿਠਾ ਦਿੱਤਾ ਔਰ ਉਹਨਾਂ ਨੇ ਬਾਅਦ ਦੇ ਵਿੱਚ ਉਹਨਾਂ ਨੂੰ ਤਨਖਾਹੀਆ ਐਲਾਨਿਆ ਗਿਆ, ਭੁੱਲ ਵੀ ਬਖਸ਼ਾਈ। ਪਰ ਅਸੀਂ ਦੇਖਦੇ ਹਾਂ ਵੀ ਉਹਨਾਂ ਦੇ ਨਾਂ ਥੱਲੇ ਜਾਂ ਉਸ ਬੁੱਢਾ ਦਲ ਜਾਂ ਨਿਹੰਗ ਪਰੰਪਰਾ ਜਾਂ ਇਹ ਠੀਕ ਹੈ ਵੀ ਨਿਹੰਗ ਪਰੰਪਰਾਵਾਂ ਚੋਂ ਜਿਵੇਂ ਬਾਬਾ ਬਿਧੀ ਚੰਦ ਜੀ ਦੇ ਨਾਂ ਥੱਲੇ ਸੁਰ ਸਿੰਘ ਵਾਲੇ, ਉਹਨਾਂ ਚੋਂ ਭਾਈ ਅਵਤਾਰ ਸਿੰਘ ਬ੍ਰਹਮਾ ਵਰਗੇ ਯੋਧੇ ਨਿਕਲੇ, ਭਾਈ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਚੋਂ ਭਾਈ ਜਿਹੜੇ ਨੇ ਸੁਰਿੰਦਰ ਸਿੰਘ ਸੋਢੀ ਵਰਗੇ ਯੋਧੇ ਨਿਕਲੇ। ਲੇਕਿਨ ਕੁੱਲ ਮਿਲਾ ਕੇ ਤੁਸੀਂ ਇਹਨਾਂ ਦਾ ਅਦਰਵਾਈਜ਼ ਦੇਖੋ ਤੇ ਕੋਈ ਬਹੁਤਾ ਨਹੀਂ ਹੈ ਔਰ ਕੋਈ ਕਿਸੇ ਦਾ ਵਿਰੋਧ ਵੀ ਨਹੀਂ ਹੈ। ਪੰਥ ਨੇ ਵੀ ਨਹੀਂ ਕੀਤਾ ਕਿ ਭਾਈ ਚਲੋ ਆਪੋ ਆਪਣੀਆਂ ਥਾਵਾਂ ਹੈਗੀਆਂ ਨੇ, ਇਹਨਾਂ ਦੇ ਕੋਲੋਂ ਚੱਲਦਾ। ਪਰ ਅਸੀਂ ਬਾਹਰ ਦੇਖਦੇ ਹਾਂ ਵੀ ਜੇ ਇੱਕ ਧਿਰ ਜਿਨ੍ਹਾਂ ਨੇ ਸੰਤਾਂ ਦੇ ਚੜ੍ਹਦੀ ਕਲਾ ਹੋਣ ਦੇ ਮੁੱਦੇ ਦੇ ਉੱਤੇ ਪੋਲੀਟੀਕਲੀ ਜਿਹੜਾ ਉਹ ਜਿਹੜੀ ਲਾਈਨ ਲੈਣੀ ਸੀ ਖਾਲਿਸਤਾਨ ਦੀ, ਉਸ ਪ੍ਰਤੀ ਕੋਲਡ ਸ਼ੋਲਡਰਡ ਆਪਣਾ ਰਵੱਈਆ ਰੱਖਿਆ, ਤੇ ਦੂਸਰੇ ਪਾਸਿਓਂ ਅੱਜ ਜੇ ਅਸੀਂ ਦੇਖ ਰਹੇ ਹਾਂ ਕਿ ਭਾਈ ਕਿਸ ਕਿਸਮ ਦੇ ਟਕਰਾਅ ਵੱਲੋਂ ਤੁਹਾਡੇ ਘਰਾਂ ਦੇ ਮਾਹੌਲ 'ਚ ਹੋਏ, ਨੌਜਵਾਨਾਂ ਦੇ ਹੋਏ। ਔਰ ਸਭ ਤੋਂ ਜਿਹੜੀ ਦੁਖਦਾਈ ਗੱਲ ਹੈ ਕਿ ਭਾਈ ਇਸ ਨਿਹੰਗ ਪਰੰਪਰਾ ਦੇ ਨਾਂ ਥੱਲੇ ਸਨਾਤਨ ਸਿੱਖ ਹੋਣ ਦਾ ਜਿਹੜਾ ਇੱਕ ਨਵਾਂ ਟ੍ਰੈਂਡ ਕਿ ਜੀ ਅਸੀਂ ਸਾਡੀ ਪਰੰਪਰਾ ਸਨਾਤਨੀ ਹੈ ਔਰ ਅਸੀਂ ਇਹ ਕਰ ਰਹੇ ਹਾਂ। ਔਰ ਇਵੇਂ ਹੀ ਇੱਕ ਸੱਜਣ ਜਿਹੜੇ ਨਿਹੰਗ ਬਾਣੇ ਦੇ ਵਿੱਚ ਜਿਨ੍ਹਾਂ ਨੇ ਪਿੱਛੇ ਜੇ ਉੱਥੇ ਜਾ ਕੇ ਇੱਕ ਬਾਬੇ ਦੇ ਹਿੰਦੂ ਤੋਂ ਵੀ ਉਸ ਰਾਧੇ ਰਾਧੇ ਵਾਲੇ ਕੰਮ ਦੇ ਜਿਹੜਾ ਉਹ ਮੱਥਾ ਟੇਕਿਆ, ਉਹਨਾਂ ਦੀ ਇੱਕ ਗੁਫ਼ਤਗੂ ਮੌਂਟਰੀਆਲ ਦੇ ਵਿੱਚ ਪਿਛਲੇ ਦਿਨਾਂ 'ਚ ਇੱਕ ਸਿੱਖ ਸਕਾਲਰ ਦੇ ਨਾਲ ਹੋਈ ਤੇ ਉਹਦੇ 'ਚੋਂ ਸੱਜਣ ਉਹਨਾਂ ਨੂੰ ਕਿਹਾ ਜੀ ਚਲੋ ਬਾਕੀ ਗੱਲ ਤਾਂ ਬਾਅਦ, ਤੁਸੀਂ ਲੰਮਾ ਪੈ ਕੇ ਮੱਥਾ ਟੇਕਿਆ। ਉਹ ਕਹਿੰਦੇ ਜੀ ਮੇਰੀ ਵਿਦਿਆ ਜਿਹੜੀ ਹੈ ਉਹ ਉਦਾਸੀ ਡੇਰਿਆਂ 'ਚ ਹੋਈ ਹੈ ਤੇ ਇਹ ਸਾਡੀ ਪਰੰਪਰਾ ਦਾ ਹਿੱਸਾ ਹੈ। ਹੁਣ ਉਦਾਸੀ ਕੀ ਤੇ ਨਿਹੰਗ ਕੀ। ਹੁਣ ਇਵੇਂ ਹੀ ਅਯੁੱਧਿਆ 'ਚ ਰਾਮ ਮੰਦਰ ਦੇ ਮੌਕੇ ਜਿਨ੍ਹਾਂ ਨੇ ਜਾ ਕੇ ਸੋ ਕਾਲਡ ਲੰਗਰ ਤੇ ਅਯੁੱਧਿਆ ਦੀ ਲਿਬਰੇਸ਼ਨ ਨਾਲ ਵੀ ਆਪਣੇ ਆਪ ਨੂੰ ਜੋੜਨ ਦੀ ਲਾਈਨ। ਹੁਣ ਇਹ ਜਦੋਂ ਤੁਸੀਂ ਇਹ ਸਾਰੀਆਂ ਡਿਬੇਟਸ ਦੇਖਦੇ ਹੋ ਔਰ ਸਾਨੂੰ ਲਗਾਤਾਰਤਾ ਦੇ ਨਾਲ ਸਾਡੇ ਵਿਊਅਰਸ ਵੱਲੋਂ ਔਰ ਦੂਸਰਿਆਂ ਵੱਲੋਂ ਇਹ ਕਿਹਾ ਜਾਂਦਾ ਹੈ, ਪੁੱਛਿਆ ਜਾਂਦਾ ਹੈ ਕਿ ਜੀ ਇਸ ਦੇ ਉੱਤੇ, ਤਾਂ ਮੇਰਾ ਇਹ ਕਹਿਣਾ ਹੁੰਦਾ ਹੈ ਕਿ ਭਾਈ ਅਸੀਂ ਜਿਹੜੀ ਗੱਲ 1991 'ਚ ਆਲਮੋਸਟ 34-35 ਸਾਲ ਪਹਿਲਾਂ ਅਸੀਂ ਲਈ ਸੀ ਸ਼ੁਰੂ, ਅਸੀਂ ਉਸ ਤੇ ਹੀ ਖੜੇ ਹਾਂ ਕਿ ਭਾਈ ਇਹ ਪੀਰੀਅਡ ਜਦੋਂ ਤੁਹਾਡੀ ਸਰਵਾਈਵਲ ਦਾ, ਪੋਲੀਟੀਕਲ ਫਰੀडम ਦਾ ਹੈ, ਸੰਤ ਪਿੰਡਾਂ ਵਾਲਿਆਂ ਤੋਂ ਵੱਡਾ ਤਾਂ ਕੋਈ ਮੋਟੀਵੇਟਰ ਨਹੀਂ ਸਾਡੇ ਇਸ ਸੰਘਰਸ਼ ਦਾ। ਜੇ ਉਹਨਾਂ ਨੇ ਉਸ ਮੌਕੇ ਦੇ ਉੱਤੇ ਵੀ ਇਹੀ ਲਾਈਨ ਦਿੱਤੀ ਸੀ ਕਿ ਭਾਈ ਅਸੀਂ ਪਹਿਲਾਂ ਕੌਮ ਦੇ ਗਲੋਂ ਇਹ ਗੁਲਾਮੀ ਦੇ ਸੰਗਲ ਕੱਟ ਦਈਏ, ਫਿਰ ਜਿਹੜੇ ਮੁੱਦੇ ਨੇ ਉਹਨਾਂ ਤੇ ਨਾ ਮਰਿਆਦਾ ਦੇ ਇਸ਼ੂ ਤੇ ਨਾ ਕੋਈ ਹੋਰ ਕਰੀਏ। ਤੇ ਅੱਜ ਤਾਂ ਸਭ ਤੋਂ ਵੱਧ ਇਸ ਦੀ ਲੋੜ ਹੈ ਜਦੋਂ ਕਿ ਦੁਸ਼ਮਣ ਨੇ ਕੱਲਾ ਇਹੀ ਨਹੀਂ ਵੀ ਉੱਥੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਉਹਨਾਂ ਨੇ ਕਿਵੇਂ ਬਾਹਰਲੇ ਮੁਲਕਾਂ ਦੇ ਵਿੱਚ ਸਾਨੂੰ ਟਾਰਗੇਟ ਕੀਤਾ ਹੋਇਆ ਔਰ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਦਾ ਬੇਅਦਬੀ ਦਾ ਦੌਰਾ 2015 ਤੋਂ ਉੱਥੇ ਚੱਲ ਰਿਹਾ। ਹੁਣ ਅਸੀਂ ਕੈਲੀਫੋਰਨੀਆ 'ਚ ਵੀ ਹੋਇਆ ਸੀ ਵਾਕਿਆ, ਹੁਣ ਅਸੀਂ ਆਸਟ੍ਰੇਲੀਆ ਦੇ ਪਰਥ ਦਾ ਜ਼ਿਕਰ ਕਰਦੇ ਹਾਂ, ਉਹਦੇ 'ਚ ਕੀ ਹੋਇਆ। ਸੋ ਇਹਨਾਂ ਸਾਰਿਆਂ 'ਚ ਕਿਉਂਕਿ ਪਿਛਲੇ ਦਿਨਾਂ 'ਚ ਵੀ ਇਸ ਕਿਸਮ ਦਾ ਵਾਦ-ਵਿਵਾਦ ਦਸਮ ਗ੍ਰੰਥ ਨਾਲ ਰਿਲੇਟਡ ਵੀ, ਪੰਜਾ ਸਾਹਿਬ ਨੂੰ ਲੈ ਕੇ ਵੀ ਇਸ ਕਿਸਮ ਦੇ ਲੌਜਿਕ ਦੇ ਨਾਂ ਥੱਲੇ ਇਸ ਕਿਸਮ ਦੇ ਉੱਭਰ ਆਏ ਜਿਹੜੇ ਹਰ ਚੀਜ਼ ਨੂੰ ਡਿਨਾਇਲ ਦੇ ਮੋਡ 'ਚ ਨੇ। ਇਸ ਕਿਸਮ ਦੇ ਲੋਕ ਵੀ ਉਹ ਢੱਡਰੀਆਂ ਵਾਲਾ ਹੋਏ ਤੇ ਦੂਜੇ ਲੋਕ ਹੋਣ, ਉਹਨਾਂ ਨੇ ਆਪਣਾ ਜਿਹੜਾ ਉਸ ਕਿਸਮ ਦਾ ਖਲਾਰਾ ਪਾਇਆ ਹੋਇਆ। ਇੱਕ ਉਹ ਨਿਊਜ਼ੀਲੈਂਡ 'ਚ ਬੈਠਾ ਹੈ, ਇੱਕ ਹੋਰ ਇਸ ਕਿਸਮ ਦੀ ਜਿਹੜੇ ਬਿਲਕੁਲ ਨਾਸਤਿਕਾਂ ਵੱਲ ਧੱਕ ਕੇ ਲਿਜਾ ਰਹੇ ਨੇ। ਔਰ ਸਾਡਾ ਇੱਕ ਵੱਡਾ ਹਿੱਸਾ ਕਿਤੇ ਨਾ ਕਿਤੇ ਇਸ ਸਾਰੇ ਦੇ ਵਿੱਚ ਉਲਝ ਜਾਂਦਾ। ਔਰ ਮੈਨੂੰ ਅੱਜ ਖੁਸ਼ੀ ਹੋਈ ਦੇਖ ਕੇ ਸੋਸ਼ਲ ਮੀਡੀਆ ਤੇ ਵੀ ਔਰ ਅਦਰਵਾਈਜ਼ ਕਿ 2015 ਦੇ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਸਾਡੇ ਮਹਾਨ ਯੋਧੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਜਿਹੜੇ ਅੰਦਰ ਭਾਵੇਂ ਬੀੜੀਆਂ ਦੇ ਵਿੱਚ ਹੱਥਕੜੀਆਂ 'ਚ ਜਕੜੇ ਹੋਏ ਨੇ
ਉਹ ਸਾਰੀਆਂ ਡਿਵੈਲਪਮੈਂਟਸ ਨੂੰ ਦੇਖਦੇ ਨੇ। ਉਹਨਾਂ ਨੇ ਵੀ ਮਹਿਸੂਸ ਕੀਤਾ ਕਿ ਹਾਲਾਂ ਵਕਤਨ ਬਾ ਵਕਤਨ ਉਹਨਾਂ ਦੇ ਸੁਨੇਹੇ ਆਉਂਦੇ ਰਹਿੰਦੇ ਨੇ। ਉਹਨਾਂ ਦਾ ਵਿਸ਼ੇਸ਼ ਸੁਨੇਹਾ ਜਿਹੜਾ ਜਿਹਦੀ ਬੈਕਗਰਾਉਂਡ ਮੈਂ ਸਾਰੀ ਦੱਸ ਦਿੱਤੀ ਹੈ ਕਿ ਭਾਈ ਉਹਨਾਂ ਨੂੰ ਕਿਉਂ ਇਹ ਸੁਨੇਹਾ ਦੇਣ ਦੀ ਲੋੜ ਪਈ ਕਿ ਔਰ ਉਹਨਾਂ ਦਾ ਉਹ ਸੁਨੇਹਾ ਜਿਹਦਾ ਸਿਰਲੇਖ ਇਹ ਹੈ, ਕੌਮੀ ਆਜ਼ਾਦੀ ਪਹਿਲਾਂ, ਮਰਿਆਦਾ ਦੇ ਮਸਲੇ ਬਾਅਦ ਚ ਹੱਲ ਕਰਾਂਗੇ। ਸੋ ਅਸੀਂ ਸਮਝਦੇ ਹਾਂ ਕਿ ਇਹ ਬਿਲਕੁਲ ਟਾਈਮਲੀ ਹੈ, ਇਸ ਦੇ ਉੱਤੇ ਸਾਨੂੰ ਸਟਿਕ ਕਰਨ ਦੀ ਲੋੜ ਹੈ। ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਪਏ ਜਗਤਾਰ ਸਿੰਘ ਹਵਾਰਾ ਨੇ ਸਿੱਖ ਸੰਗਤਾਂ ਦੇ ਨਾਮ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਮੌਜੂਦਾ ਸਮੇਂ ਵਿੱਚ ਸਿੱਖ ਪੰਥ ਅੰਦਰ ਪੈਦਾ ਹੋ ਰਹੇ ਵਾਦ ਵਿਵਾਦ ਨਾਲ ਪੰਥ ਦਾ ਹੀ ਨੁਕਸਾਨ ਹੋ ਰਿਹਾ ਹੈ ਤੇ ਪੰਥ ਵਿਰੋਧੀ ਲੋਕ ਅਜਿਹੇ ਸਮੇਂ ਪੰਥ ਦੇ ਵਿਚਾਰ ਅਧੀਨ ਮੁੱਦਿਆਂ ਨੂੰ ਉਛਾਲ ਕੇ ਪੰਥ ਦਾ ਨੁਕਸਾਨ ਕਰਦੇ ਹਨ, ਜਿਸ ਤੋਂ ਪੰਥਕ ਆਗੂਆਂ, ਪੰਥਕ ਪ੍ਰਚਾਰਕਾਂ ਅਤੇ ਸਿੱਖ ਸੰਪਰਦਾਵਾਂ ਦੇ ਮੁਖੀ ਸਿੰਘਾਂ ਨੂੰ 20ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਪਿੰਡਰਾਂਵਾਲਿਆਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ, ਜਿਨ੍ਹਾਂ ਨੇ ਪੰਥਕ ਸੋਚ ਨੂੰ ਮੁੱਖ ਰੱਖਦੇ ਹੋਏ ਅਕਾਲ ਤਖਤ ਸਾਹਿਬ ਦੀ ਪ੍ਰਚਲਿਤ ਮਰਿਆਦਾ ਨੂੰ ਆਪਣੇ ਤੌਰ ਤੇ ਬਦਲਣ ਤੋਂ ਸਖਤੀ ਨਾਲ ਮਨ੍ਹਾ ਕੀਤਾ। ਉਹਨਾਂ ਹਮੇਸ਼ਾ ਸੰਸਥਾ ਨਾਲੋਂ ਸਿੱਖ ਪੰਥ ਨੂੰ ਪਹਿਲ ਦਿੱਤੀ। ਭਾਈ ਹਵਾਰਾ ਨੇ ਕਿਹਾ ਕਿ ਅੱਜ ਸਾਨੂੰ ਸਾਰਿਆਂ ਨੂੰ ਆਪਸੀ ਮਤਭੇਦ ਭੁਲਾ ਕੇ ਗੁਰਬਾਣੀ ਦੇ ਮਹਾਵਾਕ ਅਨੁਸਾਰ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ ਨੂੰ ਹਿਰਦੇ ਵਿੱਚ ਵਸਾ ਕੇ ਪੰਥ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਵਿਚਰਨਾ ਚਾਹੀਦਾ ਹੈ, ਜਿਸ ਨਾਲ ਆਪਸੀ ਪ੍ਰੇਮ ਪਿਆਰ ਵਿੱਚ ਹੋਰ ਵਾਧਾ ਹੋਵੇ ਤੇ ਕੌਮੀ ਮੰਜ਼ਿਲ ਦੀ ਪ੍ਰਾਪਤੀ ਲਈ ਇਕਜੁੱਟ ਹੋ ਕੇ ਸੰਘਰਸ਼ ਕਰੀਏ। ਉਹਨਾਂ ਸਭ ਪੰਥ ਦਰਦੀਆਂ ਨੂੰ ਅਪੀਲ ਕੀਤੀ ਕਿ ਮਰਿਆਦਾ ਅਤੇ ਬਾਕੀ ਜੋ ਕੌਮੀ ਮਸਲੇ ਹਨ ਉਹਨਾਂ ਨੂੰ ਕੌਮੀ ਆਜ਼ਾਦੀ ਦੇ ਰਾਹ ਵਿੱਚ ਰੁਕਾਵਟ ਨਾ ਬਣਨ ਦੇਵੋ, ਸਗੋਂ ਇਕਮੁੱਠ ਹੋ ਕੇ ਪਹਿਲਾਂ ਕੌਮ ਨੂੰ ਆਜ਼ਾਦ ਕਰਵਾ ਲਈਏ, ਫਿਰ ਕੌਮ ਸਰਬੱਤ ਖਾਲਸਾ ਰਾਹੀਂ ਮਿਲ ਕੇ ਸਾਰੇ ਕੌਮੀ ਮਸਲੇ ਵੀ ਹੱਲ ਕਰ ਲਵੇਗੀ। ਗੁਰਦੁਆਰਾ ਪੰਜਾ ਸਾਹਿਬ, ਹੇਮਕੁੰਟ ਸਾਹਿਬ ਅਤੇ ਦਸਮ ਗ੍ਰੰਥ ਵਰਗੇ ਸੰਵੇਦਨਸ਼ੀਲ ਮੁੱਦਿਆਂ ਤੇ ਚੱਲ ਰਿਹਾ ਵਾਦ ਵਿਵਾਦ ਬੰਦ ਕੀਤਾ ਜਾਵੇ ਅਤੇ ਕੌਮੀ ਸ਼ਕਤੀ ਨੂੰ ਕੌਮੀ ਆਜ਼ਾਦੀ ਦੀ ਪ੍ਰਾਪਤੀ ਵੱਲ ਲਾਇਆ ਜਾਵੇ। ਅਖੀਰ ਵਿੱਚ ਉਹਨਾਂ ਨੇ ਕਿਹਾ ਕਿ ਗੁਲਾਮ ਕੌਮਾਂ ਨੂੰ ਹਮੇਸ਼ਾ ਦੁਸ਼ਮਣ ਆਪਸ ਵਿੱਚ ਲੜਾ ਕੇ ਕਮਜ਼ੋਰ ਕਰਦਾ ਹੈ, ਜਿਸ ਤੋਂ ਸਾਨੂੰ ਬਚਣ ਦੀ ਲੋੜ ਹੈ। ਮੈਂ ਸਮਝਦਾ ਵੀ ਇਹ ਮੁਕੰਮਲ ਮੈਸੇਜ ਹੈ ਔਰ ਇਸ ਤੇ ਸਾਨੂੰ ਸਭ ਨੂੰ ਅਮਲ ਦਰਾਮਦ ਕਰਨ ਦੀ ਲੋੜ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿੱਖ ਫੈਡਰੇਸ਼ਨ ਯੂਕੇ ਖਾਲਸਾ ਰਾਜ ਦੀ ਪ੍ਰਾਪਤੀ ਅਤੇ ਸਿੱਖ ਹੱਕਾਂ ਲਈ ਲਗਾਤਾਰ ਜੂਝ ਰਹੀ ਇੱਕੋ ਇੱਕ ਪੰਥਕ ਅਤੇ ਰਾਜਨੀਤਿਕ ਜਥੇਬੰਦੀ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿੱਖ ਫੈਡਰੇਸ਼ਨ ਯੂਕੇ ਵੱਲੋਂ 15 ਸਤੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਸਹਿਜਲੀ ਸਟਰੀਟ, ਵੁਲਵਰਹੈਂਪਟਨ ਵਿਖੇ ਬੜੇ ਵੱਡੇ ਪੱਧਰ ਤੇ ਸਾਲਾਨਾ ਕਨਵੈਨਸ਼ਨ ਕੀਤੀ ਜਾ ਰਹੀ ਹੈ। ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਦੇਸਾਂ ਵਿਦੇਸਾਂ ਤੋਂ ਰਾਜਨੀਤਿਕ ਸ਼ਖਸੀਅਤਾਂ, ਕੌਮੀ ਲੀਡਰ ਅਤੇ ਪੰਥਕ ਬੁਲਾਰੇ ਪਹੁੰਚ ਰਹੇ ਨੇ। ਸੋ ਪਿਆਰੇ ਖਾਲਸਾ ਜੀ, 15 ਸਤੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਗੁਰਦੁਆਰਾ ਸਹਿਜਲੀ ਸਟਰੀਟ, ਵੁਲਵਰਹੈਂਪਟਨ ਵਿਖੇ ਹੁਮ-ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ। ਵਧੇਰੇ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੀਆਂ ਈਸਟ ਕੋਸਟ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਆਉਣ ਵਾਲੀ 6, 7 ਤੇ 8 ਤਰੀਕ ਨੂੰ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਵਿਖੇ ਭਾਈ ਬਲਵਿੰਦਰ ਸਿੰਘ ਜਟਾਣਾ, ਚਰਨਜੀਤ ਸਿੰਘ ਚੰਨਾ, ਬਲਵੀਰ ਸਿੰਘ ਫੌਜੀ, ਭਾਈ ਅਨੋਖ ਸਿੰਘ ਬੱਬਰ, ਭਾਈ ਦਿਲਾਵਰ ਸਿੰਘ ਬੱਬਰ
ਤੇ ਨਾਲ ਦੀ ਨਾਲ ਭਾਈ ਜਸਵੰਤ ਸਿੰਘ ਖਾਲੜਾ ਇਹਨਾਂ ਸਮੂਹ ਦਾ ਸ਼ਹਾਦਤ ਦਾ ਦਿਹਾੜਾ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਸਮੁੱਚੀਆਂ ਸਿੱਖ ਸੰਗਤਾਂ ਪੰਥਕ ਜਥੇਬੰਦੀਆਂ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀਆਂ ਵੱਲੋਂ ਬਹੁਤ ਹੀ ਵੱਡੇ ਪੱਧਰ ਤੇ ਜਾਹੋ ਜਲਾਲ ਦੇ ਨਾਲ ਮਨਾਇਆ ਜਾ ਰਿਹਾ ਆ। ਕੁਝ ਸਾਡੇ ਬੰਦੀ ਸਿੰਘ ਜਿਹੜੇ ਅੱਜ ਵੀ ਜੇਲ੍ਹਾਂ ਦੇ ਵਿੱਚ ਬੈਠੇ 30 35 ਸਾਲਾਂ ਤੋਂ ਅਸੀਂ ਉਹ ਦਿਹਾੜਾ ਗੁਰਦੁਆਰਾ ਸਾਹਿਬ ਸਿੱਖ ਕਲਚਰ ਵਿਖੇ ਮਨਾ ਰਹੇ ਆ। ਆਪ ਜੀ ਨੂੰ ਸਮੂਹ ਨੂੰ ਬੇਨਤੀ ਆ ਵੱਧ ਚੜ ਕੇ ਆਪਣੇ ਯੋਧਿਆਂ ਨੂੰ ਯਾਦ ਕਰਨ ਲਈ 3 ਦਿਨ ਅਖੰਡ ਪਾਠ ਸਾਹਿਬ ਆਰੰਭ ਹੋਣਗੇ। 8 ਤਰੀਕ ਐਤਵਾਰ ਨੂੰ ਭੋਗ ਪੈਣਗੇ। ਵੱਧ ਤੋਂ ਵੱਧ ਹਾਜ਼ਰੀਆਂ ਲਵਾਓ, ਸ਼ਹੀਦਾਂ ਨੂੰ ਪ੍ਰਣਾਮ ਕਰੋ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜ਼ਿੰਦਗੀ ਧਰਮ ਤੋਂ ਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 7 ਸਤੰਬਰ 2024 ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗ੍ਰੀਨਵੁੱਡ ਇੰਡੀਆਨਾ ਵਿਖੇ ਕੱਢਿਆ ਜਾ ਰਿਹਾ ਹੈ। ਨਗਰ ਕੀਰਤਨ ਸਵੇਰੇ 11 ਵਜੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਵੇਗਾ। ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਹਿੰਮਤ ਸਿੰਘ ਨਿਊਯਾਰਕ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਨਗੇ। ਐਤਵਾਰ ਦੇ ਮੁੱਖ ਦੀਵਾਨ ਵਿੱਚ ਵੀ ਪੰਥਕ ਵਿਚਾਰਾਂ ਹੋਣਗੀਆਂ। ਭਾਈ ਹਰਪਾਲ ਸਿੰਘ ਫਤਿਹਗੜ੍ਹ ਸਾਹਿਬ, ਭਾਈ ਪਰਮਪਾਲ ਸਿੰਘ, ਭਾਈ ਦਵਿੰਦਰ ਸਿੰਘ ਸ਼ਾਂਤ 6, 7, 8 ਸਤੰਬਰ ਨੂੰ ਖਾਸ ਤੌਰ ਤੇ ਗੁਰੂ ਘਰ ਵਿਖੇ ਹਾਜ਼ਰੀ ਲਵਾਉਣਗੇ। ਘੱਲੂਘਾਰਾ 1984 ਦੀ 40ਵੀਂ ਵਰ੍ਹੇਗੰਢ ਨੂੰ ਮੁੱਖ ਰੱਖਦਿਆਂ ਗੁਰੂ ਘਰ ਵਿਖੇ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਵਿਸ਼ੇਸ਼ ਪ੍ਰਦਰਸ਼ਨੀ ਲਾਈ ਜਾਵੇਗੀ। ਆਪ ਸਭ ਨੂੰ ਪਰਿਵਾਰਾਂ ਸਮੇਤ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕੈਨੇਡਾ ਦੇ ਹਵਾਲੇ ਨਾਲ ਕਿ ਮੀਡੀਆ ਰਿਪੋਰਟਾਂ ਅਨੁਸਾਰ ਕੈਨੇਡਾ ਦੀ ਐਨਡੀਪੀ ਪਾਰਟੀ ਨੇ ਜਸਟਨ ਟਰੂਡੋ ਦੀ ਸਰਕਾਰ ਤੋਂ ਹਮਾਇਤ ਵਾਪਸ ਲੈ ਲਈ ਹੈ ਔਰ ਐਨਡੀਪੀ ਪਾਰਟੀ ਦੇ ਲੀਡਰ ਜਗਮੀਤ ਸਿੰਘ ਹੋਰਾਂ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਸੀਂ ਲਿਬਰਲ ਪਾਰਟੀ ਸਰਕਾਰ ਨੂੰ ਦਿੱਤੀ ਆਟੋਮੈਟਿਕ ਹਮਾਇਤ ਵਾਪਸ ਲੈ ਰਹੇ ਹਾਂ ਔਰ ਵੇਖਣਾ ਇਹ ਹੈ ਕਿ ਜਸਟਨ ਟਰੂਡੋ ਦੀ ਸਰਕਾਰ ਇਸ ਵਰ੍ਹੇ ਵਿੱਚ ਹੀ ਚੋਣਾਂ ਕਰਵਾਉਣ ਤੇ ਮਜਬੂਰ ਹੋਏਗੀ। ਵੈਸੇ ਅਕਤੂਬਰ 2025 ਵਿੱਚ ਕੈਨੇਡੀਅਨ ਪਾਰਲੀਮੈਂਟ ਲਈ ਚੋਣਾਂ ਹੋਣੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੈਨੇਡਾ ਦੇ ਵਿੱਚ ਕਿਸੇ ਵੀ ਕਿਸਮ ਦੀਆਂ ਜਿਹੜੀਆਂ ਸਿਆਸੀ ਡਿਵੈਲਪਮੈਂਟਸ ਨੇ ਉਹ ਸਾਡੇ ਲਈ ਬਹੁਤ ਅਹਿਮੀਅਤ ਰੱਖਦੀਆਂ ਨੇ, ਕਿਉਂਕਿ ਕੈਨੇਡਾ ਇਸ ਵੇਲੇ ਇੰਡੀਅਨ ਖੁਫੀਆ ਏਜੰਸੀਆਂ ਦੀ ਇੱਕ ਲੈਬੋਰਟਰੀ ਹੈ ਜਿੱਥੇ ਉਹਨਾਂ ਨੇ ਡਾਇਸਪੋਰਾ ਸਿੱਖਾਂ ਦੀ ਆਵਾਜ਼ ਨੂੰ ਬੰਦ ਕਰਨ ਦੇ ਲਈ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈਂਦਿਆਂ ਭਾਈ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਕੀਤਾ ਔਰ ਲਗਾਤਾਰਤਾ ਨਾਲ ਕੈਨੇਡਾ ਦੇ ਉੱਤੇ ਉਹਨਾਂ ਨੇ ਆਪਣਾ ਦਬਾਅ ਬਣਾਇਆ ਹੋਇਆ। ਅਸੀਂ ਕੱਲ੍ਹ ਵੀ ਇੱਕ ਸੈਗਮੈਂਟ ਇਸ ਦੇ ਉੱਤੇ ਕੀਤਾ ਸੀ ਕਿ ਈਵਨ 29 ਅਗਸਤ ਨੂੰ ਉਹਨਾਂ ਦੇ ਹਾਈ ਕਮਿਸ਼ਨ ਵਰਮਾ ਨੇ ਜਿਹੜਾ 6 ਫਾਰ ਜਸਟਿਸ ਨੂੰ ਯੂਆਪਾ ਦੇ ਥੱਲੇ ਦਹਿਸ਼ਤਗਰਦ ਔਰ ਐਲਾਨਣ ਵਾਲਾ ਜਿਹੜਾ ਸਰਕੂਲਰ ਜਾਂ ਜਿਹੜਾ ਉਹਨਾਂ ਦਾ ਨੋਟਿਸ ਹੈ ਉਹ ਵੀ ਭੇਜਿਆ। ਇਹ ਸਿੱਧੇ ਤੌਰ ਤੇ ਅਗੇਨ ਵਾਇਲੇਸ਼ਨ ਹੈ ਜਿਹੜੀ ਓਵਰਆਲ ਕੈਨੇਡਾ ਦੀ ਸੋਵਰਨਿਟੀ ਔਰ ਇੰਟਰਨੈਸ਼ਨਲ ਲਾਅ ਦੀ। ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਗਾਇਕ ਢਿੱਲੋਂ ਜਿਹੜੇ ਨੇ ਉਹਦੇ ਘਰ ਦੇ ਬਾਹਰ ਫਾਇਰਿੰਗ ਔਰ ਦੂਸਰਾ ਉਹ ਵੀ ਕੰਟੀਨਿਊਟੀ ਹੈ, ਜਿਵੇਂ ਉਹਨਾਂ ਨੇ ਗਿੱਪੀ ਗਰੇਵਾਲ ਔਰ ਦੂਸਰਿਆਂ ਦੇ ਘਰਾਂ ਦੇ ਬਾਹਰ ਫਾਇਰਿੰਗ ਕੀਤੀ ਸੀ। ਫਿਰ ਅਸੀਂ ਇੰਦਰਜੀਤ ਸਿੰਘ ਗੋਸਲ ਜਿਹੜੇ ਹਰਦੀਪ ਸਿੰਘ ਨਿੱਜਰ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੇ ਝੰਡਾ ਬਰਦਾਰ ਨੇ ਕੈਨੇਡਾ 'ਚ, ਉਹਨਾਂ ਨੂੰ ਡਿਊਟੀ ਟੂ ਵਾਰ ਨੋਟਿਸ ਕੈਨੇਡੀਅਨ ਏਜੰਸੀਆਂ ਨੇ ਦਿੱਤਾ। ਉਸ ਤੋਂ ਪਹਿਲਾਂ ਉਹਨਾਂ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਸੀ। ਸੋ ਇਹ ਕਿਉਂਕਿ ਉਹਨਾਂ ਨੇ ਇਹਦੇ ਬਾਵਜੂਦ ਕਿ ਜਸਟਨ ਟਰੂਡੋ ਨੇ ਪਾਰਲੀਮੈਂਟ 'ਚ ਖਲੋ ਕੇ ਭਾਰਤ ਨੂੰ ਜ਼ਿੰਮੇਵਾਰ ਦੱਸਿਆ ਸੀ ਹਰਦੀਪ ਸਿੰਘ ਨਿੱਜਰ ਦੀ ਮਰਡਰ ਲਈ, ਲੇਕਿਨ ਉਹਨਾਂ ਨੇ ਕੋਈ ਉਹ ਜਿਹੜਾ ਦਬਾਅ ਹੈ ਉਸ ਨੂੰ ਘਟਾਇਆ ਨਹੀਂ ਹੈ। ਰਾਦਰ ਉਹ ਲਗਾਤਾਰਤਾ ਦੇ ਨਾਲ ਜਿਹੜੇ ਨੇ ਇਸ ਕਿਸਮ ਦੇ ਐਗਰੈਸਰ ਐਕਟ ਵਾਇਲੈਂਸ ਦੇ ਵੀ ਗੈਂਗਸਟਰਾਂ ਰਾਹੀਂ ਔਰ ਦੂਸਰਿਆਂ ਰਾਹੀਂ ਕਰਵਾ ਰਹੇ ਨੇ। ਜਸਟਨ ਟਰੂਡੋ ਸੈਕੰਡ ਟਰਮ ਪ੍ਰਾਈਮ ਮਿਨਿਸਟਰ, ਉਹਨਾਂ ਦੀ ਪਾਰਟੀ ਜਿਹੜੀ ਹੈ ਉਹ ਐਬਸੋਲੂਟ ਮੈਜੋਰਿਟੀ ਨਹੀਂ ਲੈ ਸਕੀ ਔਰ ਉਹਨਾਂ ਨੂੰ ਮੈਜੋਰਿਟੀ ਦੇ ਫੈਸਲੇ ਲੈਣ ਦੇ ਲਈ ਜਿਹੜੇ ਵੀ ਬਿੱਲ ਪੇਸ਼ ਹੁੰਦੇ ਨੇ ਉਸ ਦੇ ਲਈ ਐਨਡੀਪੀ ਪਾਰਟੀ, ਜਿਸ ਨੂੰ ਜਗਮੀਤ ਸਿੰਘ, ਇੱਕ ਅੰਮ੍ਰਿਤਧਾਰੀ ਸਿੰਘ ਜਿਹੜੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ 'ਚ ਯਕੀਨ ਰੱਖਦੇ ਨੇ,
ਸਾਨੂੰ ਫਖਰ ਔਰ ਮਾਣ ਹੈ ਕਿ ਸਾਡਾ ਜਿਹੜਾ ਲਾਸਟ ਅਸੀਂ TV 84 ਦਾ ਗਾਲਾ ਕੀਤਾ ਉਸ ਦੇ ਸਾਡੇ ਮੁੱਖ ਮਹਿਮਾਨ ਵੀ ਸਨ ਔਰ ਉਹਨਾਂ ਨੇ ਬੜੇ ਚੰਗੇ ਅੰਦਾਜ਼ ਜਦੋਂ ਓਨਟਾਰੀਓ ਦੇ ਉਹ ਜਿਹੜੇ ਨੇ MPP ਸਨ ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ, ਉਹਨਾਂ ਨੇ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦਾ ਮਤਾ ਲਿਆਂਦਾ, ਭਾਵੇਂ ਉਹ ਫੇਲ ਹੋਇਆ ਉਦੋਂ, ਪਰ ਬਾਅਦ ਦੇ ਵਿੱਚ ਲਿਬਰਲ ਪਾਰਟੀ ਦੀ ਬੀਬੀ ਮੱਲੀ ਰਾਹੀਂ ਉਹ ਪਾਸ ਕਰਵਾਇਆ ਔਰ ਉਹ ਜਿਸ ਅੰਦਾਜ਼ ਦੇ ਵਿੱਚ ਆਰਟੀਕੂਲੇਟ ਕਰਦੇ ਨੇ, ਇੰਡੀਆ ਨੇ ਉਹਨਾਂ ਦਾ ਵੀਜ਼ਾ ਵੀ ਜਿਹੜਾ ਉਹ ਖੋਇਆ ਹੋਇਆ ਹੈ ਔਰ ਇਹ ਵੀ ਇਨਰ ਜਿਹੜਾ ਉਹਨਾਂ ਨੇ ਡਿਸਕਲੋਜ਼ ਕੀਤਾ ਸੀ ਕਿ ਹਰਦੀਪ ਸਿੰਘ ਨਿੱਜਰ ਤੋਂ ਬਾਅਦ ਜਿਹੜੇ ਹੋਰ ਟਾਰਗੇਟ ਤੇ ਸਨ ਇੰਡੀਅਨ ਇਸ ਕਿਲਿੰਗ ਗੈਂਗ ਦੇ, ਉਹਨਾਂ 'ਚ ਜਗਮੀਤ ਸਿੰਘ ਵੀ ਸਨ। ਸੋ ਕਿਉਂਕਿ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਪ੍ਰਮੁੱਖ ਪਾਰਟੀਆਂ ਤਾਂ ਜਿਹੜੀਆਂ ਹਕੂਮਤ 'ਚ ਆਉਂਦੀਆਂ ਨੇ ਉਹ ਪ੍ਰਮੁੱਖ ਤੌਰ ਤੇ ਜਾਂ ਲਿਬਰਲ ਜਾਂ ਕੰਜ਼ਰਵੇਟਿਵ ਹੈ। ਦੋ ਪਾਰਟੀਆਂ ਜਿਨ੍ਹਾਂ 'ਚ ਇੱਕ ਦਾ ਨੰਬਰ ਕਾਫੀ ਸਟਰੋਂਗ ਹੁੰਦਾ ਹੈ, ਬਲਾਕ ਕਿਊਬੇਕੋਇਸ, ਇਹ ਕਿਊਬੈਕ ਦੀ ਸਿਆਸੀ ਧਿਰ ਹੈ ਜਿਹੜੀ ਕਿਊਬੈਕ ਨੂੰ ਕੈਨੇਡਾ ਤੋਂ ਆਜ਼ਾਦ ਕਰਵਾਉਣਾ ਚਾਹੁੰਦੀ ਹੈ। ਇੱਕ ਸਟੇਜ ਤੇ ਉਹਨਾਂ ਦੇ 35-36 MP ਸੀ, ਹੁਣ ਮੈਨੂੰ ਐਗਜ਼ੈਕਟ ਨਹੀਂ ਪਤਾ ਕਿੰਨਾ ਹੈ, ਲੇਕਿਨ ਉਹ ਇੱਕ ਪਾਰਟੀ ਹੈ। ਔਰ ਇਸੇ ਤਰ੍ਹਾਂ NDP ਨੈਸ਼ਨਲ ਡੈਮੋਕ੍ਰੈਟਿਕ ਪਾਰਟੀ, ਜਿਹਦਾ ਬੇਸ ਕਿਸੇ ਸਟੇਜ ਤੇ ਸਿਰਫ ਬ੍ਰਿਟਿਸ਼ ਕੋਲੰਬੀਆ ਤੱਕ ਹੀ ਹੁੰਦਾ ਸੀ, ਫਿਰ ਜਗਮੀਤ ਸਿੰਘ ਰਾਹੀਂ ਓਨਟਾਰੀਓ ਔਰ ਦੂਸਰੀ ਥਾਂ ਤੇ ਪਹੁੰਚਿਆ ਔਰ ਹੁਣ ਉਹਨਾਂ ਦੇ ਜਿਹੜੇ ਨੇ ਉਹ ਸਾਈਜ਼ੇਬਲ MP ਨੇ, ਉਨੇ ਸਾਈਜ਼ੇਬਲ ਜਿਹੜੇ ਕਿ ਕਿਸੇ ਵੀ ਬਿੱਲ ਨੂੰ ਪਾਸ ਕਰਵਾਉਣ ਦੇ ਲਈ ਜਸਟਿਨ ਟਰੂਡੋ ਦੀ ਪਾਰਟੀ ਨੂੰ ਜੇ ਉਹ ਹਮਾਇਤ ਦਿੰਦੇ ਨੇ ਤੇ ਉਹ ਬਿੱਲ ਪਾਸ ਹੋ ਜਾਂਦਾ। ਸੋ ਇੱਕ ਪਾਸੇ ਬਲਾਕ ਕਿਊਬੇਕੋਇਸ ਔਰ ਕੰਜ਼ਰਵੇਟਿਵ ਪਾਰਟੀ ਹੈ ਔਰ ਦੂਸਰੇ ਪਾਸੇ ਜਿਹੜਾ ਹੈ ਇਹ NDP ਦੀ ਹਮਾਇਤ ਔਰ ਆਟੋਮੈਟਿਕ ਸਪੋਰਟ ਦਾ ਮਤਲਬ ਜਦੋਂ NDP ਦੇ ਨਾਲ ਅਲਾਈਅੰਸ ਕੋਈ, ਹਾਲਾਂਕਿ NDP ਦਾ ਕੋਈ ਮਿਨਿਸਟਰ ਜਾਂ ਦੂਜੇ ਕੋਈ ਕੋਲੀਸ਼ਨ ਗਵਰਨਮੈਂਟ ਨਹੀਂ ਹੈ, ਬਾਹਰੋਂ ਰਹਿ ਕੇ ਹਮਾਇਤ ਹੈ, ਲੇਕਿਨ ਇਸ ਸਭ ਚੋਂ ਕਿਉਂਕਿ ਅਸੀਂ ਤਾਂ ਜਗਮੀਤ ਸਿੰਘ ਨੂੰ ਇੱਕ ਸਿੱਖ ਜਾਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਹਾਮੀ ਜਾਂ ਅੰਮ੍ਰਿਤਧਾਰੀ ਸਿੰਘ ਹੋਣ ਦੇ ਨਾਤੇ ਪਿਆਰ ਕਰਦੇ ਹਾਂ, ਪਰ NDP ਪਾਰਟੀ ਜਿਹੜੀ ਕਿ ਆਮ ਲੇਬਰ ਔਰ ਆਮ ਲੋਕਾਂ ਦੀ ਪਾਰਟੀ ਰਹੀ ਹੈ ਬ੍ਰਿਟਿਸ਼ ਕੋਲੰਬੀਆ 'ਚ, ਜਿਸ ਦੀ ਹਕੂਮਤ ਵੀ NDP ਦੀ ਉਹ ਬ੍ਰਿਟਿਸ਼ ਕੋਲੰਬੀਆ 'ਚ ਸੀ। 90s ਜਦੋਂ ਮੈਂ ਪਹਿਲੀ ਵਾਰ ਗਿਆ ਤਾਂ ਲੋਕਲ ਬ੍ਰਿਟਿਸ਼ ਕੋਲੰਬੀਆ 'ਚ ਉਹਨਾਂ ਦਾ ਸੀ, ਉਹਨਾਂ ਦੀ ਸੋਸ਼ਲ ਵੈਲਫੇਅਰ ਮਿਨਿਸਟਰ ਪੈਨੀ ਪ੍ਰੈਟੀ ਸੀ, ਉਹਨਾਂ ਦੀ ਲੋਕਲ MLA ਸੂ ਹੈਮਲ, ਔਰ ਇਹ ਸਾਰੇ ਜਿਹੜੇ ਨੇ ਸਿੱਖ ਸਮਾਗਮਾਂ ਤੇ ਆਉਂਦੇ ਸੀ। ਪਰ ਇਹਨਾਂ ਦਾ ਏਜੰਡਾ ਮੋਰ ਇਹਨੂੰ ਇੱਕ ਜ਼ਮਾਨੇ 'ਚ ਕੈਨੇਡਾ ਦੀ ਕਮਿਊਨਿਸਟ ਪਾਰਟੀ ਦੇ ਵਾਂਗ ਹੀ ਦੇਖਿਆ ਜਾਂਦਾ ਸੀ ਕਿ ਬਈ ਇਹ ਇਹਨਾਂ ਦੀ ਧਿਰ ਹੈ। ਸੋ ਜਗਮੀਤ ਸਿੰਘ ਨੇ ਜੇ ਆਟੋਮੈਟਿਕ ਸਪੋਰਟ ਦਿੱਤੀ ਤੇ ਉਹਨੇ ਜਿਹੜੇ ਕੈਨੇਡੀਅਨ ਆਮ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦੇ ਨੇ ਉਹਨਾਂ ਦੇ ਉੱਤੇ ਕੰਸੈਸ਼ਨ ਵੀ ਲਏ। ਜਿਵੇਂ ਜਗਮੀਤ ਸਿੰਘ ਜਾਂ NDP ਪਾਰਟੀ ਦਾ ਇੱਕ ਸਟਾਂਸ ਸੀ ਕਿ ਜਿਹੜੀ ਹੈਲਥ ਇੰਸ਼ੋਰੈਂਸ ਹੈ, ਹੁਣ ਅਮਰੀਕਾ 'ਚ ਅਸੀਂ ਦੇਖਦੇ ਹਾਂ ਕਿ ਦੰਦ ਕਢਵਾਣੇ ਹੋਣ ਤਾਂ ਬੰਦਾ ਜਿਹੜਾ ਕਹਿੰਦਾ ਇਹਦੇ ਕੋਲੋਂ ਤਾਂ ਬੁੱਟਾਂ ਦੇ ਨਾਲ ਹੀ ਖਾਈ ਜਾਈਏ, ਇੰਨੇ ਮਹਿੰਗੇ, ਜਾਂ ਜਾ ਕੇ ਜਦੋਂ ਕਈ ਵਾਪਸ ਜਾਂਦੇ ਨੇ ਆਪਣੇ ਵਤਨਾਂ ਨੂੰ ਉੱਥੋਂ ਕਢਵਾ ਕੇ ਆਉਂਦੇ ਨੇ। ਸੋ ਇਹ ਜਗਮੀਤ ਸਿੰਘ ਦੀ ਬਦੌਲਤ ਹੈ ਕਿ ਕੈਨੇਡੀਅਨ ਇੰਸ਼ੋਰੈਂਸ ਪਾਲਿਸੀ ਦੇ ਵਿੱਚ ਫੈਡਰਲ ਲੈਵਲ ਦੇ ਉੱਤੇ ਵੈਲਫੇਅਰ ਸਟੇਟ ਹੈ, ਮੈਡੀਕਲ ਇੰਸ਼ੋਰੈਂਸ ਤਾਂ ਹੈ ਹੀ ਸੀ, ਡੈਂਟਲ ਨੂੰ ਵੀ ਉਹਦਾ ਹਿੱਸਾ ਬਣਾਇਆ ਗਿਆ ਜਿਹੜਾ 100% ਲੋਕਾਂ ਨੂੰ ਜਿਹੜਾ ਹੈ ਉਹ ਡੈਂਟਲ ਇੰਸ਼ੋਰੈਂਸ ਦੀ ਜਿਹੜੀ ਹੈ ਉਹ ਫੈਸਿਲਿਟੀ ਹਾਸਲ ਹੋਈ ਹੈ। ਇਵੇਂ ਹੀ ਹੋਰ ਵੀ ਬਹੁਤ ਸਾਰੇ ਮੇਸ਼ਰਸ ਨੇ ਜਿਹਦੇ ਥੱਲੇ ਉਹਨਾਂ ਨੇ ਕੰਸੈਸ਼ਨ ਲਏ ਨੇ। ਸੋ ਕਿਉਂਕਿ ਜਗਮੀਤ ਸਿੰਘ ਕੋਈ ਇਕੱਲਾ ਸਿੱਖਾਂ ਦੀ ਨੁਮਾਇੰਦਗੀ ਨਹੀਂ ਕਰਦਾ, ਸਿੱਖ ਤਾਂ ਬਹੁਤ ਥੋੜੀ ਪਰਸੈਂਟੇਜ ਹੈ, ਮੇਨ ਸਟ੍ਰੀਮ ਜਿਨ੍ਹਾਂ ਨੇ ਉਹਨਾਂ ਨੂੰ, ਔਰ ਖੁਦ ਵੀ ਉਹ ਬ੍ਰਿਟਿਸ਼ ਕੋਲੰਬੀਆ ਤੋਂ ਜਿੱਤ ਕੇ ਆਇਆ। ਹੁਣ ਕਿਉਂਕਿ ਬੇਸ਼ੱਕ ਇਲੈਕਸ਼ਨਾਂ ਤਾਂ ਅਕਤੂਬਰ 2025 ਚ ਹੋਣੀਆਂ ਨੇ ਕੈਨੇਡੀਅਨ ਪਾਰਲੀਮੈਂਟ ਦੀਆਂ, ਪਰ ਕਿਉਂਕਿ ਪੋਲ ਸਰਵੇ ਔਰ ਦੂਜੇ ਆਉਂਦੇ ਨੇ, ਇਸ ਵੇਲੇ ਜਿਹੜੇ ਪੋਲ ਸਰਵੇ ਨੇ ਉਹ ਕੰਜ਼ਰਵੇਟਿਵ ਪਾਰਟੀ ਨੂੰ ਜਿਹੜਾ ਹੈ ਉਹ ਨੈਕਸਟ ਹਕੂਮਤ ਬਣਾਉਣ ਦਾ ਦੱਸ ਰਹੇ ਨੇ ਔਰ ਲਿਬਰਲ ਪਾਰਟੀ ਦੀ ਹਮਾਇਤ ਜਿਹੜੀ ਹੈ ਉਹ ਘਟਦੀ ਚਲੀ ਜਾ ਰਹੀ ਹੈ। ਔਰ ਉਹਦੇ 'ਚ ਬਹੁਤ ਸਾਰੇ ਕਾਰਨ ਨੇ ਕਿ ਇਕਨੋਮੀ ਕੈਨੇਡਾ 'ਚ ਇੱਕਦਮ ਮਹਿੰਗਾਈ ਬਹੁਤ ਵਧੀ ਹੈ, ਚੀਜ਼ਾਂ ਦੇ ਭਾਅ ਬਹੁਤ ਨੇ, ਅਨਇੰਪਲੋਇਮੈਂਟ ਹੈ, ਔਰ ਜਿਵੇਂ ਇਮੀਗ੍ਰੇਸ਼ਨ ਇਸ਼ੂ ਇੱਕ ਆਲਮੋਸਟ ਅਮਰੀਕਾ ਦਾ ਵੀ ਬਣਿਆ ਹੋਇਆ ਹੈ ਔਰ ਕੈਨੇਡਾ ਦਾ ਵੀ, ਆਸਟ੍ਰੇਲੀਆ ਦਾ ਵੀ, ਕਿਤੇ ਨਾ ਕਿਤੇ ਯੂਰਪ ਦੇ ਵਿੱਚ ਤਾਂ ਉਹਦੇ ਬੇਸ ਤੇ ਰਾਈਟ ਹੋਣ ਤੱਕ UK 'ਚ ਹੋਏ ਨੇ ਰਾਈਟ ਇੱਕ ਹਫ਼ਤਾ ਆਲਮੋਸਟ, ਜਰਮਨੀ 'ਚ ਵੀ ਐਕਸਟ੍ਰੀਮ ਰਾਈਟ ਵਿੰਗਰ ਆਏ। ਸੋ ਹੁਣ ਜਗਮੀਤ ਸਿੰਘ ਦੀ ਬੇਸ਼ੱਕ ਅਸੀਂ ਸਮਝਦੇ ਹਾਂ ਵੀ ਜਸਟਿਨ ਟਰੂਡੋ ਔਰ ਜਗਮੀਤ ਸਿੰਘ ਦੀ ਆਪਸੀ ਅੰਡਰਸਟੈਂਡਿੰਗ ਵੀ, ਔਰ ਜਿਵੇਂ ਜਸਟਿਨ ਟਰੂਡੋ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਤੇ ਸਟੈਂਡ ਲਿਆ ਔਰ ਪਬਲਿਕ ਇਨਕੁਆਇਰੀ ਜਿਹਦੇ 'ਚ ਇੰਡੀਆ ਨੂੰ ਵੀ ਸ਼ਾਮਲ ਕੀਤਾ ਗਿਆ ਕਿ ਭਾਈ ਜਿਵੇਂ ਰਸ਼ੀਆ, ਚਾਈਨਾ, ਈਰਾਨ ਇੰਟਰਫੀਅਰ ਕਰਦੇ ਨੇ, ਇਹ ਜਿਹੜਾ ਇੱਕ ਬਹੁਤ ਪੋਜ਼ਿਟਿਵ ਮੇਸ਼ਰ ਸੀ। ਲੇਕਿਨ ਅਲਟੀਮੇਟਲੀ ਹਰ ਇੱਕ ਨੇ ਆਪਣੇ
ਪਾਰਟੀ ਇੰਟਰਸਟ ਦੇਖਣੇ ਨੇ। ਜੀ। ਸੋ ਜਗਮੀਤ ਸਿੰਘ ਹੋਰਾਂ ਨੂੰ ਵੀ ਇਹ ਲੱਗਾ ਕਿ ਵੀ ਇਹ ਜੇ ਹੁਣ ਇਹ ਨਾ ਹੋਏ ਵੀ ਜੇ ਟਰੂਡੋ ਦੀ ਬੇੜੀ ਡੁੱਬ ਰਹੀ ਹੈ ਤੇ ਅਸੀਂ ਵੀ ਇਹਨਾਂ ਦੇ ਨਾਲ ਲੱਗੇ ਹੋਏ ਹਾਂ, ਨਾਲ ਹੀ ਡੁੱਬੀਏ, ਆਪਣੀ ਜਿਹੜੀ ਕਨਸਟੀਚੁਐਂਸੀ ਹੈ ਉਹਨੂੰ ਅਸੀਂ ਕਾਇਮ ਰੱਖੀਏ। ਸੋ ਹੁਣ ਇਹ ਨਹੀਂ ਹੈ ਵੀ ਉਹਨੇ ਬਿਲਕੁਲ ਜਸਟਿਨ ਟਰੂਡੋ ਤੋਂ ਨੂੰ ਕਿਹਾ ਵੀ ਅਸੀਂ ਵਿਰੋਧ ਕਰਾਂਗੇ ਉਹਨਾਂ ਦਾ, ਉਹਨਾਂ ਨੇ ਕਿਹਾ ਇਸ਼ੂ ਬੇਸਡ ਸਪੋਰਟ। ਹੁਣ ਇਸ਼ੂ ਬੇਸਡ ਦਾ ਮਤਲਬ ਇਹ ਹੈ ਕਿ ਉਹਨਾਂ ਨੇ ਆਪਣੀਆਂ ਨੀਤੀਆਂ ਨੂੰ ਇੰਡੀਪੈਂਡੈਂਟਲੀ ਆਪਣੇ ਵੋਟਰਾਂ ਦਾ, ਕਿਉਂਕਿ ਐਜ਼ ਏ ਪਾਰਟੀ ਲੀਡਰ ਉਹਨਾਂ ਦੀ ਕਾਰਗੁਜ਼ਾਰੀ ਤਾਂ ਇਹ ਦੇਖੀ ਜਾਏਗੀ ਕਿ ਜਿੰਨੀਆਂ ਸੀਟਾਂ ਹੁਣ ਨੇ, ਜਦੋਂ ਅਕਤੂਬਰ 2025 ਚ ਚੋਣਾਂ ਹੋਣੀਆਂ ਨੇ ਉਦੋਂ ਉਹ ਆਪਣੀ ਪਾਰਟੀ ਨੂੰ ਕਿੰਨੀਆਂ ਸੀਟਾਂ ਦਿਵਾ ਸਕਦੇ ਨੇ। ਸੋ ਇਸ ਲਈ ਬੜਾ ਕੌਸ਼ੀਅਸ ਉਹਨਾਂ ਦਾ ਮੈਸੇਜ ਹੈ, ਪਰ ਇੱਕ ਸ਼ੌਕਿੰਗ ਵੀ ਹੈ। ਔਰ ਇਸ ਲਈ ਰॉयटर ਜਿਹੜੀ ਗਲੋਬਲ ਨਿਊਜ਼ ਏਜੰਸੀ ਹੈ ਉਸ ਨੇ ਇਹਨੂੰ ਕਵਰ ਕੀਤਾ। ਹੈਡਲਾਈਨ ਹੀ ਰॉयटर ਦੀ ਨਿਊਜ਼ ਦਾ ਇਹ ਹੈ, ਕੈਨੇਡੀਅਨ ਪ੍ਰਾਈਮ ਮਿਨਿਸਟਰ ਟਰੂਡੋ ਵੀਕਨਡ ਆਫਟਰ ਕੀ ਐਲਾਈ ਵਿਦਡਰਾਜ਼ ਆਟੋਮੈਟਿਕ ਸਪੋਰਟ। ਕਿ ਵੀ ਜਸਟਿਨ ਟਰੂਡੋ ਕਮਜ਼ੋਰ ਹੋ ਗਿਆ ਬਿਲਕੁਲ, ਕਿਉਂਕਿ ਅੱਗੇ ਆਟੋਮੈਟਿਕ ਸਪੋਰਟ ਸੀ। ਉਹਨੇ ਕਿਹਾ ਜੀ ਨਹੀਂ, ਹੁਣ ਅਸੀਂ ਇਸ਼ੂ ਬੇਸਡ ਸਪੋਰਟ ਦੇਵਾਂਗੇ। ਔਰ ਉਹਨੇ ਕਿਹਾ ਨਾਲ ਦੀ ਨਾਲ ਟਰੂਡੋ ਨੇ ਜੀ ਕਿ ਕਿਉਂਕਿ अर्ली इलैक्शंस ਅਸੀਂ ਨਹੀਂ ਕਰਵਾਵਾਂਗੇ, ਪਰ ਜੇ ਵੋਟ ਆਫ ਕੌਨਫੀਡੈਂਸ ਆਉਂਦਾ ਹੈ, ਜੇ NDP ਉਹਨਾਂ ਦੀ ਹਮਾਇਤ ਨਹੀਂ ਕਰਦੀ ਤਾਂ ਸਰਕਾਰ ਡਿੱਗ ਪੈਂਦੀ ਹੈ। ਫਿਰ ਚੋਣਾਂ ਕਰਵਾਉਣ, ਅਜੇ ਬਜਟ ਪਾਸ ਕਰਵਾਉਣਾ ਇਸ ਸਾਲ ਦਾ। ਹੁਣ ਇਹ ਦੋਵੇਂ ਹੀ ਨੇ। ਮੈਨੂੰ ਨਹੀਂ ਲੱਗਦਾ ਵੀ ਜਿਹੜੇ ਜਗਮੀਤ ਸਿੰਘ ਇਸ ਸਟੇਜ ਦੇ ਉੱਤੇ ਜਸਟਿਨ ਟਰੂਡੋ ਤੋਂ ਹਮਾਇਤ ਵਾਪਸ ਲੈ ਕੇ ਕੌਨਫੀਡੈਂਸ ਵੋਟ ਨਹੀਂ ਦੇਣਗੇ, ਲੇਕਿਨ ਉਹ ਇਹਨੂੰ ਐਜ਼ ਏ ਪ੍ਰੈਸ਼ਰ ਟੈਕਟਿਕ ਵੀ ਇਸਤੇਮਾਲ ਕਰਨਾ ਚਾਹੁੰਦੇ ਨੇ ਤਾਂ ਕਿ ਜਿਹੜਾ ਨਵਾਂ ਬਜਟ ਪੇਸ਼ ਕੀਤਾ ਜਾਣਾ ਹੈ, ਜਿਹੜੀਆਂ ਸਕੀਮਾਂ ਉਹਨਾਂ ਨੂੰ ਲੱਗਦਾ ਹੈ ਕਿ ਕਾਮਨ ਕੈਨੇਡੀਅਨ ਦੇ ਫਾਇਦੇ 'ਚ ਨੇ, ਉਹਨਾਂ ਦੇ ਲਈ ਕੰਸੈਸ਼ਨ ਲੈਣਾ। ਕਿਉਂਕਿ ਬਜਟ ਤਾਂ ਹਰ ਹਾਲਤ ਜਸਟਿਨ ਟਰੂਡੋ ਨੂੰ ਪਾਸ ਕਰਵਾਉਣਾ ਪਏਗਾ, ਨਹੀਂ ਤਾਂ ਸਰਕਾਰ ਡਿੱਗ ਪਏਗੀ, ਰਿਜ਼ਾਈਨ ਕਰਨਾ ਹੋਏਗਾ। ਤੇ ਜੇ अर्ਲੀ ਇਲੈਕਸ਼ਨਸ ਹੋਣ, ਇਹ ਨਹੀਂ ਵੀ ਜਸਟਿਨ ਟਰੂਡੋ ਦੀ ਪਾਰਟੀ ਦਾ ਨੁਕਸਾਨ ਹੋਏਗਾ, ਜਗਮੀਤ ਸਿੰਘ ਦੀ ਪਾਰਟੀ ਦਾ ਵੀ ਹੋਏਗਾ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਪ੍ਰੈਸ਼ਰ ਟੈਕਟਿਕ ਵੀ ਹੋ ਸਕਦਾ ਹੈ, ਪਰ ਉਹਦੇ 'ਚ ਉਹਨਾਂ ਨੇ ਜਿਹੜਾ ਜਗਮੀਤ ਸਿੰਘ ਹੋਰਾਂ ਨੇ ਆਪਣੇ ਮੈਸੇਜ ਕਿਹਾ ਕਿ ਭਾਈ ਅਸੀਂ 2022 ਦੇ ਵਿੱਚ ਅਸੀਂ ਡੀਲ ਕੀਤਾ ਸੀ ਔਰ ਆਟੋਮੈਟਿਕ ਸਪੋਰਟ ਦਿੱਤੀ ਸੀ, ਲੇਕਿਨ ਹੀ ਅਕਿਊਜ਼ਡ ਟਰੂਡੋ ਆਫ ਨਾਟ ਬੀਇੰਗ ਏਬਲ ਟੂ ਟੇਕ ਔਨ ਦਾ ਆਪੋਜੀਸ਼ਨ ਕੰਜ਼ਰਵੇਟਿਵਸ। ਕਿ ਜਸਟਿਨ ਟਰੂਡੋ ਨੇ ਉਵੇਂ ਕੰਜ਼ਰਵੇਟਿਵਸ ਨੂੰ ਜਿਹੜਾ ਢਾਇਆ ਨਹੀਂ ਹੈ, ਔਰ ਉਹਦਾ ਨਤੀਜਾ ਹੈ ਕਿ ਭਾਈ ਇਸ ਵੇਲੇ polls indicate the Conservatives would easily win an election that must be held by the end of October 20। ਜਿਹੜੀ ਅੱਜ ਦੀਆਂ ਪੋਲ ਨੰਬਰ ਨੇ ਉਹਦੇ ਮੁਤਾਬਕ ਕੰਜ਼ਰਵੇਟਿਵ ਜਿੱਤਦੇ ਨਜ਼ਰ ਆ ਰਹੇ ਨੇ। ਔਰ ਜਿਹੜਾ ਜਗਮੀਤ ਸਿੰਘ ਨੇ ਕਿਹਾ ਦਾ ਲਿਬਰਲਸ ਆਰ ਟੂ ਵੀਕ, ਟੂ ਸੈਲਫਿਸ਼ ਐਂਡ ਟੂ ਡਿਵੋਟਿਡ ਟੂ ਕਾਰਪੋਰੇਟ ਇੰਟਰਸਟ ਟੂ ਫਾਈਟ ਫॉर द ਪੀਪਲ। ਦੇ ਕੈਨ ਨਾਟ ਬੀ ਦ ਚੇਂਜ, ਦੇ ਕੈਨ ਨਾਟ ਰੀਸਟੋਰ ਦ ਹੋਪ। ਇਹ ਹੁਣ ਸਿੱਧਾ ਉਹਨਾਂ ਨੇ ਕਿਹਾ ਵੀ ਇਹ ਕਾਰਪੋਰੇਟ, ਹੁਣ ਕਿਉਂਕਿ ਜਗਮੀਤ ਸਿੰਘ ਜਿਸ ਕੰਸਟੀਚੁਐਂਸੀ ਨੂੰ ਰਿਪਰੈਜ਼ੈਂਟ ਕਰਦਾ ਕਾਮਨ ਲੋਕਾਂ ਦਾ, ਉਹਨਾਂ ਨੇ ਕਿਹਾ ਇਹ ਵੱਡੇ ਅਮੀਰਾਂ ਨੂੰ ਖੁਸ਼ ਕਰਨ ਤੇ ਲੱਗੇ ਹੋਈ ਹੈ ਸਰਕਾਰ ਲਿਬਰਲ ਦੀ, ਔਰ ਇਹ ਕੰਜ਼ਰਵੇਟਿਵਸ ਨੂੰ ਢਾਹ ਨਹੀਂ ਸਕਦੇ। ਜੋ ਲੋਕਾਂ ਦੀਆਂ ਆਸਾਂ ਸੀ ਉਸ ਦੇ ਉੱਤੇ ਪੂਰੇ ਨਹੀਂ ਉਤਰੇ, ਔਰ ਇਸ ਕਰਕੇ ਅਸੀਂ ਜਿਹੜਾ ਹੁਣ ਜਿਹੜਾ ਇਸ਼ੂ ਬੇਸਡ ਸਪੋਰਟ ਦੇਵਾਂਗੇ। ਹਾਲਾਂ ਜਸਟਿਨ ਟਰੂਡੋ ਨੇ ਇਸ ਦੇ ਉੱਤੇ ਇਹ ਕਿਹਾ ਕਿ ਭਾਈ ਅਸੀਂ ਆਪਣੇ ਜਿਹੜੇ ਨੇ dismissing talk of early election after the left-leaning New Democratic Party pulled its backing, Trudeau vowed to continue governing and pushing through social programs। ਹੁਣ ਥੋੜਾ ਸੌਫਟ ਵੀ ਦੱਸ ਰਹੇ ਨੇ, ਅਸੀਂ ਸੋਸ਼ਲ ਪ੍ਰੋਗਰਾਮਾਂ ਨੂੰ ਵੀ ਪੁਸ਼ ਕਰਾਂਗੇ। But the move leaves him reliant on support from other opposition legislatures to pass budgets and survive confidence votes। ਹੁਣ ਇਹ ਹੈ ਵੀ ਜਸਟਿਨ ਟਰੂਡੋ ਦੀ ਪਾਰਟੀ ਨੂੰ ਐਕਸਟਰਾ ਮਾਈਲ ਜਾਣਾ ਪਏਗਾ ਜੇ ਉਹਨੇ ਇਸ਼ੂਜ਼ ਦੇ ਉੱਤੇ NDP ਦੀ ਹਮਾਇਤ ਲੈਣੀ ਹੈ। ਹੋ ਸਕਦਾ ਕੁਝ ਮੁੱਦਿਆਂ ਤੇ ਉਹ ਬਲੌਕ ਕਿਊਬੇਕਸ ਦੀ ਹਮਾਇਤ ਵੀ ਲਏ, ਪਰ ਇਹ ਇਸ਼ੂ ਬੇਸਡ ਹੀ ਗੱਲ ਹੋਏਗੀ। ਔਰ ਇਹ ਕਿਉਂਕਿ ਇਸ ਸਾਲ ਦੇ ਵਿੱਚ ਹੀ ਆਉਣ ਵਾਲੇ ਮਹੀਨਿਆਂ 'ਚ ਫਿਸਕਲ ਅਪਡੇਟ ਬਜਟ ਜਿਹੜਾ ਹੋਣਾ ਔਰ ਇਹ ਸਭ ਤੋਂ ਅਹਿਮ ਹੋਣਾ। ਸੋ ਇਹ ਇੱਕ ਪੋਲੀਟੀਕਲੀ ਅਹਿਮ ਡਿਵੈਲਪਮੈਂਟ ਹੈ। ਅਸੀਂ ਸਮਝਦੇ ਹਾਂ ਕਿ ਇਹਦੇ 'ਚ ਕਿਉਂਕਿ ਸਿੱਖਾਂ ਦੇ ਲਈ, ਜਦੋਂ ਅਸੀਂ ਕੈਨੇਡੀਅਨ ਸਿੱਖਾਂ ਦਾ ਜ਼ਿਕਰ ਕਰਦੇ ਹਾਂ, ਸਾਡੇ ਲਈ ਔਰ ਕੈਨੇਡੀਅਨ ਸਿੱਖਾਂ ਲਈ ਵੀ ਜਸਟਿਨ ਟਰੂਡੋ ਤੋਂ ਬਿਹਤਰ ਕਿਸੇ ਨੇ ਇਵੇਂ ਡਟ ਕੇ ਸਟੈਂਡ ਨਾ ਪਹਿਲਾਂ ਲਿਆ। ਔਰ ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਪੀਰੀਅਡ 'ਚ ਜਿਸ ਲੈਵਲ ਦੇ ਉੱਤੇ ਇੰਡੀਅਨ ਹੌਸਟਿਲਿਟੀ ਹੈ ਕੋਈ ਹੋਰ ਖਲੋ ਸਕਦਾ। ਸੋ ਅਸੀਂ ਹੋਪ ਹੀ ਕਰਦੇ ਹਾਂ ਕਿ ਭਾਈ ਅਜੇ ਹਾਲਾਂਕਿ ਜਦੋਂ
ਪੋਲੀਟੀਕਲ ਕਲਾਈਮੇਟ ਦੀ ਗੱਲ ਹੁੰਦੀ ਹੈ ਤੇ ਯੂਕੇ ਦੇ ਹੀ ਕਿਸੇ ਲਾਰਡ ਦਾ ਕਹਿਣਾ ਹੈ, ਉਹਨੂੰ ਇਹ ਪੁੱਛਿਆ ਗਿਆ ਸੀ ਹਫ਼ਤਾ ਪਹਿਲਾਂ ਚੋਣਾਂ ਤੋਂ ਕੀ ਨਤੀਜੇ ਹੋਣਗੇ, ਤਾਂ ਉਹਨੇ ਕਿਹਾ ਸੀ ਕਿ ਈਵਨ 24 ਆਵਰਸ ਇਜ਼ ਟੂ ਲੌਂਗ ਏ ਟਾਈਮ ਟੂ ਟੈਲ। ਬਦਲਦਾ ਰਹਿੰਦਾ ਹਾਲਾਤ, ਕੋਈ ਨਾ ਕੋਈ ਆਉਣ ਵਾਲੇ ਪੀਰੀਅਡ ਦੇ ਵਿੱਚ ਸਾਨੂੰ ਨਹੀਂ ਲੱਗਦਾ ਕਿ ਵੀ ਜਸਟਿਨ ਟਰੂਡੋ ਦੀ ਸਰਕਾਰ ਨੂੰ ਕੋਈ ਇਮੀਡੀਏਟ ਖਤਰਾ ਹੈ, ਲੇਕਿਨ ਇਸ ਦੇ ਥੱਲੇ ਜਿੱਥੇ ਜਗਮੀਤ ਸਿੰਘ ਆਪਣੀ ਕਾਡਰ ਦੇ ਇੰਟਰਸਟ ਨੂੰ ਵੀ ਬਚਾ ਰਹੇ ਨੇ, ਐਜ਼ ਏ ਪ੍ਰੈਸ਼ਰ ਟੈਕਟਿਕ ਵੀ ਹੈ, ਔਰ ਸ਼ਾਇਦ ਜਸਟਿਨ ਟਰੂਡੋ ਨੂੰ ਇਸ ਤੋਂ ਬਾਅਦ ਥੋੜਾ ਜਿਹਾ ਐਗਰੈਸਿਵ ਮੋਡ ਦੇ ਵਿੱਚ ਜਿਹੜਾ ਹੈ ਉਹ ਕੰਜ਼ਰਵੇਟਿਵਸ ਨੂੰ ਲੈਣਾ ਪਏਗਾ। ਔਰ ਅਸੀਂ ਹੋਪ ਕਰਦੇ ਹਾਂ, ਕਿਉਂਕਿ ਸਾਡੇ ਲਈ ਜੇ ਇੰਡੀਅਨ ਏਜੰਸੀਆਂ ਦੀ ਲੈਬੋਰਟਰੀ ਕੈਨੇਡਾ ਤੇ ਅਸੀਂ ਵੀ ਕੈਨੇਡਾ ਚੋਂ ਨਿਕਲਣ ਵਾਲੇ ਹਰ ਨਿੱਕੇ ਨਿੱਕੇ ਜਿਹੜੇ ਰਿਜ਼ਲਟ ਨੂੰ ਵੀ ਸਮਝਦੇ ਹਾਂ ਕਿ ਭਾਈ ਇਹ ਸਾਡੇ ਲਈ ਵੀ, ਫਿਊਚਰ ਦੇ ਖਾਲਿਸਤਾਨ ਲਈ ਵੀ, ਕੈਨੇਡਾ ਦੇ ਸਿੱਖਾਂ ਦੇ ਇੰਟਰਸਟ ਲਈ ਵੀ, ਔਰ ਗਲੋਬਲ ਲੈਵਲ ਦੇ ਉੱਤੇ ਜਸਟਿਨ ਟਰੂਡੋ ਸਿੱਖਾਂ ਦੇ ਇੱਕ ਆਈਡੀਅਲ ਬਣ ਕੇ ਵੀ ਉੱਭਰੇ ਨੇ, ਕਿਉਂਕਿ ਉਹਨਾਂ ਨੇ ਠੀਕ ਵਕਤ ਦੇ ਉੱਤੇ ਹਾਂ ਦਾ ਨਾਰਾ ਮਾਰਿਆ। ਬਿਲਕੁਲ ਜੀ, ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿੱਖ ਫੈਡਰੇਸ਼ਨ ਯੂਕੇ ਖਾਲਸਾ ਰਾਜ ਦੀ ਪ੍ਰਾਪਤੀ ਅਤੇ ਸਿੱਖ ਹੱਕਾਂ ਲਈ ਲਗਾਤਾਰ ਜੂਝ ਰਹੀ ਇੱਕੋ ਇੱਕ ਪੰਥਕ ਅਤੇ ਰਾਜਨੀਤਿਕ ਜਥੇਬੰਦੀ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿੱਖ ਫੈਡਰੇਸ਼ਨ ਯੂਕੇ ਵੱਲੋਂ 15 ਸਤੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਸਹਿਜਲੀ ਸਟਰੀਟ ਵੁਲਵਰਹੈਂਪਟਨ ਵਿਖੇ ਬੜੇ ਵੱਡੇ ਪੱਧਰ ਤੇ ਸਾਲਾਨਾ ਕਨਵੈਨਸ਼ਨ ਕੀਤੀ ਜਾ ਰਹੀ ਹੈ। ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਦੇਸਾਂ ਵਿਦੇਸਾਂ ਤੋਂ ਰਾਜਨੀਤਿਕ ਸ਼ਖਸੀਅਤਾਂ, ਕੌਮੀ ਲੀਡਰ ਅਤੇ ਪੰਥਕ ਬੁਲਾਰੇ ਪਹੁੰਚ ਰਹੇ ਨੇ। ਸੋ ਪਿਆਰੇ ਖਾਲਸਾ ਜੀ, 15 ਸਤੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਗੁਰਦੁਆਰਾ ਸਹਿਜਲੀ ਸਟਰੀਟ ਵੁਲਵਰਹੈਂਪਟਨ ਵਿਖੇ ਹੁਮ-ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ। ਵਧੇਰੇ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੀਆਂ ਈਸਟ ਕੋਸਟ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਆਉਣ ਵਾਲੀ 6, 7 ਤੇ 8 ਤਰੀਕ ਨੂੰ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਵਿਖੇ ਭਾਈ ਬਲਵਿੰਦਰ ਸਿੰਘ ਜਟਾਣਾ, ਚਰਨਜੀਤ ਸਿੰਘ ਚੰਨਾ, ਬਲਵੀਰ ਸਿੰਘ ਫੌਜੀ, ਭਾਈ ਅਨੋਖ ਸਿੰਘ ਬੱਬਰ, ਭਾਈ ਦਿਲਾਵਰ ਸਿੰਘ ਬੱਬਰ ਤੇ ਨਾਲ ਦੀ ਨਾਲ ਭਾਈ ਜਸਵੰਤ ਸਿੰਘ ਖਾਲੜਾ, ਇਹਨਾਂ ਸਮੂਹ ਦਾ ਸ਼ਹਾਦਤ ਦਾ ਦਿਹਾੜਾ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ, ਸਮੁੱਚੀਆਂ ਸਿੱਖ ਸੰਗਤਾਂ, ਪੰਥਕ ਜਥੇਬੰਦੀਆਂ, ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀਆਂ ਵੱਲੋਂ ਬਹੁਤ ਹੀ ਵੱਡੇ ਪੱਧਰ ਤੇ ਜਾਹੋ ਜਲਾਲ ਦੇ ਨਾਲ ਮਨਾਇਆ ਜਾ ਰਿਹਾ ਆ। ਕੁਝ ਸਾਡੇ ਬੰਦੀ ਸਿੰਘ ਜਿਹੜੇ ਅੱਜ ਵੀ ਜੇਲ੍ਹਾਂ ਦੇ ਵਿੱਚ ਬੈਠੇ 30 35 ਸਾਲਾਂ ਤੋਂ, ਅਸੀਂ ਉਹ ਦਿਹਾੜਾ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਵਿਖੇ ਮਨਾ ਰਹੇ ਆ। ਆਪ ਜੀ ਨੂੰ ਸਮੂਹ ਨੂੰ ਬੇਨਤੀ ਆ, ਵੱਧ ਚੜ ਕੇ ਆਪਣੇ ਯੋਧਿਆਂ ਨੂੰ ਯਾਦ ਕਰਨ ਲਈ 3 ਦਿਨ ਅਖੰਡ ਪਾਠ ਸਾਹਿਬ ਆਰੰਭ ਹੋਣਗੇ। 8 ਤਰੀਕ ਐਤਵਾਰ ਨੂੰ ਭੋਗ ਪੈਣਗੇ। ਵੱਧ ਤੋਂ ਵੱਧ ਹਾਜ਼ਰੀਆਂ ਲਵਾਓ, ਸ਼ਹੀਦਾਂ ਨੂੰ ਪ੍ਰਣਾਮ ਕਰੋ। ਪ੍ਰਣਾਮ ਸ਼ਹੀਦਾਂ ਨੂੰ, ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜ਼ਿੰਦਗੀ ਧਰਮ ਤੋਂ ਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 7 ਸਤੰਬਰ 2024 ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗ੍ਰੀਨਵੁੱਡ ਇੰਡੀਆਨਾ ਵਿਖੇ ਕੱਢਿਆ ਜਾ ਰਿਹਾ ਹੈ। ਨਗਰ ਕੀਰਤਨ ਸਵੇਰੇ 11 ਵਜੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਵੇਗਾ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਹਿੰਮਤ ਸਿੰਘ ਨਿਊਯਾਰਕ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਨਗੇ। ਐਤਵਾਰ ਦੇ ਮੁੱਖ ਦੀਵਾਨ ਵਿੱਚ ਵੀ ਪੰਥਕ ਵਿਚਾਰਾਂ ਹੋਣਗੀਆਂ। ਭਾਈ ਹਰਪਾਲ ਸਿੰਘ ਫਤਿਹਗੜ੍ਹ ਸਾਹਿਬ, ਭਾਈ ਪਰਮਪਾਲ ਸਿੰਘ, ਭਾਈ ਦਵਿੰਦਰ ਸਿੰਘ ਸ਼ਾਂਤ 6, 7, 8 ਸਤੰਬਰ ਨੂੰ ਖਾਸ ਤੌਰ ਤੇ ਗੁਰੂ ਘਰ ਵਿਖੇ ਹਾਜ਼ਰੀ ਲਵਾਉਣਗੇ। ਘੱਲੂਘਾਰਾ 1984 ਦੀ 40ਵੀਂ ਵਰ੍ਹੇਗੰਢ ਨੂੰ ਮੁੱਖ ਰੱਖਦਿਆਂ ਗੁਰੂ ਘਰ ਵਿਖੇ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਵਿਸ਼ੇਸ਼ ਪ੍ਰਦਰਸ਼ਨੀ ਲਾਈ ਜਾਵੇਗੀ। ਆਪ ਸਭ ਨੂੰ ਪਰਿਵਾਰਾਂ ਸਮੇਤ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਬੰਗਲਾਦੇਸ਼ ਦੇ ਬਾਰੇ ਨਾਲ ਕਿ ਭਾਰਤ ਤੇ ਬੰਗਲਾਦੇਸ਼ ਵਿੱਚ ਕੁੜਿੱਤਨ ਲਗਾਤਾਰ ਵੱਧਦੀ ਜਾ ਰਹੀ ਹੈ। ਬੰਗਲਾਦੇਸ਼ ਦੇ ਸਾਥੇ BSF ਤੇ ਬੰਗਲਾਦੇਸ਼ ਦੀ ਫੌਜ ਵਿਚਾਲੇ ਜਿਹੜਾ ਟਕਰਾਅ ਹੁੰਦਾ ਬਚਿਆ ਹੈ ਔਰ ਬੰਗਲਾਦੇਸ਼ ਦਾ ਕਹਿਣਾ ਹੈ ਕਿ ਬਹੁਤ ਹੋ ਗਿਆ, ਹੁਣ ਅਸੀਂ ਆਪਣੇ ਹੱਕਾਂ ਦੀ ਰਾਖੀ ਖੁਦ ਕਰਾਂਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ?
ਦੇਖੋ ਸਾਡੇ ਕੁਝ ਵਿਊਅਰਸ ਨੇ ਕਾਲ ਕਰਕੇ ਐਪਰੀਸ਼ੀਏਟ ਕੀਤਾ ਹੈ ਕਿ ਤੁਸੀਂ ਬੰਗਲਾਦੇਸ਼ ਦੀਆਂ ਡਿਵੈਲਪਮੈਂਟਸ ਨੂੰ ਬਹੁਤ ਪਹਿਲਾਂ ਜਿਹੜਾ ਹੈ ਉਹ ਸਮਝਿਆ ਔਰ ਉਸ ਦੇ ਉੱਤੇ ਤੁਸੀਂ ਲਗਾਤਾਰਤਾ ਨਾਲ ਬਰੀਫਿੰਗ ਕਰ ਰਹੇ ਹੋ। ਔਰ ਜਿਵੇਂ ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਤ੍ਰਿਪੁਰਾ ਦੇ 2 ਵੱਡੇ ਮਿਲੀਟੈਂਟ ਗਰੁੱਪਸ ਦੇ ਨਾਲ ਫੋਰਨ ਇੰਡੀਆ ਦੀ ਹੋਮ ਮਿਨਿਸਟਰੀ ਨੇ ਅਮਿਤ ਸ਼ਾਹ ਖੁਦ ਜਾਂਦਾ ਔਰ ਉਹ ਜਿਹੜੀ ਹੈ ਡੀਲ ਸਾਈਨ ਕਰਦੇ ਨੇ, ਕਿਉਂਕਿ ਅਸੀਂ ਇਹ ਕਿਹਾ ਸੀ ਕਿ ਵੀ ਹੁਣ ਇਹ ਜਿਹੜੀਆਂ 7 ਸਿਸਟਰ ਸਟੇਟਸ ਨੇ ਇਹਨਾਂ ਦਾ ਰਾਹ ਪੱਧਰਾ ਹੋ ਗਿਆ, ਕਿਉਂਕਿ ਬੰਗਲਾਦੇਸ਼ ਦੀ ਟੈਰੀਟਰੀ ਦੇ ਇੱਕ ਵੱਡੇ ਚੰਕ ਨੂੰ ਇੰਡੀਅਨ ਏਜੰਸੀਆਂ ਨੇ ਆਪਣੇ ਕੰਟਰੋਲ 'ਚ ਰੱਖਿਆ ਹੋਇਆ ਸੀ। ਉਸ ਰਸਤੇ ਨੂੰ ਇਹ ਇਸਤੇਮਾਲ ਕਰ ਰਹੇ ਸੀ ਤ੍ਰਿਪੁਰਾ ਦੇ ਵਿੱਚ ਜਿਹੜਾ ਘੁਸਪੈਠ ਕਰਨ ਲਈ ਵੀ, ਔਰ ਜਿਹੜਾ ਉਹਨਾਂ ਦਾ ਐਸਕੇਪ ਰਾਊਟ ਸੀ ਕਿਉਂਕਿ ਉਹਦੇ 'ਚ ਜਾ ਕੇ ਇੰਡੀਅਨ ਫੋਰਸਿਸ ਬੈਠੀਆਂ ਸੀ ਤੇ ਜਿਹੜੇ ਭਾਰਤ ਦੇ ਨਿਸ਼ਾਨਿਆਂ ਨੂੰ, ਭਾਰਤ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਜਦੋਂ ਰਿਟਰੀਟ ਕਰਦੇ ਸੀ ਬੰਗਲਾਦੇਸ਼ ਵੱਲੋਂ, ਰਸਤਾ ਬੰਦ ਹੋ ਗਿਆ ਔਰ ਜੇ ਈਵਨ ਕੋਈ ਕ੍ਰਾਸ ਕਰ ਵੀ ਜਾਏ ਤੇ ਸ਼ੇਖ ਹਸੀਨਾ ਉਹਨਾਂ ਨੂੰ ਫੜ ਕੇ ਫੜਾ ਦਿੰਦੇ ਸੀ। ਨਤੀਜੇ ਦੇ ਤੌਰ ਤੇ ਉਹਨਾਂ ਨੇ ਨਾ ਸਿਰਫ ਉਹਨਾਂ ਦੀਆਂ ਫਰੀडम ਮੂਵਮੈਂਟਸ ਨੂੰ ਨੁਕਸਾਨ ਪਹੁੰਚਾਇਆ, ਆਲਮੋਸਟ 7 ਸੂਬਿਆਂ ਦੇ ਵਿੱਚ ਹੀ ਨਾਰਥ ਈਸਟ ਦੇ ਕੁਛ ਦੇ ਵਿੱਚ ਉਹਨਾਂ ਦੀ ਸਿੱਧੀ ਹਕੂਮਤ ਹੈ, ਜਿਵੇਂ ਅਸਾਮ ਦੇ ਵਿੱਚ ਹੈ, ਮਨੀਪੁਰ ਦੇ ਵਿੱਚ ਹੈ, ਕੁਛ ਦੇ ਵਿੱਚ ਉਹਨਾਂ ਨੇ ਉਹ ਕੋਲੀਸ਼ਨ 'ਚ ਨੇ ਪਰ ਕੰਟਰੋਲ ਬੀਜੇਪੀ ਦਾ। ਔਰ ਅਸੀਂ ਇਹ ਕਿਹਾ ਸੀ ਕਿ ਵੀ ਹੁਣ ਇਹ ਜਿਹੜਾ ਇਸ ਸਾਰੀ ਡਿਵੈਲਪਮੈਂਟ ਦੇ ਨਾਲ ਇਹਨਾਂ ਦਾ ਕੰਟਰੋਲ ਉੱਥੋਂ ਖਤਮ ਹੋ ਗਿਆ ਔਰ ਮੂਵਮੈਂਟਸ ਰਿਵਾਈਵ ਹੋਣਗੇ। ਔਰ ਇਹ ਦੁਸ਼ਮਣ ਨੇ ਸਾਡੇ ਤੋਂ ਵੀ ਪਹਿਲਾਂ ਚੰਗੀ ਤਰ੍ਹਾਂ ਇਸ ਨੂੰ ਦੇਖ ਲਿਆ ਸੀ, ਐਵੇਂ ਨਹੀਂ ਚੀਕਾਂ ਮਾਰ ਰਹੇ ਹੋ ਕਿ ਭਾਈ ਉੱਥੇ ਹਿੰਦੂਆਂ ਨੂੰ ਮਾਰ ਰਹੇ ਨੇ, ਝੂਠਾ ਪ੍ਰੋਪੇਗੈਂਡਾ ਤਾਂ ਕਿ ਇਹ ਬਹਾਨਾ ਲੱਭਣ ਕਿ ਕਿਵੇਂ ਉਹਨਾਂ ਨੇ ਜਾਣਾ ਹੁਣ। ਔਰ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਇਹ ਡਿਵੈਲਪਮੈਂਟਸ ਦੇ 2 ਹਫ਼ਤੇ ਦੇ ਵਿੱਚ ਬੰਗਲਾਦੇਸ਼ ਵੱਲੋਂ ਪਾਕਿਸਤਾਨ ਤੋਂ ਐਮਨੀਸ਼ਨ, RDX ਔਰ ਦੂਸਰੇ ਵੈਪਨ ਮੰਗਣਾ, ਜਿਹੜੇ ਕਿ ਕੋਈ ਇਨਰ ਡਿਫੈਂਸ ਲਈ ਉਹਨਾਂ ਨੇ ਲੋਕਾਂ ਦੇ ਥੋੜੀ ਤੋਪਾਂ ਚਲਾਉਣੀਆਂ, ਕਿ ਵੀ ਇਹ ਤਿਆਰੀ ਕਰ ਰਹੇ ਨੇ ਵੀ ਇਹਨਾਂ ਨੇ ਹੁਣ ਬਾਰਡਰ ਦੇ ਉੱਤੇ, ਔਰ 4000 ਕਿਲੋਮੀਟਰ ਦਾ ਬਾਰਡਰ ਬੰਗਲਾਦੇਸ਼ ਦਾ ਭਾਰਤ ਦੇ ਨਾਲ ਲੱਗਦਾ ਹੈ ਔਰ ਬੰਗਲਾਦੇਸ਼ ਵਾਲੇ ਤਿਆਰੀ ਕਰ ਰਹੇ ਨੇ ਵੀ ਇੱਕ ਨਾ ਇੱਕ ਦਿਨ ਇਹਨਾਂ ਦੇ ਨਾਲ ਸਾਡੀ ਬਾਰਡਰ ਤੇ ਵੀ ਟੱਕਰ ਹੋਣੀ ਹੈ ਔਰ ਉਸ ਦੇ ਲਈ ਉਹ ਜੋ ਵੀ ਲੋੜੀਂਦਾ ਹੈ ਉਹ ਇਕੱਠਾ ਕਰ ਰਹੇ ਨੇ। ਹੁਣ ਅੱਜ ਜਿਹੜੀ ਉਹਨਾਂ ਦੇ ਪ੍ਰੋਮੀਨੈਂਟ ਨਿਊਜ਼ਪੇਪਰ ਦੀ ਖਬਰ ਜਿਸ ਨੂੰ ਬੜੀ ਡਿਟੇਲ 'ਚ ਉਹਨਾਂ ਨੇ ਦਿੱਤਾ ਹੈ ਕਿ ਆਲਰੇਡੀ ਬਾਰਡਰ ਦੇ ਉੱਤੇ ਜਿਹੜਾ ਭਾਰਤ ਬੰਗਲਾਦੇਸ਼ ਬਾਰਡਰ ਹੈ 4000 ਕਿਲੋਮੀਟਰ ਦਾ, ਜਿਹਦੀ ਨਿਸ਼ਾਨਦੇਹੀ ਹੋਈ ਹੈ, ਉਸ ਦੇ ਉੱਤੇ ਟਕਰਾਅ ਹੁੰਦੇ ਬਚਿਆ ਔਰ ਉਹਦਾ ਅਸੀਂ ਡਿਸਕਸ ਕਰਾਂਗੇ ਕਿ ਰੀਜ਼ਨ ਕੀ, ਕਿਉਂਕਿ ਬਾਰਡਰ ਦੇ ਉੱਤੇ ਫੌਜ ਤਾਂ ਨਹੀਂ ਹੈ, ਜੇ ਉਹ BSF ਹੈ ਜਿਵੇਂ ਇੰਡੀਆ ਵੱਲੋਂ ਬਾਰਡਰ ਸਿਕਿਉਰਿਟੀ ਫੋਰਸ ਹੈ, ਤੇ ਬੰਗਲਾਦੇਸ਼ ਦੀ BGB ਹੈ, ਉਹਨੂੰ ਬਾਰਡਰ ਗਾਰਡ ਬੰਗਲਾਦੇਸ਼ ਕਹਿੰਦੇ ਨੇ, ਉਹ ਬਾਰਡਰ ਨੂੰ ਗਾਰਡ ਕਰਦੇ ਨੇ। ਹੁਣ ਖਬਰ ਦੀ ਹੈਡਲਾਈਨ ਆਪਣੇ ਆਪ 'ਚ ਦੱਸਦੀ ਹੈ ਕਿ ਵੀ ਕਿਵੇਂ ਇਹਨਾਂ 3-4 ਹਫ਼ਤਿਆਂ 'ਚ ਸਭ ਕੁਝ ਬਦਲ ਗਿਆ ਭਾਰਤ ਬੰਗਲਾਦੇਸ਼ ਸੰਬੰਧਾਂ 'ਚ। ਪਹਿਲਾ ਹੈਡਲਾਈਨ ਹੈ ਬੰਗਲਾਦੇਸ਼ ਨਿਊ ਬਾਰਡਰ ਸਟੈਂਸ ਸਿਗਨਲਸ ਏ ਸ਼ਿਫਟ, ਕਿ ਬਾਰਡਰ ਦੇ ਉੱਤੇ ਜੋ ਪਾਲਿਸੀ ਸੀ ਪਹਿਲਾਂ ਬੰਗਲਾਦੇਸ਼ ਦੀ ਭਾਰਤ ਦੇ ਮਾਮਲੇ 'ਚ ਉਹ ਬਦਲ ਗਈ। in its approach to India, Bangladesh new border stance signals a shift in its approach to India. Enough is enough. Dhaka is taking a strong stand at the border as Bangladesh-India relations enter a new phase. ਕਿ ਬੰਗਲਾਦੇਸ਼ ਤੇ ਭਾਰਤ ਦੇ ਸੰਬੰਧ ਇੱਕ ਨਵੇਂ ਦੌਰ 'ਚ ਦਾਖਲ ਹੋ ਰਹੇ ਨੇ ਜਦੋਂ, ਤੇ ਬੰਗਲਾਦੇਸ਼ ਨੇ ਇਹ ਕਿਹਾ ਕਿ ਬਹੁਤ ਹੋ ਗਿਆ, ਬਹੁਤ ਇਨਫ ਇਜ਼ ਇਨਫ ਦਾ ਮਤਲਬ ਹੁੰਦਾ ਹੈ ਕਿ ਬਈ ਬਸ ਰੱਜ ਗਏ, ਹੁਣ ਅਸੀਂ ਤੁਹਾਨੂੰ ਜਵਾਬ ਦੇ ਬਣਾਵਾਂਗੇ, ਬਹੁਤ ਹੋ ਚੁੱਕਿਆ, ਜਿਹਨੂੰ ਕਹਿੰਦੇ ਨਾ ਬਹੁਤ ਹੋ ਗਿਆ, ਇਨਫ ਇਜ਼ ਇਨਫ। ਔਰ ਇਸ ਖਬਰ ਦਾ ਬੇਸਿਸ ਜਿਹੜਾ ਉਹ ਇਹ ਹੈ ਕਿ ਭਾਈ ਜਿੱਥੇ ਸਾਰੀਆਂ ਤਬਦੀਲੀਆਂ ਹੋਈਆਂ ਨੇ, ਔਰ ਇਹ ਜਿਹੜੀ ਖਬਰ ਹੈ ਇਸ ਦਾ ਸੰਬੰਧ ਪਿਛਲੇ ਦਿਨਾਂ ਦੇ ਨਾਲ ਜੁੜਦਾ ਹੈ। ਪਹਿਲਾਂ ਤਾਂ ਉਹਨਾਂ ਨੇ ਇਸ ਸਟੋਰੀ 'ਚ ਕਿਹਾ ਵੀ ਇਸ ਪੀਰੀਅਡ 'ਚ ਕਿਵੇਂ ਕੁੜਿੱਤਣ ਵਧੀ ਹੈ, ਉਹਦੇ 'ਚ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਫਲੱਡਸ ਦਾ ਜ਼ਿਕਰ ਕੀਤਾ ਕਿ ਜਿਹੜੇ ਤਾਜ਼ਾ ਫਲੱਡ ਬੰਗਲਾਦੇਸ਼ 'ਚ ਆਏ ਉਸ ਦੇ ਉੱਤੇ ਬੰਗਲਾਦੇਸ਼ ਦੇ ਲੋਕਾਂ ਦਾ ਵੀ, ਔਰ ਜਿਹੜਾ ਉੱਥੋਂ ਦਾ ਇਸ ਮਾਮਲੇ ਦੇ ਵਿੱਚ এনवायरमेंट ਫੋਰੈਸਟ ਔਰ ਕਲਾਈਮੇਟ ਚੇਂਜ ਮਿਨਿਸਟਰੀ ਹੈ, ਉਹਨਾਂ ਨੇ ਭਾਰਤ ਨੂੰ ਕ੍ਰਿਟਿਸਾਈਜ਼ ਕੀਤਾ ਕਿ ਉਹਨਾਂ ਨੇ ਜਿਹੜਾ ਡੰਬਰ ਡੈਮ ਸੀ ਉਹਦੇ ਫਲੱਡ ਗੇਟ ਖੋਲ੍ਹਣ ਤੋਂ ਪਹਿਲਾਂ ਬੰਗਲਾਦੇਸ਼ ਨੂੰ ਇਨਫੋਰਮ ਹੀ ਨਹੀਂ ਕੀਤਾ। ਨਤੀਜੇ ਦੇ ਤੌਰ ਤੇ ਸਾਰੇ ਈਸਟਰਨ ਬੰਗਲਾਦੇਸ਼ 'ਚ
10-10 ਫੁੱਟ ਪਾਣੀ ਹੋ ਗਿਆ, ਕਿਉਂਕਿ ਇਹ ਇੱਕ ਰਵਾਇਤ ਹੈ ਕਿ ਜਦੋਂ ਤੁਸੀਂ ਫਲੱਡ ਗੇਟ ਖੋਲ੍ਹਣੇ ਨੇ, ਜਿਹੜਾ ਕੰਟਰੀ ਨੇਬਰਿੰਗ ਪ੍ਰਭਾਵਿਤ ਹੁੰਦਾ ਉਹਨੂੰ ਤੁਸੀਂ ਦੱਸਣਾ, ਪਰ ਉਹਨਾਂ ਨੇ ਨਹੀਂ ਦੱਸਿਆ ਔਰ ਇੰਡੀਆ ਨੇ ਬਹਾਨਾ ਲਾਇਆ ਸੀ ਜੀ ਸਾਡੀ ਪਾਵਰ ਫੇਲਿਅਰ ਹੋ ਗਈ ਔਰ ਅਸੀਂ ਉਹਨੂੰ ਦੱਸ ਨਹੀਂ ਸਕੇ। ਫਿਰ ਹੋਮ ਅਫੇਅਰਸ ਮਿਨਿਸਟਰੀ ਦੇ ਐਡਵਾਈਜ਼ਰ ਨੇ ਮਿਸਟਰ ਸਖਾਵਤ ਹੁਸੈਨ, ਬ੍ਰਿਗੇਡੀਅਰ ਜਨਰਲ ਰੈਂਕ ਹੈ, ਉਹਨਾਂ ਨੇ ਕਿਹਾ ਕਿ ਵੀ ਅਸੀਂ ਆਪਣੀ BJB ਨੂੰ, ਬਾਰਡਰ ਗਾਰਡ ਆਫ ਬੰਗਲਾਦੇਸ਼ ਨੂੰ ਇਹ ਹਦਾਇਤ ਕਰ ਦਿੱਤੀ ਹੈ ਕਿ ਟੇਕ ਏ ਫਰਮ ਸਟੈਂਸ ਔਨ ਬਾਰਡਰ ਡਿਫੈਂਸ। ਉਹਨਾਂ ਨੇ BJB ਨੂੰ ਕਿਹਾ ਕਿ ਬਈ ਪਹਿਲਾਂ ਜੋ ਸੀ ਕਿ ਹਦਾਇਤ ਇਹ ਸੀ ਕਿ ਵੀ ਟਰਨ ਯੋਰ ਬੈਕ, ਕਿ ਇੰਡੀਆ ਜੋ ਕਰਦਾ ਕਰਨ ਦਿਓ, ਤੁਸੀਂ ਪਿੱਠਵਾ ਕਰਕੇ ਖਲੋਣਾ। ਹੁਣ ਉਹਨੇ ਕਿਹਾ ਬਦਲ ਦਿੱਤਾ, ਦੈਟ ਵਿਲ ਨਾਟ ਹੈਪਨ ਐਨੀ ਮੋਰ, ਇਹ ਹੁਣ ਖਤਮ ਹੋ ਗਈ ਨੀਤੀ। ਫਿਰ ਉਹਨਾਂ ਨੇ, ਕਿਉਂਕਿ ਜਦੋਂ 13 ਅਗਸਤ ਨੂੰ ਢਾਕਾ 'ਚ ਉਹਨਾਂ ਨੇ ਇਹ ਹਦਾਇਤ ਦਿੱਤੀ ਜਦੋਂ ਚੇਂਜ ਹੋਈ, ਹੁਣ ਜਿਹੜੀ ਇੱਕ ਟਕਰਾਅ ਹੁੰਦੇ ਹੁੰਦੇ ਬਚਿਆ ਇਹ ਸੀ ਕਿ ਵੀ ਬਾਰਡਰ ਸਿਕਿਉਰਿਟੀ ਫੋਰਸ ਇੰਡੀਆ ਦੀ, ਉਹਨਾਂ ਨੇ ਇੱਕ ਕੰਡਿਆਲੀ ਤਾਰ ਜਿਹੜੀ ਬਾਰਡਰ ਹੈ ਪੌਂਟਗ੍ਰਾਮ ਉਪਾਜ਼ਿਲਾ ਔਰ ਲੈਲ ਮੋਹਨਾਰੀ, ਇਹ 2 ਪਲੇਸਿਸ ਹੋਣਗੇ, ਉਹਨਾਂ 'ਚ ਉਹਨਾਂ ਨੇ ਕੰਡਿਆਲੀ ਤਾਰ ਲਾਣੀ ਚਾਹੀ। ਜਿਉਂ ਹੀ ਇਹਨਾਂ ਦੀ BJB ਨੂੰ, ਬਾਰਡਰ ਗਾਰਡ ਬੰਗਲਾਦੇਸ਼ ਔਰ ਲੋਕਲ ਨੂੰ ਪਤਾ ਲੱਗਾ, ਉਹਨਾਂ ਨੇ ਉੱਥੇ ਜਾ ਕੇ ਉਹਨਾਂ ਨੂੰ ਰੋਕ ਦਿੱਤਾ। ਉਹਨਾਂ ਨੇ ਕਿਹਾ ਕਿ ਬਈ ਇਹ ਅਸੀਂ ਇੱਥੇ ਤਾਰ ਨਹੀਂ ਲਾਣ ਦੇਣੀ। ਫਿਰ ਮੈਂਬਰ ਜਿਹੜੇ BSF ਦੇ ਸੀ, ਉਹ ਬਹੁਤ ਸਾਰੇ, ਇਹ ਸਾਰੇ ਕੰਸਟਰਕਸ਼ਨ ਮਟੀਰੀਅਲ ਵੀ ਸੀ, ਉਹਨਾਂ ਨੂੰ ਉੱਥੇ ਹੀ ਰੋਕ ਦਿੱਤਾ ਗਿਆ। ਆਪਸੀ ਟਕਰਾਅ ਵੱਧ ਰਿਹਾ ਸੀ ਔਰ ਉਸੇ ਸ਼ਾਮ ਫਿਰ ਲੈਫਟੀਨੈਂਟ ਜਨਰਲ ਸੈਲਿਮ ਅਲ-ਦੀਨ, ਕਮਾਂਡਰ BJB ਬਟਾਲੀਅਨ, ਉਹਨਾਂ ਨੇ ਕਿਹਾ ਕਿ ਅਸੀਂ ਵੀ ਸਟਰੋਂਗਲੀ ਪ੍ਰੋਟੈਸਟਡ ਐਂਡ obstructed ਦਾ ਵਰਕ, ਉਹ ਜਿਹੜਾ ਕਰ ਰਹੇ ਸੀ ਉਹਨੂੰ ਅਸੀਂ ਰੋਕਿਆ। In the evening, a flag meeting was held between the battalions of both countries near the incident site. Flag meeting ਉਦੋਂ ਹੁੰਦੇ ਜਦੋਂ ਐਨ ਟਕਰਾਅ ਹੋਣ ਤੋਂ ਉਹਨੂੰ ਰੋਕਣ ਲਈ ਹੁੰਦਾ ਕਿ ਜੀ ਇੱਥੇ ਰੋਕ ਦਿਓ, ਤੁਹਾਡੇ ਲੈਵਲ ਦਾ ਇੱਕ ਹਾਇਰ ਆਫੀਸਰ ਦੂਜਾ, ਉਹਨੂੰ ਉਸੇ ਸ਼ਾਮ ਫਿਰ ਫਲੈਗ ਮੀਟਿੰਗ ਹੋਈ। ਉਹਨਾਂ ਨੇ ਕਿਹਾ ਫਾਰ ਨਾਓ ਦਾ ਫੈਂਸ ਕੰਸਟਰਕਸ਼ਨ ਵਰਕ ਇਜ਼ ਹਾਲਟਡ। ਸੋ ਇਹ ਬੰਗਲਾਦੇਸ਼ ਨੇ ਪਹਿਲਾ ਐਸਰਟ ਕੀਤਾ ਕਿ ਉਹਨਾਂ ਦਾ ਜਿਹੜਾ ਉਹ ਕੰਡਿਆਲੀ ਤਾਰ ਲਾ ਰਹੇ ਸੀ ਆ ਕੇ, ਉਸ ਕੰਮ ਨੂੰ ਉਹਨਾਂ ਨੇ ਉੱਥੇ ਰੁਕਵਾ ਦਿੱਤਾ। ਹਾਲਾਂਕਿ ਹਿੰਦੁਸਤਾਨ ਟਾਈਮਜ਼ ਨੇ ਇਸ ਖਬਰ ਨੂੰ ਕਿਹਾ ਕਿ ਜੀ ਨਹੀਂ, BSF personnel were supervising the construction of the cattle fence, claiming it was not a border fence, ਕਿ ਅਸੀਂ ਕੋਈ ਬਾਰਡਰ ਤੇ ਨਹੀਂ ਸੀ ਲਾ ਰਹੇ, ਇਹ ਤਾਂ ਅਸੀਂ ਡੰਗਰ ਇਧਰਲੇ ਉਧਰ ਚਲੇ ਜਾਂਦੇ ਨੇ ਉਹਨਾਂ ਨੂੰ ਰੋਕਣ ਲਈ ਲਾ ਰਹੇ ਸੀ। ਹਾਲਾਂਕਿ ਉਹ ਜਿਵੇਂ ਕਿ ਡੰਗਰਾਂ ਨੇ ਉਹ ਅੱਡ ਪਰਮਿਟ ਦਿਖਾਣਾ ਹੋਏ ਵੀ ਇਹ ਫੈਂਸ ਲੱਗੀ ਹੋਏ ਤੇ ਅਸੀਂ ਕ੍ਰਾਸ ਕਰਾਂਗੇ, ਇਹ ਲੱਗੀ ਹੋਏ ਤਾਂ ਅਸੀਂ ਨਹੀਂ ਕਰਾਂਗੇ। ਸੋ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਬਈ ਫਿਰ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜਾ ਇੱਕ BSF ਅਫੀਸ਼ੀਅਲ ਨੇ ਐਨੋਨਿਮਿਟੀ, ਕਿ ਮੇਰਾ ਨਾਂ ਨਾ ਲੈਣਾ, ਉਹਨੇ ਕਿਹਾ ਕਿ ਬਈ ਇਹ ਜਿਹੜੀ ਅਸੀਂ ਲਾ ਰਹੇ ਸੀ ਫੈਂਸ, ਇਹ 2012 'ਚ ਐਗਰੀਮੈਂਟ ਹੋਇਆ ਸੀ ਸ਼ੇਖ ਹਸੀਨਾ ਦੀ ਸਰਕਾਰ ਨਾਲ, ਉਹਦੇ ਤੇ ਬੇਸਡ ਲਾ ਰਹੇ ਸੀ। ਪਰ ਉਹਨਾਂ ਨੇ, ਬੰਗਲਾਦੇਸ਼ ਨੇ ਕਿਹਾ ਵੀ ਹੁਣ ਉਹ ਸ਼ੇਖ ਹਸੀਨਾ ਦੇ ਜਿਹੜੇ ਨੇ ਜ਼ਮਾਨੇ ਗਏ, ਹੁਣ ਇੱਥੇ ਤੁਹਾਨੂੰ ਜਿਹੜਾ ਹੈ ਉਹ ਫੋਲੋ ਕਰਨਾ ਪਏਗਾ ਜੋ ਸਾਡੇ ਬਾਰਡਰ ਤੇ ਅਸੀਂ ਕਰ ਰਹੇ ਹਾਂ। ਲੰਬੀ ਚੌੜੀ ਖਬਰ ਹੈ, ਪਰ ਇਸ 'ਚੋਂ ਅਸੀਂ ਇਹ ਦੇਖ ਸਕਦੇ ਹਾਂ ਕਿ ਆਲਰੇਡੀ ਜੇ ਫਲੈਗ ਮੀਟਿੰਗ ਜਿਹੜੀ ਹੋਈ ਹੈ ਦੋਨਾਂ ਦੇ ਆਫੀਸਰਸ ਦੇ, ਉਹਨਾਂ ਨੂੰ ਤਾਰ ਲਾਉਣ ਤੋਂ ਰੋਕ ਦਿੱਤਾ ਗਿਆ ਬਾਰਡਰ ਤੇ, ਔਰ ਇੱਥੇ ਹਦਾਇਤਾਂ ਬਿਲਕੁਲ ਸਪਸ਼ਟ ਨੇ ਔਰ ਇੰਡੀਆ ਦੌੜ ਕੇ ਤ੍ਰਿਪੁਰਾ ਦੇ ਮਿਲੀਟੈਂਟਸ ਦੇ ਨਾਲ ਸਮਝੌਤਾ ਕਰ ਰਿਹਾ। ਸੋ ਇਸ ਤੋਂ ਅਸੀਂ ਅੰਦਾਜ਼ਾ, ਔਰ ਬੰਗਲਾਦੇਸ਼ ਪਾਕਿਸਤਾਨ ਤੋਂ ਐਮਨੀਸ਼ਨ ਖਰੀਦ ਲਿਆ, ਸੋ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਭਾਈ, ਔਰ ਈਵਨ ਇਹਨਾਂ ਦਾ ਹਿੰਦੂਤਵੀ ਉਹ ਗਿਰੀਧਰ ਸਿੰਘ ਕੇ ਕੌਣ ਹੈ, ਬੜਾ ਬਦਬੂਦਾਰ ਹਿੰਦੂਤਵੀ, ਉਹਨੇ ਕਿਹਾ ਕਿ ਵੀ ਹੁਣ ISI ਜਿਹੜੀ ਹੈ ਉਹ ਬੰਗਲਾਦੇਸ਼ ਦੀ ਬੜੀ ਭਾਈ ਬਣ ਗਈ ਹੈ। ਉਹ ਬਣੀ ਹੈ ਕਿ ਨਹੀਂ, ਪਰ ਤੁਹਾਡੀਆਂ ਕਰਤੂਤਾਂ ਨੇ ਜੋ ਕੁਝ ਤੁਸੀਂ ਬੰਗਲਾਦੇਸ਼ ਕੀਤਾ ਜਾ ਕੇ 15 ਸਾਲ ਸ਼ੇਖ ਹਸੀਨਾ ਨੂੰ ਇੱਕ ਟਿਟੂਲਰ, ਇੱਕ ਕਠਪੁਤਲੀ ਵਾਂਗ ਰੱਖ ਕੇ, ਇਹ ਹੁਣ ਜਿਹਨੂੰ ਕਹਿੰਦੇ ਨੇ ਕਿ ਐਜ਼ ਯੂ ਸੋ ਸੋ ਸ਼ੈਲ ਯੂ ਰੀਪ, ਕਿ ਜੇ ਤੁਸੀਂ ਬੀਜਦੇ ਹੋ, ਜੇ ਤੁਸੀਂ ਵੱਢਦੇ ਹੋ। ਹੁਣ ਇਹਨਾਂ ਦੀ ਹਕੀਕਤ ਜਿਹੜੀ ਹੈ ਉਹ ਬੰਗਲਾਦੇਸ਼ੀਆਂ ਨੂੰ ਸਮਝ ਆਈ ਹੈ ਔਰ ਇਸ ਵੇਲੇ ਉਹਨਾਂ ਨੇ ਚੌਂਟੇ ਪੂਰੇ ਚੁੱਕੇ ਹੋਏ ਨੇ। ਜੀ ਰਾਠਾ, ਤੁਹਾਡਾ ਬਹੁਤ ਸ਼ੁਕਰੀਆ। ਸੋ ਤੁਹਾਨੂੰ ਬ੍ਰੇਕ ਵਿਊਅਰਸ, ਤੁਸੀਂ ਇਸ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।
ਸਿੱਖ ਫੈਡਰੇਸ਼ਨ ਯੂਕੇ ਖਾਲਸਾ ਰਾਜ ਦੀ ਪ੍ਰਾਪਤੀ ਅਤੇ ਸਿੱਖ ਹੱਕਾਂ ਲਈ ਲਗਾਤਾਰ ਜੂਝ ਰਹੀ ਇੱਕੋ ਇੱਕ ਪੰਥਕ ਅਤੇ ਰਾਜਨੀਤਿਕ ਜਥੇਬੰਦੀ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿੱਖ ਫੈਡਰੇਸ਼ਨ ਯੂਕੇ ਵੱਲੋਂ 15 ਸਤੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਸਹਿਜਲੀ ਸਟਰੀਟ ਵੁਲਵਰਹੈਂਪਟਨ ਵਿਖੇ ਬੜੇ ਵੱਡੇ ਪੱਧਰ ਤੇ ਸਾਲਾਨਾ ਕਨਵੈਨਸ਼ਨ ਕੀਤੀ ਜਾ ਰਹੀ ਹੈ। ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਦੇਸ਼ਾਂ ਵਿਦੇਸ਼ਾਂ ਤੋਂ ਰਾਜਨੀਤਿਕ ਸ਼ਖਸੀਅਤਾਂ, ਕੌਮੀ ਲੀਡਰ ਅਤੇ ਪੰਥਕ ਬੁਲਾਰੇ ਪਹੁੰਚ ਰਹੇ ਨੇ। ਸੋ ਪਿਆਰੇ ਖਾਲਸਾ ਜੀ, 15 ਸਤੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਗੁਰਦੁਆਰਾ ਸਹਿਜਲੀ ਸਟਰੀਟ ਵੁਲਵਰਹੈਂਪਟਨ ਵਿਖੇ ਹੁਮ-ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ। ਵਧੇਰੇ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੀਆਂ ਈਸਟ ਕੋਸਟ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਆਉਣ ਵਾਲੀ 6, 7 ਤੇ 8 ਤਰੀਕ ਨੂੰ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਵਿਖੇ ਭਾਈ ਬਲਵਿੰਦਰ ਸਿੰਘ ਜਟਾਣਾ, ਚਰਨਜੀਤ ਸਿੰਘ ਚੰਨਾ, ਬਲਵੀਰ ਸਿੰਘ ਫੌਜੀ, ਭਾਈ ਅਨੋਖ ਸਿੰਘ ਬੱਬਰ, ਭਾਈ ਦਿਲਾਵਰ ਸਿੰਘ ਬੱਬਰ ਤੇ ਨਾਲ ਦੀ ਨਾਲ ਭਾਈ ਜਸਵੰਤ ਸਿੰਘ ਖਾਲੜਾ, ਇਹਨਾਂ ਸਮੂਹ ਦਾ ਸ਼ਹਾਦਤ ਦਾ ਦਿਹਾੜਾ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ, ਸਮੁੱਚੀਆਂ ਸਿੱਖ ਸੰਗਤਾਂ, ਪੰਥਕ ਜਥੇਬੰਦੀਆਂ, ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀਆਂ ਵੱਲੋਂ ਬਹੁਤ ਹੀ ਵੱਡੇ ਪੱਧਰ ਤੇ ਜਾਹੋ ਜਲਾਲ ਦੇ ਨਾਲ ਮਨਾਇਆ ਜਾ ਰਿਹਾ ਆ। ਕੁਝ ਸਾਡੇ ਬੰਦੀ ਸਿੰਘ ਜਿਹੜੇ ਅੱਜ ਵੀ ਜੇਲ੍ਹਾਂ ਦੇ ਵਿੱਚ ਬੈਠੇ 30 35 ਸਾਲਾਂ ਤੋਂ, ਅਸੀਂ ਉਹ ਦਿਹਾੜਾ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਵਿਖੇ ਮਨਾ ਰਹੇ ਆ। ਆਪ ਜੀ ਨੂੰ ਸਮੂਹ ਨੂੰ ਬੇਨਤੀ ਆ, ਵੱਧ ਚੜ ਕੇ ਆਪਣੇ ਯੋਧਿਆਂ ਨੂੰ ਯਾਦ ਕਰਨ ਲਈ 3 ਦਿਨ ਅਖੰਡ ਪਾਠ ਸਾਹਿਬ ਆਰੰਭ ਹੋਣਗੇ। 8 ਤਰੀਕ ਐਤਵਾਰ ਨੂੰ ਭੋਗ ਪੈਣਗੇ। ਵੱਧ ਤੋਂ ਵੱਧ ਹਾਜ਼ਰੀਆਂ ਲਵਾਓ, ਸ਼ਹੀਦਾਂ ਨੂੰ ਪ੍ਰਣਾਮ ਕਰੋ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜ਼ਿੰਦਗੀ ਧਰਮ ਤੋਂ ਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 7 ਸਤੰਬਰ 2024 ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗ੍ਰੀਨਵੁੱਡ ਇੰਡੀਆਨਾ ਵਿਖੇ ਕੱਢਿਆ ਜਾ ਰਿਹਾ ਹੈ। ਨਗਰ ਕੀਰਤਨ ਸਵੇਰੇ 11 ਵਜੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਵੇਗਾ। ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਹਿੰਮਤ ਸਿੰਘ ਨਿਊਯਾਰਕ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਨਗੇ। ਐਤਵਾਰ ਦੇ ਮੁੱਖ ਦੀਵਾਨ ਵਿੱਚ ਵੀ ਪੰਥਕ ਵਿਚਾਰਾਂ ਹੋਣਗੀਆਂ। ਭਾਈ ਹਰਪਾਲ ਸਿੰਘ ਫਤਿਹਗੜ੍ਹ ਸਾਹਿਬ, ਭਾਈ ਪਰਮਪਾਲ ਸਿੰਘ, ਭਾਈ ਦਵਿੰਦਰ ਸਿੰਘ ਸ਼ਾਂਤ 6, 7, 8 ਸਤੰਬਰ ਨੂੰ ਖਾਸ ਤੌਰ ਤੇ ਗੁਰੂ ਘਰ ਵਿਖੇ ਹਾਜ਼ਰੀ ਲਵਾਉਣਗੇ। ਘੱਲੂਘਾਰਾ 1984 ਦੀ 40ਵੀਂ ਵਰ੍ਹੇਗੰਢ ਨੂੰ ਮੁੱਖ ਰੱਖਦਿਆਂ ਗੁਰੂ ਘਰ ਵਿਖੇ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਵਿਸ਼ੇਸ਼ ਪ੍ਰਦਰਸ਼ਨੀ ਲਾਈ ਜਾਵੇਗੀ। ਆਪ ਸਭ ਨੂੰ ਪਰਿਵਾਰਾਂ ਸਮੇਤ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਉਸ ਗੱਲਬਾਤ ਕਰਨ ਜਾ ਰਹੇ ਹਾਂ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਕਿ ਜੰਮੂ ਕਸ਼ਮੀਰ ਦੀ ਯੂਨੀਅਨ ਟੈਰੀਟਰੀ ਵਿੱਚ ਚੋਣਾਂ ਜਿਹੜੀਆਂ ਨੇ ਹੋਣ ਜਾ ਰਹੀਆਂ ਔਰ ਕਾਂਗਰਸ ਸਮੇਤ ਅੱਡ-ਅੱਡ ਧਿਰਾਂ ਨੇ ਜੰਮੂ ਕਸ਼ਮੀਰ ਨੂੰ ਸੂਬੇ ਦਾ ਦਰਜਾ ਦੇਣ ਦਾ ਦਾਅਵਾ ਤਾਂ ਕੀਤਾ ਹੈ, ਪਰ ਕਿਸੇ ਵੀ ਧਿਰ ਵੱਲੋਂ ਆਰਟੀਕਲ 370 ਨੂੰ ਮੁੜ ਬਹਾਲ ਕਰਨ ਲਈ ਕੁਝ ਨਹੀਂ ਕਿਹਾ ਗਿਆ। ਸੋ ਜ਼ਾਹਿਰ ਹੈ ਕਿ ਇਹ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਭਾਰਤੀ ਸਟੇਟ ਅਤੇ ਸਿਆਸੀ ਧਿਰਾਂ ਵੱਲੋਂ ਕੀਤਾ ਜਾ ਰਿਹਾ ਜਿਹੜਾ ਇੱਕ ਵੱਡਾ ਧੋਖਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੀਆਂ ਲੋਕਾਂ ਦੀਆਂ ਯਾਦਾਂ ਚੋਂ ਨਿਕਲ ਰਹੇ ਅਖਾਣ ਹੁੰਦੇ ਨੇ, ਜਿਨ੍ਹਾਂ ਦੇ ਵਿੱਚ ਵਿਜ਼ਡਮ ਆਫ ਦਾ ਏਜਸ ਹੁੰਦੀ ਹੈ, ਜਿਹੜੀ ਉਮਰਾਂ ਦੀ ਸਿਆਣਪ, ਉਹ ਕਈ ਜਨਰੇਸ਼ਨਾਂ ਬਾਅਦ ਜਿਹੜਾ ਅਖਾਣ ਬਣਦਾ ਉਸ ਦੀ ਇੱਕ ਆਪਣੀ ਖੂਬਸੂਰਤੀ ਹੁੰਦੀ ਹੈ। ਪਿਛਲੇ ਦਿਨਾਂ 'ਚ ਹੀ ਮੈਂ ਕਿਸੇ ਨਾਲ ਡਿਸਕਸ਼ਨ ਦੇ ਵਿੱਚ ਗੱਲ ਕਰਦਿਆਂ ਕਿਹਾ, ਮੈਂ ਕਿਹਾ ਵੀ ਬਹੁਤ ਵਾਰ ਬੰਦਾ ਯਤਨ ਤਾਂ ਕਰ ਰਿਹਾ ਹੁੰਦਾ ਆਪਣੇ ਵੱਲੋਂ ਕੁਛ ਨਾ ਕੁਛ ਕਰਨ ਦਾ, ਪਰ ਉਹਦਾ ਬਣ ਹੋਰ ਦਾ ਹੋਰ ਜਾਂਦਾ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਮੇਰੇ ਮਾਤਾ ਜੀ ਇੱਕ ਅਖਾਣ ਇਸਤੇਮਾਲ ਕਰਦੇ ਸੀ ਕਿ ਵਾਹ ਕਿਸਮਤ ਦਿਆ ਬਲੀਆ, ਰਿੱਧੀ ਖੀਰ ਤੇ ਬਣ ਗਿਆ ਦਲੀਆ। ਉਹਨਾਂ ਨੂੰ ਬਹੁਤ ਪਸੰਦ ਆਈ ਗੱਲ। ਮੈਂ ਕਿਹਾ ਵੀ ਹੁਣ ਰੈਸਪੀ ਤਾਂ ਉਹੀ ਹੁੰਦੀ ਹੈ, ਅੱਗ ਵੀ ਉਹੀ ਹੈ, ਦੂਜੀ ਅੱਗ ਥੋੜੀ ਤੇਜ਼ ਹੋ ਗਈ, ਤੁਸੀਂ ਪਾਸੇ ਹੋ ਗਏ ਤੇ ਉਹ ਖੀਰ ਦਾ ਦਲੀਆ ਬਣ ਗਿਆ। ਵੀ ਇਹੀ ਬਹੁਤ ਵਾਰੀ ਜਦੋਂ ਅਸੀਂ ਕਿਸਮਤ ਦੇ ਬਲੀ ਦੀ ਗੱਲ ਕਰਦੇ ਹਾਂ ਕਿ ਕਈ ਵਾਰ ਨੋ ਮੈਟਰ ਤੁਸੀਂ ਕਿੰਨੇ ਸਿੰਸੀਅਰ ਐਫਰਟ ਨਾਲ ਕੁਝ ਕਰਦੇ ਹੋ ਤੇ ਕੁਝ ਦਾ ਕੁਝ ਬਣ ਜਾਂਦਾ। ਸੋ ਮੈਂ ਇਸੇ ਤਰ੍ਹਾਂ ਜਦੋਂ ਅੱਜ ਰਾਹੁਲ ਗਾਂਧੀ ਹੁਣ ਕਸ਼ਮੀਰ ਦੇ ਦੌਰੇ ਤੇ ਹੈ, ਸਾਰੀਆਂ ਧਿਰਾਂ ਉੱਥੇ ਯੂਨੀਅਨ ਟੈਰੀਟਰੀ ਬਣਾ ਦਿੱਤਾ 2019 'ਚ 5 ਅਗਸਤ ਨੂੰ ਕਸ਼ਮੀਰ ਦਾ
ਜੰਮੂ ਕਸ਼ਮੀਰ ਦਾ ਰੁਤਬਾ ਆਰਟੀਕਲ 370 35 ਇਹ ਵੀ ਖਤਮ ਕੀਤਾ, ਉਹਦੇ 2 ਹਿੱਸੇ ਕਰ ਦਿੱਤੇ, ਯੂਨੀਅਨ ਟੈਰੀਟਰੀ ਲਦਾਖ ਹੱਡ ਕਰ ਦਿੱਤਾ ਔਰ ਜੰਮੂ ਔਰ ਕਸ਼ਮੀਰ ਨੂੰ ਬਣਾ ਕੇ 5 ਸਾਲ ਹੋ ਗਏ ਨੇ। ਹਾਲਾਂਕਿ ਸੁਪਰੀਮ ਕੋਰਟ 'ਚ ਦਸੰਬਰ ਦੇ ਮਹੀਨੇ 'ਚ 2023 'ਚ ਇੰਡੀਅਨ ਗਵਰਨਮੈਂਟ ਨੇ ਕਮਿਟਮੈਂਟ ਦਿੱਤੀ ਸੀ, ਉਹਨੇ ਵੀ ਕਿਹਾ ਜੀ ਵੈਰੀ ਸੂਨ ਇਟ ਸ਼ੁੱਡ ਬੀ ਰੀਸਟੋਰਡ। ਅੱਜ ਅਸੀਂ ਦੇਖ ਰਹੇ ਹਾਂ ਕਿ ਚੋਣਾਂ ਹੁਣ ਯੂਨੀਅਨ ਟੈਰੀਟਰੀ ਦੀਆਂ ਹੋਣ ਜਾ ਰਹੀਆਂ ਨੇ, ਅਜੇ ਤੱਕ ਸੂਬੇ ਦਾ ਰੁਤਬਾ ਨਹੀਂ ਦਿੱਤਾ ਗਿਆ। ਔਰ ਇਹ ਜਿੰਨੀਆਂ ਧਿਰਾਂ ਉੱਥੇ ਹੁਣ ਕਾਂਗਰਸ ਨੇ ਨੈਸ਼ਨਲ ਕਾਨਫਰੰਸ ਉਮਰ ਅਬਦੁੱਲਾ ਫਾਰੂਕ ਅਬਦੁੱਲਾ ਨਾਲ ਸਮਝੌਤਾ ਕੀਤਾ, ਜਿੰਨੀਆਂ ਵੀ ਉਹਨਾਂ ਦੀਆਂ 80-90 ਸੀਟਾਂ ਨੇ ਉਹਨਾਂ ਦੇ ਉੱਤੇ ਰਲ ਕੇ ਇਲੈਕਸ਼ਨ ਲੜਨਗੇ। ਹੁਣ ਰਾਹੁਲ ਗਾਂਧੀ ਨੇ ਉੱਥੇ ਬੜਾ ਅਨੰਤਨਾਗ 'ਚ ਵੀ ਔਰ ਸ੍ਰੀਨਗਰ 'ਚ ਵੀ ਜਿਹੜੀਆਂ ਸਪੀਚਿਸ ਕੀਤੀਆਂ, ਉਹਦੇ 'ਚ ਉਹਨੇ ਇਹ ਕਿਹਾ ਕਿ ਜੀ ਦੇਖੋ ਇਹ ਭਾਰਤ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ, ਇਹ ਤਾਂ ਹੁੰਦਾ ਸੀ ਕਿ ਜਿਹੜੀ ਯੂਨੀਅਨ ਟੈਰੀਟਰੀ ਆ ਉਹਨੂੰ ਸੂਬੇ ਦਾ ਰੁਤਬਾ ਦਿੱਤਾ ਜਾਂਦਾ ਸੀ, ਪਰ ਇੱਥੇ ਸੂਬਾ ਜਿਹੜਾ ਸੀ ਉਹਨੂੰ ਯੂਨੀਅਨ ਟੈਰੀਟਰੀ 'ਚ ਬਣਾ ਦਿੱਤਾ ਗਿਆ। ਔਰ ਇਸੇ ਤਰ੍ਹਾਂ ਅਸੀਂ ਰਾਜੇ ਖਤਮ ਕਰਤੇ ਸੀ 47 'ਚ, ਹੁਣ ਮਨੋਜ ਸਿਨਹਾ ਜਿਹੜਾ ਲੈਫਟੀਨੈਂਟ ਗਵਰਨਰ ਹੈ ਉਹ ਰਾਜਾ ਹੈ, ਉਹਦਾ ਹੀ ਸਾਰਾ ਚੱਲ ਰਿਹਾ। ਔਰ ਇਹ ਸਾਰੇ 'ਚ ਕਸ਼ਮੀਰੀਆਂ ਨੂੰ ਜਿਹੜਾ ਉਹ ਕੋਈ ਨੌਕਰੀਆਂ ਜਾਂ ਦੂਸਰਿਆਂ ਦੇ ਵਿੱਚ ਉਹਨਾਂ ਨੂੰ ਬਾਹਰ ਕੱਢ ਕੇ ਬਾਹਰਲੇ ਲੋਕਾਂ ਦਾ ਕਬਜ਼ਾ ਕਰਵਾਇਆ ਜਾ ਰਿਹਾ। ਔਰ ਅਸੀਂ ਜਿਹੜਾ ਉਹ ਜਦ ਸਾਡੀ ਸਰਕਾਰ ਬਣੀ ਦਿੱਲੀ ਦੇ ਵਿੱਚ ਵੀ ਦੂਜੇ ਅਸੀਂ ਜੰਮੂ ਕਸ਼ਮੀਰ ਦਾ ਜਿਹੜਾ ਰੁਤਬਾ ਹੈ ਇੱਕ ਸਟੇਟ ਦੇ ਤੌਰ ਤੇ ਐਜ਼ ਏ ਸਟੇਟਹੁੱਡ ਉਹਦਾ ਰੀਸਟੋਰ ਕਰਾਂਗੇ। ਹੁਣ ਗੱਲ ਇਹਨਾਂ ਦੀ ਕਰੀਏ ਤੇ ਜੇ ਮੈਂ ਅਖਾਣ ਤੋਂ ਗੱਲ ਇਸ ਲਈ ਸ਼ੁਰੂ ਕੀਤੀ ਵੀ ਲੋਕ ਅਖਾਣਾਂ ਦੇ ਵਿੱਚ ਇੱਕ ਅਖਾਣ ਹੈ ਕਿ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ। ਹੁਣ ਇਹ ਇੱਕ ਅਖਾਣ ਤੋਂ ਬਿਹਤਰ ਹੋਰ ਲੰਬੀਆਂ ਚੌੜੀਆਂ ਤੁਸੀਂ ਕਿਤਾਬਾਂ ਵੀ ਲਿਖੋ ਤੇ ਤੁਸੀਂ ਬ੍ਰਾਹਮਣਵਾਦ ਹਿੰਦੂਤਵਾ ਜਾਂ ਇਹਨਾਂ ਦੇ ਕਰੈਕਟਰ ਨੂੰ ਬਿਆਨ ਨਹੀਂ ਸਕਦੇ। ਔਰ ਜਦੋਂ ਗੁਰੂ ਨਾਨਕ ਸਾਹਿਬ ਨੇ ਆਸਾ ਦੀ ਵਾਰ ਜਿਹੜੀ ਸਾਡੇ ਲਈ ਮੈਂਡੇਟਰੀ ਹੈ ਵੀ ਉਸ ਦਾ ਕੀਰਤਨ ਗੁਰਦੁਆਰਾ ਸਾਹਿਬ 'ਚ ਹੁੰਦਾ ਹੈ ਸਵੇਰੇ ਨਿਤਨੇਮ ਤੋਂ ਬਾਅਦ, ਤੇ ਗੁਰੂ ਨਾਨਕ ਸਾਹਿਬ ਦਾ ਫਰਮਾਨ ਹੈ ਕਿ ਭਾਈ ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ। ਇਹ ਆਇਡੈਂਟੀਫਾਈ ਕੀਤਾ ਇਸ ਨੂੰ ਬ੍ਰਾਹਮਣ ਨੂੰ ਉਹਨਾਂ ਦੀ ਆਈਡੀਓਲੋਜੀ ਨੂੰ ਕਿ ਇਹਦੇ ਮੱਥੇ ਤੇ ਟਿੱਕਾ ਤੇੜੀ ਦੇ ਕਖਾਈ ਇੱਕ ਖਾਸ ਸਟਾਈਲ ਦੀ ਧੋਤੀ ਬੰਨੀ ਹੋਈ ਹੈ, ਪਰ ਇਹਦੇ ਹੱਥ 'ਚ ਛੁਰੀ ਹੈ, ਇਹ ਜਗਤ ਦਾ ਕਸਾਈ ਹੈ। ਹੁਣ ਅਖਾਣ ਬਗਲ ਵਿੱਚ ਛੁਰੀ ਇਸ ਲਈ ਕਹਿੰਦਾ ਹੈ ਕਿ ਬਈ ਗੁਰੂ ਸਾਹਿਬ ਨੂੰ ਤਾਂ ਨਜ਼ਰ ਆ ਰਿਹਾ ਕਿ ਬਈ ਇਹ ਬੁੱਚਰ ਜਿਹੜਾ ਇਹ ਬਾਹਰ ਨਿਕਲਿਆ ਹੋਇਆ, ਇਹਨੇ ਇਹ ਜਿਹੜੀ ਆਈਡੀਓਲੋਜੀ ਹੈ ਵਰਣ ਆਸ਼ਰਮ ਤੇ ਬੇਸ ਜਿਹਨੇ ਇਨਸਾਨ ਨੂੰ ਇਨਸਾਨ ਨਾਲੋਂ ਹੀ ਜੁਦਾ ਕਰ ਦਿੱਤਾ, ਉਹਦੇ ਜਨਮ ਦੇ ਨਾਲ ਹੀ ਊਚ ਨੀਚ ਖੜੀ ਕਰ ਦਿੱਤੀ, ਡਿਵੀਜ਼ਨਸ ਖੜੀਆਂ ਕਰ ਦਿੱਤੀਆਂ, ਲੋਕਾਂ ਦੇ ਮੁੱਢਲੇ ਹੱਕ ਖੋਹ ਲਏ ਵੀ ਇਹ ਤਾਂ ਸ਼ਰੇਆਮ ਬੁੱਚਰ ਹੈ ਕਿਉਂਕਿ ਬੁੱਚਰ ਦੇ ਹੱਥ 'ਚ ਨਾਈਫ ਹੁੰਦਾ, ਉਹਨੇ ਕੋਈ ਬਗਲ 'ਚ ਨਹੀਂ ਰੱਖਿਆ ਹੁੰਦਾ। ਪਰ ਉਹ ਜਿਹੜਾ ਬੁੱਚਰ ਹੈ ਜੇ ਕਿਸੇ ਹੋਰ ਥਾਂ ਤੇ ਜਾ ਕੇ ਉਹ ਵਿਚਰਦਾ ਤੇ ਉਹ ਕਿਉਂਕਿ ਬੁੱਚੜ ਅਸੀਂ ਪੰਜਾਬੀ 'ਚ ਕਹਿੰਦੇ ਆ, ਬੁੱਚਰ ਅੰਗਰੇਜ਼ੀ ਦਾ, ਪੰਜਾਬੀ ਹਿੰਦੀ 'ਚ ਕਸਾਈ ਚੰਡਾਲ ਇਹ ਸਾਰੇ ਸੀ ਜਿਹਨੂੰ ਬ੍ਰਾਹਮਣ ਨੇ ਸਭ ਤੋਂ ਥੱਲੇ ਅਨਟੱਚੇਬਲ ਬਣਾਇਆ ਹੋਇਆ ਸੀ। ਇੱਕ ਤਾਂ ਸ਼ੂਦਰ ਨੇ, ਸ਼ੂਦਰਾਂ ਦਾ ਵੀ ਹਕੂਕ ਨੇ ਜਿਹੜੇ ਮਨੂ ਸਮ੍ਰਿਤੀ ਨੇ ਦਿੱਤੇ ਹੋਏ ਨੇ, ਲੇਕਿਨ ਜਿਹੜੇ ਚੰਡਾਲ ਜਾਂ ਇਹ ਕਸਾਈ ਇਹਨਾਂ ਦੇ ਕੋਈ ਹਕੂਕ ਨਹੀਂ ਸੀ, ਅਨਟੱਚੇਬਲ ਕੈਟਾਗਰੀ ਦੇ ਵਿੱਚ ਆਉਂਦੇ ਸੀ। ਹੁਣ ਜੇ ਅਸੀਂ ਸਿਆਸੀ ਤੌਰ ਤੇ ਦੇਖੀਏ ਤੇ ਬੇਸ਼ੱਕ ਕਾਂਗਰਸ ਸੈਕੂਲਰ ਜਮਾਤ ਔਰ ਇਹ ਜਿਹੜੀ ਹੱਥ ਛੁਰੀ ਜਗਤ ਕਸਾਈ ਹੈ ਔਰ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ ਹੈ, ਇਹਦਾ ਫਸਟ ਹੈਂਡ ਐਕਸਪੀਰੀਅੰਸ ਤਾਂ ਸਿੱਖਾਂ ਨੇ ਪੰਜਾਬ 'ਚ ਕੀਤਾ 1947 ਤੋਂ ਬਾਅਦ। ਸਾਡੇ ਨਾਲ ਇਕਰਾਰ ਕੀ ਸੀ, ਵਾਅਦੇ ਕੀ ਸੀ, ਵਾਅਦਿਆਂ ਨੇ ਵਫਾ ਦਾ ਕੀ ਹੋਣਾ ਸੀ। ਇਹਨਾਂ ਨੇ ਸਾਨੂੰ ਕ੍ਰਿਮੀਨਲ ਟ੍ਰਾਈਬ ਐਲਾਨ ਕੇ ਜਿਹੜੀ ਹੈ ਉਹ ਉਸ ਦੀ ਸ਼ੁਰੂਆਤ ਕੀਤੀ ਕਿ ਭਾਈ ਇਹਨਾਂ ਦੇ ਗ੍ਰੰਥ ਔਰ ਪੰਥ ਦੋਨਾਂ ਨੂੰ ਹੀ ਜਾਂ ਜਜ਼ਬ ਕਰੋ ਜਾਂ ਫਿਨਿਸ਼ ਕਰੋ। ਜੋ ਕੰਮ ਬੁੱਧ ਧਰਮ ਦੇ ਨਾਲ ਕੀਤਾ ਸੀ ਕਿ ਭਾਈ ਜਿਹੜਾ ਅਸੀਂ ਤੁਹਾਨੂੰ ਰਹਿਣ ਹੀ ਨਹੀਂ ਦੇਣਾ, ਜਿਹਨੂੰ ਅਲਾਮਾ ਇਕਬਾਲ ਨੇ ਕਿਹਾ ਕਿ ਬ੍ਰਾਹਮਣ ਸਰਸ਼ਾਰ ਹੈ ਅਬ ਤੱਕ ਮੈਂ ਪਿੰਦਾਰ में ਸ਼ਮਾਏ ਗੌਤਮ ਜਲ ਰਹੀ ਹੈ ਮਹਿਫਲੇ ਅਗਿਆਰ में, ਕਿ ਗੈਰਾਂ ਦੀ ਮਹਿਫਲ 'ਚ ਬਾਹਰ ਬੁੱਧ ਨੂੰ ਕੱਢ ਦਿੱਤਾ। ਇਹੀ ਹਾਲ ਉਹਨਾਂ ਨੇ ਕਸ਼ਮੀਰ 'ਚ, ਜਿਵੇਂ ਸਾਡੇ ਮਾਸਟਰ ਤਾਰਾ ਸਿੰਘ ਜਿਹੜੇ ਇਹਨਾਂ ਦੇ ਜਾਲ ਦੇ ਵਿੱਚ ਫਸੇ, ਇਵੇਂ ਸ਼ੇਖ ਅਬਦੁੱਲਾ ਜੰਮੂ ਕਸ਼ਮੀਰ ਦੀ ਨੈਸ਼ਨਲ ਕਾਨਫਰੰਸ ਦਾ ਲੀਡਰ, ਔਰ ਇਵੈਂਚੁਅਲੀ ਉਹਨੂੰ ਲੱਗਾ ਜੀ ਆਰਟੀਕਲ 370 ਸਾਡਾ ਆਪਣਾ ਝੰਡਾ, ਆਪਣਾ ਰਾਸ਼ਟਰੀ ਗੀਤ, ਆਪਣੀ ਕਾਂਸਟੀਟਿਊਂਟ ਅਸੈਂਬਲੀ, ਸਿਰਫ 2-3 ਮਹਿਕਮੇ ਜਿਹੜੇ ਨੇ ਡਿਫੈਂਸ ਹੈ ਜਾਂ ਫੋਰਨ ਪਾਲਿਸੀ ਹੈ ਜਾਂ ਦੂਜਾ ਉਹ ਸੈਂਟਰ ਕੋਲ ਹੋਣਗੇ ਔਰ ਸਾਡਾ ਪੂਰੇ ਅਖਤਿਆਰ ਹੋਣਗੇ।
ਔਰ ਕਿਵੇਂ ਇਹਨਾਂ ਨੇ ਵਾਅਦਾ ਖਿਲਾਫੀ ਆਲਮੋਸਟ 75-76 ਸਾਲ ਬਾਅਦ ਉਸੇ ਕਨਸਟੀਟਿਊਸ਼ਨ ਦੇ ਜਿਹੜੇ ਮੂਲ ਡਰਾਫਟ ਦੇ ਵਿੱਚ ਸੀ ਉਹਨੂੰ ਕਿਵੇਂ ਉਹਨਾਂ ਨੇ ਸਿੰਪਲ ਮੈਜੋਰਿਟੀ ਦੇ ਨਾਲ ਅੰਡੂ ਕਰ ਦਿੱਤਾ। ਔਰ ਇਸ ਸਭ ਦੇ ਚੱਲਦਿਆਂ ਅੱਜ ਜਦੋਂ ਕਿ ਜੰਮੂ ਕਸ਼ਮੀਰ ਦੇ ਵਿੱਚ 1 ਮਿਲੀਅਨ ਫੌਜ ਰੱਖ ਕੇ ਜੋ ਇਹਨਾਂ ਨੇ ਪਿਛਲੇ ਪੀਰੀਅਡ 'ਚ ਕਿਵੇਂ ਜਿਹੜਾ ਹੈ ਉਹ ਉਹਨਾਂ ਦੀ ਟੌਪ ਲੀਡਰਸ਼ਿਪ ਨੂੰ ਰੋੜਿਆ, ਕਿਸੇ ਤੇ ਮਨੀ ਲਾਂਡਰਿੰਗ, ਕਿਸੇ ਤੇ ਮੁਲਕ ਦੇ ਖਿਲਾਫ ਜੰਗ, ਔਰ ਸੈਯਦ ਅਲੀ ਸ਼ਾਹ ਗਿਲਾਨੀ ਉਹਦੀ ਮਈਅਤ ਨੂੰ ਵੀ ਰੋੜਿਆ ਗਿਆ। ਇਹਦੇ ਬਾਵਜੂਦ ਕਸ਼ਮੀਰੀਆਂ ਦੀ ਡਿਫਾਈਂਸ ਹੈ, ਦੂਜਾ ਹਾਲਾ ਉਹਨਾਂ ਦੀ ਮਜਬੂਰੀ ਹੈ ਇਲੈਕਸ਼ਨਾਂ 'ਚ ਕੌਣ ਕਈ ਵਾਰੀ ਯੂ ਗੋ ਫॉर द ਲੈਸਰ ਈਵਲ। ਸੋ ਇਸ ਸਭ ਦੇ ਚੱਲਦਿਆਂ ਹੁਣ ਰਾਹੁਲ ਗਾਂਧੀ ਜਿਹਦੇ ਦਾਦੇ ਨੇ ਇਹ ਸਾਰੀ ਡੀਲ ਕੀਤੀ ਸੀ ਸ਼ੇਖ ਅਬਦੁੱਲੇ ਨਾਲ ਜਾਂ ਦੂਜੇ, ਪਰ ਇਹ ਉਹਦਾ ਪੋਤਾ ਵੋਟਾਂ ਤਾਂ ਮੰਗ ਰਿਹਾ ਦਿੱਲੀ ਸਰਕਾਰ ਨੂੰ ਵੀ ਮੋਦੀ ਨੂੰ, ਲੇਕਿਨ ਇੰਨਾ ਕੀ ਇਕਰਾਰ ਹੈ ਕਿ ਜੇ ਅਸੀਂ ਤੁਹਾਡਾ ਸੂਬਾ ਰੀਸਟੋਰ ਕਰ ਦਿਆਂਗੇ ਦੈਟ ਮੀਨਸ ਨਥਿੰਗ। ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਜੋ ਮੋਦੀ ਜਾਂ ਹਿੰਦੂਤਵੀ ਹਕੂਮਤ ਨੇ ਕੀਤਾ ਉਹ ਤਾਂ ਕੀਤਾ ਹੀ ਕੀਤਾ, ਲੇਕਿਨ ਇਹਨਾਂ ਦਾ ਵਰਤਾਰਾ ਵੀ ਕੀ ਹੈ। ਔਰ ਸਾਡੇ ਇੱਕ ਵੀਰ ਜਿਹੜੇ ਲਗਾਤਾਰਤਾ ਨਾਲ ਸਾਨੂੰ ਲਿਖਦੇ ਨੇ ਕਸ਼ਮੀਰ ਤੋਂ, ਭਾਰਤੀ ਕਬਜ਼ੇ ਵਾਲੇ ਕਸ਼ਮੀਰ ਤੋਂ, ਉਹਨਾਂ ਨੇ ਮਨਾ ਕੀਤਾ ਹੈ ਕਿ ਵੀ ਉਹਨਾਂ ਦਾ ਨਾਂ ਨਹੀਂ ਲੈਣਾ ਹੈ ਕਿਉਂਕਿ ਉਹਨਾਂ ਨੂੰ ਆਲਰੇਡੀ ਵਾਰਨਿੰਗ ਮਿਲੀ ਹੈ। ਪਰ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਸ਼ੁਕਰਗੁਜ਼ਾਰ ਹਾਂ, ਸੱਚੋ ਸੱਚ ਸ਼ੋਅ ਨੂੰ ਸਾਡੀ ਵੈਲੀ 'ਚ ਬਹੁਤ ਦੇਖਿਆ ਜਾਂਦਾ ਹੈ, ਪਸੰਦ ਕੀਤਾ ਜਾਂਦਾ ਹੈ, ਲੇਕਿਨ ਅਸੀਂ ਜਿਹੜਾ ਈਵਨ ਆਪਣਾ ਨਾਂ ਵੀ ਨਹੀਂ ਜਾਂ ਤੁਹਾਨੂੰ ਕੋਈ ਬਹੁਤੇ ਲਿਖਦੇ ਵੀ ਨਹੀਂ ਨੇ ਕਿਉਂਕਿ ਇਸੇ ਲਈ ਕਿਉਂਕਿ ਇੱਥੇ ਸਾਡੇ ਤੇ ਉਹ ਤਲਵਾਰ ਲਟਕਦੀ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਥੈਂਕਸ ਫॉर ਪ੍ਰੈਜ਼ੈਂਟਿੰਗ ਸੱਚ ਏ ਬਿਊਟੀਫੁਲ ਸ਼ੋਅ ਵਿਚ ਇਜ਼ ਪ੍ਰਾਈਮਰੀਲੀ ਬੇਸਡ ਔਨ ਟਰੂਥ, ਵਿਜ਼ਡਮ ਐਂਡ ਨੌਲੇਜ, ਕਿ ਜਿਹੜਾ ਸੱਚ, ਸਿਆਣਪ ਔਰ ਗਿਆਨ ਤੇ ਆਧਾਰਿਤ ਹੈ। ਸਰ ਯੂ ਆਰ ਐਨ ਇੰਸਪੀਰੇਸ਼ਨ। ਔਰ ਉਹਨਾਂ ਨੇ ਕਿਹਾ ਵੀ ਇੱਥੇ ਅਸੀਂ ਤੁਹਾਡੇ ਇਸ ਸ਼ੋਅ ਨੂੰ ਪ੍ਰੋਕਸੀ ਨੈਟਵਰਕ VPN ਰਾਹੀਂ ਦੇਖ ਪਾਉਂਦੇ ਹਾਂ। ਔਰ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਹਮੇਸ਼ਾ ਹੀ ਜਿਹੜਾ ਯੂ ਆਲਵੇਜ਼ ਹਾਈਲਾਈਟਡ and remembered Kashmir in your shows, for which we all Kashmiris thank you, or we thank you wholeheartedly. I am saying this also on behalf of other Kashmiri colleagues and friends who also watch this show but can't comment or mail the reason you know. और फिर उन्होंने हबीब ज़ालब दी पोइट्री का एक शेयर कोट किया कि मैं बेखौफ हूँ तख्ताए दार से, मैं भी मंसूर हूँ कह दो अग्यार से, क्यों डराते हो जिंदा की दीवार से, जुल्म की बात को, जेल की रात को मैं नहीं मानता, मैं नहीं जानता। ये हबीब ज़ालब ਜਿਹੜੇ ਬਹੁਤ ਵੱਡੇ ਉਹਨਾਂ ਦੇ ਪਾਕਿਸਤਾਨੀ ਹਾਲਾਂ ਡਿਸਟ੍ਰਿਕਟ ਹੁਸ਼ਿਆਰਪੁਰ ਤੋਂ ਹੀ ਗਏ ਸੀ ਉੱਠ ਕੇ, ਲਹਿੰਦੇ ਪੰਜਾਬ ਦੇ ਵੱਡੇ ਸ਼ਾਇਰ ਹੋਏ ਜਿਨ੍ਹਾਂ ਨੇ ਅਯੂਬ ਖਾਨ ਨੇ ਜਦੋਂ ਨਵਾਂ ਕਾਨੂੰਨ ਲਾਗੂ ਕੀਤਾ ਤੇ ਹਬੀਬ ਜ਼ਾਲਬ ਨੇ ਉਹਨੂੰ ਚੈਲੰਜ ਕੀਤਾ ਸੀ ਕਿ ਵੀ ਮੈਂ इस दस्तूर को, सुबह बेनूर को मैं नहीं मानता, मैं नहीं जानता। उसे नज़म दा है, पर ये जड़ा शेयर है स्पैसिफिक उसका है कि दार सूली नूं कहंदे ने। और यही कारण है जदों सर कपूर सिंह अपने नाम नाल सिरदार लिखते सी, वो कहंदे सरदार दा मतलब हो सिरदार, तो वो कहंदे सी दा मतलब है कि जिन्हें सिर सूली दे नाल ला दिता है, कि ਜਿਹੜਾ ਇਹ ਸਮਝਦਾ ਹੈ ਕਿ ਹੈ ਸਿਰਦਾਰ ਦਾ ਦਾਰ ਉੱਤੋਂ ਦੀ ਰਸਤਾ ਹੈ, ਪਹਿਲਾਂ ਵਿਛੋੜਾ ਤੇ ਪਿੱਛੋਂ ਹਜ਼ੂਰੀ ਹੈ, ਦਾਣਾ ਫੁੱਟਣ ਲਈ ਭੋਏ 'ਚ ਮਿਲਦਾ ਹੈ, ਪਹਿਲਾਂ ਮਜ਼ਦੂਰੀ ਤੇ ਪਿੱਛੋਂ ਹੈ ਚੋਰੀ ਹੈ, ਆਸ਼ਿਕ ਲਈ ਸਿਰ ਕਟਾਣਾ ਜ਼ਰੂਰੀ, ਸ਼ਹੀਦਾਂ ਦਾ ਦਾਰੂ ਹੈ ਪਹਿਲਾਂ ਸਬੂਰੀ। ਸੋ ਸਰ ਸਾਹਿਬ ਕਹਿੰਦੇ ਸੀ ਕਿ ਸਿੱਖ ਦਾ ਮਤਲਬ ਹੈ ਜਿਹਨੇ ਆਪਣਾ ਸਿਰ ਸੂਲੀ ਦੇ ਨਾਲ ਜੋੜ ਦਿੱਤਾ ਹੈ ਕਿ ਜਿਹੜਾ जो तो प्रेम खेलन का चाओ, सिर तर तली गली मेरी आओ, इत मार्ग पैर तरीजै, सिर दीजै कान ना कीजै, कि दार दे उत्ते सिर। और यही हबीब ज़ालिब कहंदे ने कि भाई ये कह दो आई डोंट फियर द हैंगमैनस नूस, कि मैनू उस दार दा कोई डर नहीं है, मैं बिल्कुल जेड़ा आई एम आल्सो मार्टियर, टेल द वर्ल्ड, दुनिया नू दस दिओ कि भाई मैं शहीद का रुतबा रखना है। वाई डू यू थ्रैटन मी विद प्रिजन वॉल्स, कि मैनू जेल दियां दीवारां तो तू क्यों डरांदे हो,
this tyrannous affair, this ignorant night, I will not acknowledge, I will not condone, मैं नहीं मानता, मैं नहीं जानता। और यही हबीब ਜ਼ਾਲਬ जिन्हां ने कदे वंगारिया सी अयूब खान ਨੂੰ ਵੀ और फिर ਜਿਹੜਾ ਜ਼ਿਆਉਲ ਹੱਕ ਨੂੰ ਵੀ ਜਦੋਂ ਉਹਨਾਂ ਨੇ ਇਹ ਕਿਹਾ ਸੀ, ਜ਼ਿਆਉਲ ਹੱਕ ਆਇਆ ਤਾਂ ਉਹਨਾਂ ਨੇ ਕਿਹਾ ਕਿ तुमसे पहले भी यहाँ एक जो तख्ते नशीं था उसको भी अपने खुदा होने का इतना ही यकीन था कि तेरे तो पहला भी जड़ा एक तख्त ते बैठा सी ਉਹਨੂੰ भी लगता सी कि भी मैं रब है, भी वो भी तुर गया तो भी तुर जाना है। तुमसे पहले भी एक शख्स जो यहाँ तख्ते नशीं था उसको भी अपने खुदा होने का इतना ही यकीन था। सो ਅਸੀਂ ਆਪਣੇ ਕਸ਼ਮੀਰੀ ਭਰਾਵਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਦੇ ਲਫ਼ਜ਼ ਸਾਡੇ ਲਈ ਵੀ ਮੋਟੀਵੇਸ਼ਨ ਹੁੰਦੇ ਨੇ ਔਰ ਅਸੀਂ ਸਮਝਦੇ ਹਾਂ ਕਿ ਸਾਡੀ ਦੋਨਾਂ ਕੌਮਾਂ ਦੀ ਖਾਲਿਸਤਾਨ ਔਰ ਕਸ਼ਮੀਰ ਦੀਆਂ ਆਜ਼ਾਦੀ ਤਹਿਰੀਕਾਂ ਅਸੀਂ ਹਮਸਫਰ ਵੀ ਹਾਂ, ਇੱਕ ਦੂਸਰੇ ਦੇ ਨਾਲ ਜੁੜੇ ਹੋਏ ਵੀ ਹਾਂ। ਸਾਡਾ ਦੁਸ਼ਮਣ ਵੀ ਇੱਕੋ ਹੈ ਔਰ ਦੁਸ਼ਮਣ ਨੇ ਜਿਹੜੇ ਐਕਸਪੈਰੀਮੈਂਟ ਕੀਤੇ ਨੇ ਪੰਜਾਬ, ਕਸ਼ਮੀਰ, ਨਾਰਥ ਈਸਟ, ਉਹਨਾਂ ਨੇ ਉਹੀ ਤੌਰ ਤਰੀਕੇ ਅਪਣਾਏ ਨੇ ਔਰ ਅਸੀਂ ਸਮਝਦੇ ਹਾਂ ਵੀ ਅਲਟੀਮੇਟਲੀ ਜ਼ੁਲਮ ਦੀ ਕਾਲੀ ਬੋਲੀ ਰਾਤ ਦਾ ਅੰਤ ਹੋਏਗਾ। ਸੁਬਹ ਦੀ ਪ੍ਰਭਾਤ ਜਿਹੜੀ ਹੈ ਉਹ ਰੋਸ਼ਨੀ, ਉਸ ਊਸ਼ਾ ਦੀ ਲਾਲੀ ਜਿਹਨੂੰ ਕਿਹਾ ਜਾਂਦਾ ਹੈ, ਫਜ਼ਰ ਜਿਹੜੀ ਜਿਸ ਦੇ ਨਾਲ ਸ਼ੁਰੂਆਤ ਹੁੰਦੀ ਹੈ, ਅਸੀਂ ਪ੍ਰਭਾਤ ਸੂਹੀ ਸਵੇਰ, ਆਜ਼ਾਦੀ ਦੀ ਸੂਹੀ ਸਵੇਰ ਜਿਹੜੀ ਹੈ ਉਹ ਜ਼ਰੂਰ ਹੋਏਗੀ। बेशक पंडा भारियां ने झलक सुंदर तो रोशन पंद होए की गम जे सिर ते पंडा भारियां ने। जे बांग्लादेश जिन्हों बिल्कुल इन्होंने शेख हसीना राही जकड़ लिया सी और ये समझते सी कि हुण साडी परमानेंट कॉलोनी बन गई है, किवें इन्हां दा अंत होया, इवें ही जम्मू कश्मीर भी इन्हां दे कब्जे चों आज़ाद होएगा, इंडियन स्टेट दे खालिस्तान भी होएगा, नागालैंड, मणिपुर, नॉर्थ ईस्ट सत्तों स्टेटां ਜਿਹੜੀਆਂ ਨੇ ਇਹਨਾਂ ਦੇ ਚੁੰਗਲ ਚੋਂ ਨਿਕਲਣਗੀਆਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਤਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 7 ਸਤੰਬਰ 2024 ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗ੍ਰੀਨਵੁੱਡ ਇੰਡੀਆਨਾ ਵਿਖੇ ਕੱਢਿਆ ਜਾ ਰਿਹਾ ਹੈ। ਨਗਰ ਕੀਰਤਨ ਸਵੇਰੇ 11 ਵਜੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਵੇਗਾ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਹਿੰਮਤ ਸਿੰਘ ਨਿਊਯਾਰਕ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਨਗੇ। ਐਤਵਾਰ ਦੇ ਮੁੱਖ ਦੀਵਾਨ ਵਿੱਚ ਵੀ ਪੰਥਕ ਵਿਚਾਰਾਂ ਹੋਣਗੀਆਂ। ਭਾਈ ਹਰਪਾਲ ਸਿੰਘ ਫਤਿਹਗੜ੍ਹ ਸਾਹਿਬ, ਭਾਈ ਪਰਮਪਾਲ ਸਿੰਘ, ਭਾਈ ਦਵਿੰਦਰ ਸਿੰਘ ਸ਼ਾਂਤ 6, 7, 8 ਸਤੰਬਰ ਨੂੰ ਖਾਸ ਤੌਰ ਤੇ ਗੁਰੂ ਘਰ ਵਿਖੇ ਹਾਜ਼ਰੀ ਲਵਾਉਣਗੇ। ਘੱਲੂਘਾਰਾ 1984 ਦੀ 40ਵੀਂ ਵਰ੍ਹੇਗੰਢ ਨੂੰ ਮੁੱਖ ਰੱਖਦਿਆਂ ਗੁਰੂ ਘਰ ਵਿਖੇ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਵਿਸ਼ੇਸ਼ ਪ੍ਰਦਰਸ਼ਨੀ ਲਾਈ ਜਾਵੇਗੀ। ਆਪ ਸਭ ਨੂੰ ਪਰਿਵਾਰਾਂ ਸਮੇਤ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਐਨਵਲ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ 30 ਅਗਸਤ ਦਾ ਦਿਨ ਯੂਨਾਈਟਿਡ ਨੇਸ਼ਨਸ ਵੱਲੋਂ ਜ਼ਬਰੀ ਗਾਇਬ ਕੀਤੇ ਗਏ ਲੋਕਾਂ ਦੀ ਯਾਦ ਨੂੰ ਸਮਰਪਿਤ ਹੈ ਔਰ ਆਸਟ੍ਰੇਲੀਆ ਦੇ ਪ੍ਰਮੁੱਖ ਸ਼ਹਿਰ ਸਿਡਨੀ ਵਿੱਚ ਸੈਨੇਟਰ ਡੇਵਿਡ ਸ਼ੂਬ੍ਰਿਜ ਦੇ ਯਤਨਾਂ ਸਦਕਾ ਇਸ ਮੌਕੇ ਇੱਕ ਵਿਸ਼ੇਸ਼ ਸਮਾਗਮ ਕੀਤਾ ਗਿਆ ਜਿਸ ਵਿੱਚ ਅੱਡ-ਅੱਡ ਹਿਊਮਨ ਰਾਈਟਸ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ ਹੈ ਔਰ ਸਿੱਖ ਐਕਟਿਵਿਸਟ ਜਿਹੜੇ ਹਰਕੀਰਤ ਸਿੰਘ ਹੋਰਾਂ ਨੇ ਇਸ ਮੌਕੇ ਸਿੱਖ ਕੌਮ ਦੀ ਨੁਮਾਇੰਦਗੀ ਕਰਦਿਆਂ ਪੰਜਾਬ ਵਿੱਚ ਗਾਇਬ ਕੀਤੇ ਗਏ ਸਿੱਖ ਨੌਜਵਾਨਾਂ ਦਾ ਵੇਰਵੇ ਨਾਲ ਜ਼ਿਕਰ ਕੀਤਾ ਹੈ ਔਰ ਜਿਸ ਵਿੱਚ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਵੀ ਉਹਨਾਂ ਵੱਲੋਂ ਸ਼ਰਧਾਂਜਲੀ ਜਿਹੜੀ ਹੈ ਦਿੱਤੀ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਐਂਟਰਟੇਨ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੀ ਆਸਟ੍ਰੇਲੀਆ ਦੇ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਜੋ ਐਕਟੀਵਿਟੀਜ਼ ਚੱਲ ਰਹੀਆਂ ਨੇ, ਕੱਲ ਸਾਡਾ ਲੀਡ ਸੈਗਮੈਂਟ ਇਸ ਦੇ ਉੱਤੇ ਸੀ ਔਰ ਅਸੀਂ ਖਾਸ ਤੌਰ ਤੇ ਗ੍ਰੀਨ ਪਾਰਟੀ ਦੇ ਸੈਨੇਟਰ ਜਿਹੜੇ ਡੇਵਿਡ ਸ਼ੂਬ੍ਰਿਜ ਉਹਨਾਂ ਦਾ ਜ਼ਿਕਰ ਕੀਤਾ ਸੀ ਕਿ ਭਾਈ ਉਹਨਾਂ ਨੇ
ਕਿਵੇਂ ਸਿੱਖ ਸਕ੍ਰਿਪਚਰ ਦੀ ਅਹਿਮੀਅਤ ਨੂੰ ਸਮਝਿਆ ਔਰ ਉਹਨਾਂ ਨੇ ਆਪਣੀ ਜੋ ਪੁਲਿਸ ਕਮਿਸ਼ਨਰ ਨੂੰ ਲਿਖਿਆ ਉਹਦੇ 'ਚ ਉਹਨਾਂ ਨੇ ਅਟੈਕ ਔਨ ਦਾ ਸਿੱਖਸ ਆਫ ਪਰਥ ਕਿਹਾ। ਔਰ ਓਵਰਆਲ ਵੀ ਅਸੀਂ ਸਾਰੀ ਬਰੀਫਿੰਗ ਕੀਤੀ ਸੀ। ਅਸੀਂ ਇੰਤਜ਼ਾਰ ਕਰ ਰਹੇ ਹਾਂ ਕਿ ਪੁਲਿਸ ਕਿਸ ਨਤੀਜੇ ਤੇ ਪਹੁੰਚਦੀ ਹੈ, ਉਹ ਆਉਣ ਵਾਲੇ ਦਿਨਾਂ 'ਚ ਅਸੀਂ ਦੱਸਾਂਗੇ। ਔਰ ਇਸੇ ਪੀਰੀਅਡ 'ਚ ਜਿਹੜੀ ਕੱਲ੍ਹ ਹੀ ਸਾਨੂੰ ਜਾਣਕਾਰੀ ਆਸਟ੍ਰੇਲੀਆ ਤੋਂ ਮਿਲੀ, ਕਿਉਂਕਿ 30 ਅਗਸਤ ਦਾ ਦਿਨ ਯੂਨਾਈਟਿਡ ਨੇਸ਼ਨਸ ਨੇ 21 ਦਸੰਬਰ 2010 ਦੇ ਵਿੱਚ ਇੱਕ ਮਤਾ ਪਾਇਆ ਸੀ, ਜਿਹਦੇ ਥੱਲੇ ਉਹਨਾਂ ਨੇ ਜਿਹੜਾ ਇਹ ਦਿਨ ਹੈ 30 ਅਗਸਤ ਦਾ, ਇਸ ਨੂੰ ਇੰਟਰਨੈਸ਼ਨਲ ਡੇ ਆਫ ਦਾ ਵਿਕਟਮਸ ਆਫ ਐਨਫੋਰਸਡ ਡਿਸਅਪੀਅਰੈਂਸਿਸ ਇਹ ਐਲਾਨਿਆ ਸੀ। ਹੁਣ ਅਸੀਂ ਸਮਝਦੇ ਹਾਂ, ਅਗਵਾ ਲਫ਼ਜ਼ ਨੂੰ ਅਸੀਂ ਸਮਝਦੇ ਹਾਂ, ਜਦੋਂ ਆਜ਼ਾਦੀ ਤਹਿਰੀਕਾਂ ਚੱਲਦੀਆਂ ਨੇ ਕਿਵੇਂ ਜਿਹੜੀ ਸਟੇਟ ਹੈ ਉਹ ਜ਼ਬਰਦਸਤੀ ਉਹਨਾਂ ਨੂੰ ਜਿਹੜੇ ਉਹਨਾਂ ਨੂੰ ਚੈਲੰਜ ਕਰ ਰਹੇ ਹੁੰਦੇ ਨੇ, ਜੇ ਉਹ ਆਲਰੇਡੀ ਇਨ ਦਾ ਹਾਈਡਿੰਗ ਹੋਣ ਜਾਂ ਅੰਡਰਗਰਾਊਂਡ ਹੋਣ, ਤੇ ਫਿਰ ਉਹਨਾਂ ਦੇ ਨੀਅਰ ਐਂਡ ਡੀਅਰ ਵਨਸ ਨੂੰ, ਉਹਨਾਂ ਦੇ ਘਰ ਨੂੰ, ਫਾਦਰ ਮਦਰ ਭਰਾ ਭੈਣ, ਉਹਨੂੰ ਚੁੱਕ ਕੇ ਲੈ ਜਾਂਦੇ ਨੇ ਔਰ ਉਹਨਾਂ ਨੂੰ ਮੁੜ ਕੇ ਜਿਹੜਾ ਉਹ ਗਾਇਬ ਕਰ ਦਿੱਤਾ ਜਾਂਦਾ ਹੈ। ਉਹਨਾਂ ਨੂੰ ਪਹਿਲਾਂ ਦਬਾਅ ਬਣਾਇਆ ਜਾਂਦਾ ਹੈ ਔਰ ਫਾਈਨਲੀ ਉਹਨਾਂ ਨੂੰ ਗਾਇਬ ਕਰ ਦਿੱਤਾ ਜਾਂਦਾ ਹੈ, ਕਿਉਂਕਿ ਇਹ ਇੱਕ ਪੈਟਰਨ ਲੰਬਾ ਵਕਤ ਤੋਂ ਚੱਲ ਹੀ ਰਿਹਾ ਹੈ ਹਰ ਪਾਸੇ। ਜਦੋਂ ਇਸ ਕਿਸਮ ਦਾ ਦਬਾਅ ਹੁੰਦਾ ਹੈ, ਸੋ ਯੂਨਾਈਟਿਡ ਨੇਸ਼ਨਸ ਨੇ 21 ਦਸੰਬਰ 2010 ਨੂੰ ਇਹ ਰੈਜ਼ੋਲੂਸ਼ਨ ਕੀਤਾ ਕਿ ਇੱਕ ਦਿਨ ਜਿਹੜਾ ਹੈ 30 ਅਗਸਤ ਦਾ ਦਿਨ, ਉਹਨਾਂ ਦੀ ਯਾਦ ਨੂੰ ਜਿਹੜੇ ਐਨਫੋਰਸਡ ਡਿਸਅਪੀਅਰੈਂਸ, ਜ਼ਬਰਦਸਤੀ ਜਿਨ੍ਹਾਂ ਨੂੰ ਡਿਸਅਪੀਅਰ ਕੀਤਾ ਗਿਆ, ਉਹ ਕੋਈ ਖੁਦ ਗਾਇਬ ਨਹੀਂ ਹੋਏ। ਔਰ ਇਸ ਨੂੰ ਲੈ ਕੇ ਜਿਹੜਾ ਇੱਕ ਫੰਕਸ਼ਨ ਇਹੀ ਸੈਨੇਟਰ ਡੇਵਿਡ ਸ਼ੂਬ੍ਰਿਜ ਨੇ ਸਿਡਨੀ ਦੇ ਵਿੱਚ ਮਾਰਟਨ ਪਲੇਸ ਗੈਡੀਗਲ ਲੈਂਡ ਸਿਡਨੀ ਦੇ ਵਿੱਚ ਆਰਗੇਨਾਈਜ਼ ਕੀਤਾ। ਔਰ ਸਾਡੇ ਵੀਰ ਹਰਕੀਰਤ ਸਿੰਘ ਜਿਹੜੇ ਬੜੇ ਹੀ ਸੂਝਵਾਨ ਨੇ ਅੱਡ-ਅੱਡ ਪੰਥਕ ਮੁੱਦਿਆਂ ਦੇ ਉੱਤੇ, ਸਿਡਨੀ ਦੇ ਵਿੱਚ ਇਹਨਾਂ ਨੂੰ ਸਿਸਟਮ ਦੇ ਵਿੱਚ ਜਾ ਕੇ ਕਿਵੇਂ ਕੰਮ ਕਰਨਾ ਹੈ ਉਸ ਦੀ ਬਹੁਤ ਚੰਗੀ ਤਰ੍ਹਾਂ ਸੋਝੀ ਹੈ। ਪੰਥਕ ਮੁੱਦਿਆਂ ਦੇ ਉੱਤੇ, ਪੰਥਕ ਇਸ਼ੂਜ਼ ਦੇ ਉੱਤੇ ਟੋਟਲ ਕਲੈਰਿਟੀ ਹੈ। ਇਹ ਜਿਹੜਾ ਸਮਾਗਮ ਡੇਵਿਡ ਸ਼ੂਬ੍ਰਿਜ ਨੇ ਆਰਗੇਨਾਈਜ਼ ਕੀਤਾ, ਉਸ ਦੇ ਵਿੱਚ ਅੱਡ-ਅੱਡ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਔਰ ਅੱਡ-ਅੱਡ ਭਾਈਚਾਰਿਆਂ ਦੇ ਲੋਕ ਵੀ ਉਹਨਾਂ ਦੀ ਸ਼ਮੂਲੀਅਤ ਹੋਈ। ਔਰ ਉਹਦੇ 'ਚ ਹਰਕੀਰਤ ਸਿੰਘ ਹੋਰਾਂ ਨੇ ਜਿਹੜਾ ਸਿੱਖ ਕੌਮ ਦੇ ਵਿੱਚ ਕਿਵੇਂ ਸਾਡੀ ਮੂਵਮੈਂਟ ਨੂੰ ਕ੍ਰਸ਼ ਕੀਤਾ ਗਿਆ, ਕਿਵੇਂ ਹਜ਼ਾਰਾਂ ਜਿਹੜੇ ਨੌਜਵਾਨ ਜਿਹੜੀਆਂ ਅਣਪਛਾਤੀਆਂ ਲਾਸ਼ਾਂ ਬਣਾ ਦਿੱਤੇ ਗਏ, ਔਰ ਖ਼ਾਸ ਤੌਰ 'ਤੇ ਸਰ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੇ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦਿੱਤੀ ਸਿਵਿਆਂ ਦੇ ਵਿੱਚ ਜਾ ਕੇ, ਜਿਹੜਾ ਉਹਨਾਂ ਨੇ ਕਿਵੇਂ ਉਹ ਲਿਸਟ ਕੱਢੀ ਜਿਹੜੇ ਕਿ 1992 ਤੋਂ 94 ਤੱਕ ਤਰਨ ਤਾਰਨ ਔਰ ਪੱਟੀ ਔਰ ਦੁਰਗਿਆਣਾ ਮੰਦਿਰ ਅੰਮ੍ਰਿਤਸਰ ਦੇ ਸ਼ਮਸ਼ਾਨ ਘਾਟਾਂ ਜਿਨ੍ਹਾਂ ਨੂੰ ਅਣਪਛਾਤੀਆਂ ਲਾਸ਼ਾਂ ਬਣਾਇਆ ਗਿਆ ਸੀ। ਔਰ ਜਿਉਂ-ਜਿਉਂ ਅਸੀਂ ਗੱਲਬਾਤ ਕਰ ਰਹੇ ਹਾਂ, ਦਰਸ਼ਕ ਸਕਰੀਨ ਤੇ ਦੇਖ ਸਕਦੇ ਨੇ ਇਹ ਸਮਾਗਮ ਜਿਹੜਾ ਹੈ ਉਸ ਦੇ ਵਿੱਚ ਪਾਰਟਿਸਿਪੇਸ਼ਨ ਦਾ ਹੋਣਾ। ਔਰ ਮੈਂ ਯੂਨਾਈਟਿਡ ਨੇਸ਼ਨਸ ਦੇ ਪੇਜ ਤੇ ਜਾ ਕੇ ਦੇਖ ਰਿਹਾ ਸੀ ਕਿ ਇਸ ਮੌਕੇ ਈਵਨ ਐਂਟੋਨੀਓ ਗੁਟਰਸ ਜਿਹੜੇ ਸੈਕਟਰੀ ਜਨਰਲ ਨੇ ਯੂਨਾਈਟਿਡ ਨੇਸ਼ਨਸ ਦੇ, ਉਹਨਾਂ ਦੀ ਕੋਟ ਹੈ ਦਿੱਤੀ ਹੋਈ ਕਿ ਇੰਪਿਊਨਿਟੀ ਕੰਪਾਊਂਡਸ ਦਾ ਸਫਰਿੰਗ ਐਂਡ ਐਂਗੁਇਸ਼ under international human rights law. Families and societies have a right to know the truth about what happened. I call on member states to fulfill this responsibility. ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੀ ਇਸ ਕਿਸਮ ਦੀਆਂ ਫੋਰਸਡ ਡਿਸਅਪੀਅਰੈਂਸਿਸ ਨੇ, ਇਹ ਵਾਇਲੇਸ਼ਨ ਹੈ ਇੰਟਰਨੈਸ਼ਨਲ ਹਿਊਮਨ ਰਾਈਟਸ ਲਾਅ ਦੀ, ਔਰ ਫੈਮਲੀਜ਼ ਔਰ ਸੁਸਾਇਟੀਜ਼ ਨੂੰ ਉਹਨਾਂ ਦਾ ਇਹ ਹੱਕ ਹੈ ਕਿ ਉਹ ਜਾਣਨ ਕਿ ਉਹਨਾਂ ਦੇ ਪਿਆਰਿਆਂ ਦੇ ਨਾਲ ਕੀ ਵਾਪਰਿਆ। ਸੋ ਇਹ ਇਸ ਡੇ ਦਾ ਮਤਲਬ ਵੀ ਇਹ ਹੁੰਦਾ ਹੈ ਕਿ ਭਾਈ ਉਸ ਨੂੰ ਇਹ ਉਹਨਾਂ ਨੇ ਰੈਕਗਨਾਈਜ਼ ਕੀਤਾ। ਫਿਰ ਉਹਨਾਂ ਨੇ ਇਸ ਦੀ ਪੂਰੀ ਯੂਨਾਈਟਿਡ ਨੇਸ਼ਨ ਦੇ ਪੇਜ ਦੇ ਉੱਤੇ ਹੈ ਕਿ ਭਾਈ ਕਿਹੜੇ ਕਿਵੇਂ ਪ੍ਰਭਾਵਿਤ ਹੁੰਦੇ ਨੇ, ਵਿਕਟਮ ਕੀ ਨੇ, ਕਮਿਊਨਿਟੀਜ਼ ਕੀ ਨੇ, ਔਰ ਇਹ ਜਿਹੜੇ ਨੇ ਡੈਫੀਨੇਸ਼ਨ ਇਹਦੀ ਕੀ ਹੈ। ਅਕੋਰਡਿੰਗ ਟੂ ਡੈਕਲੇਰੇਸ਼ਨ on the protection of all persons from enforced disappearances proclaimed by the General Assembly in its resolution, ਉਹਨਾਂ ਨੇ resolution number 1992 ਦਾ ਦਿੱਤਾ ਹੈ, persons are arrested, detained or abducted against their will or otherwise deprived of their liberty by officials of different branches or levels of government or by organized groups or private individuals acting on behalf of, ਜਿਵੇਂ ਬਲੈਕ ਕੈਟਸ, ਕੈਟ ਚੁੱਕ ਕੇ ਲੈ ਗਏ,
ਪਤਾ ਹੀ ਨਹੀਂ ਹੈ। ਸੋ ਉਹਨਾਂ ਨੇ ਇਹਨਾਂ ਸਾਰਿਆਂ ਨੂੰ ਹੀ ਔਰ ਵਿਦ ਦਾ ਸਪੋਰਟ ਡਾਇਰੈਕਟ ਔਰ ਇਨਡਾਇਰੈਕਟ consent or acquiescence of the government followed by a refusal to disclose the fate or whereabouts of the persons concerned or a refusal to acknowledge the deprivation of their liberty which places such persons outside the protection of the law। ਜਦੋਂ ਅਸੀਂ ਚੁੱਕ ਹੀ ਲਿਆ ਗਾਇਬ ਕਰਤਾ ਉਹਨਾਂ ਨੂੰ, ਅਦਰਵਾਈਜ਼ ਦੁਨੀਆ ਦੇ ਮੋਸਟਲੀ ਲਾਅ ਇਹ ਕਹਿੰਦੇ ਨੇ ਵੀ 24 ਘੰਟੇ ਦੇ ਵਿੱਚ ਉਹਨਾਂ ਨੂੰ ਮੈਜਿਸਟ੍ਰੇਟ ਸਾਹਮਣੇ ਪੇਸ਼ ਕਰੋ, ਪਰ ਤੁਸੀਂ ਵਿਜੀਲਾਂਟੇ ਆਪਣੇ ਗਰੁੱਪ ਰੱਖੇ ਹੋਏ ਨੇ, ਕੈਟਾਂ ਰੱਖੀਆਂ ਹੋਈਆਂ ਨੇ, ਪੁਲਿਸ ਵਾਲੇ ਸਿਵਲ ਕੱਪੜਿਆਂ 'ਚ ਆਏ, ਫੌਜ ਚੁੱਕ ਕੇ ਲੈ ਗਏ। ਔਰ ਇਹ ਵਰਤਾਰਾ ਅਸੀਂ ਬਹੁਤ ਸਾਰੇ ਮੁਲਕਾਂ ਦੇ ਵਿੱਚ ਦੇਖ ਰਹੇ ਹਾਂ। ਔਰ ਸਿੱਖ ਕੌਮ ਜਿਹੜੀ ਕਿ ਇਸ ਦੀ ਵਿਕਟਮ ਹੈ, ਫਿਰ ਉਹਨਾਂ ਨੇ ਇਸ ਨੂੰ ਸੀਰੀਅਸ ਵਾਇਓਲੇਸ਼ਨ ਹਿਊਮਨ ਰਾਈਟਸ ਦੀ ਕਿਹਾ। ਔਰ ਅਸੀਂ ਸਮਝਦੇ ਹਾਂ ਕਿ ਭਾਈ ਇਹ ਅਸੀਂ ਬਹੁਤ ਵਾਰ ਆਪਣੇ ਸਮੱਸਿਆਵਾਂ ਦੀ ਗੱਲ ਤਾਂ ਕਰਦੇ ਹਾਂ, ਔਰ ਇਹ ਪਲੇਟਫਾਰਮ ਹੁੰਦੇ ਨੇ ਜਿੱਥੇ ਜਾ ਕੇ ਤੁਸੀਂ ਦੂਸਰਿਆਂ ਨੂੰ, ਔਰ ਮੈਂ ਸ਼ਾਇਦ ਅੱਗੇ ਵੀ ਇੱਕ ਵਾਰ ਜ਼ਿਕਰ ਕੀਤਾ ਸੀ ਕਿ ਜਦੋਂ ਪਹਿਲੀ ਵਾਰ ਡਾਕਟਰ ਸਿੰਥੀਆ ਕੈਪਲੇ ਮਹਿਮੂਦ ਜਿਹੜੇ ਅਸਿਸਟੈਂਟ ਪ੍ਰੋਫੈਸਰ ਆਫ ਐਂਥਰੋਪੋਲੋਜੀ ਸੀ ਯੂਨੀਵਰਸਿਟੀ ਆਫ ਮੇਨ 'ਚ, ਪਹਿਲੀ ਵਾਰ ਮੈਨੂੰ ਬਰਕਲੀ ਯੂਨੀਵਰਸਿਟੀ 'ਚ ਇੱਕ ਸੈਮੀਨਾਰ ਦੇ ਦੌਰਾਨ ਮਿਲੇ 1993 'ਚ, ਔਰ ਬਾਅਦ ਦੇ ਵਿੱਚ ਉਹਨਾਂ ਦੇ ਨਾਲ ਕਲੋਜ਼ਲੀ ਕੰਮ ਕਰਨ ਦਾ ਮੌਕਾ ਮਿਲਿਆ। ਔਰ ਉਹਨਾਂ ਦੀ ਕਲਾਸਿਕ ਬੁੱਕ ਫਾਈਟਿੰਗ ਫॉर ਫੇਥ ਐਂਡ ਨੇਸ਼ਨ ਡਾਇਲੌਗਸ ਵਿਦ ਸਿੱਖ ਮਿਲੀਟੈਂਟਸ ਜਿਹੜੀ ਹੈ ਉਹ 3-4 ਸਾਲ ਦੀ ਮਿਹਨਤ ਤੋਂ ਬਾਅਦ ਉਹਨਾਂ ਦੀ ਸਾਹਮਣੇ ਆਈ। ਤੇ ਉਹਨਾਂ ਨੂੰ ਮੈਂ ਪਹਿਲਾਂ, ਮੈਨੂੰ ਅਜੇ ਵੀ ਕੁਝ ਚੀਜ਼ਾਂ ਤੁਹਾਡੀ ਯਾਦ ਦਹਾਨੀ 'ਚ ਪਈਆਂ ਹੁੰਦੀਆਂ ਨੇ, ਮੈਂ ਕਿਹਾ ਜੀ ਸਾਡੇ ਨਾਲ ਇੰਨੇ ਜ਼ੁਲਮ ਹੋ ਰਹੇ ਨੇ, ਕੋਈ ਸਾਡੇ ਨਾਲ ਸਿੰਪਥੀ ਕਰਨ ਜਾਂ ਬਾਹਰ ਸਾਡੇ ਹੱਕ 'ਚ ਕੋਈ ਆਵਾਜ਼ ਚੁੱਕਣ ਲਈ ਤਿਆਰ ਨਹੀਂ ਹੈ। ਦੁਨੀਆ ਨੂੰ ਪਤਾ ਹੀ ਨਹੀਂ ਹੈ ਸਾਡੇ ਨਾਲ ਕੀ ਹੋ ਰਿਹਾ। ਤੇ ਜਿਹੜਾ ਇੱਕ ਪੀਸ ਆਫ ਐਡਵਾਈਸ ਉਹਨਾਂ ਨੇ ਦਿੱਤਾ, ਔਰ ਜਦੋਂ ਮੈਂ ਇਸ ਕਵਰੇਜ ਨੂੰ ਵੀ ਦੇਖਿਆ ਮੈਂ ਕਿਹਾ ਇਹ ਠੀਕ ਤਰੀਕਾ। ਉਹਨਾਂ ਨੇ ਕਿਹਾ ਕਿ ਜੀ ਤੁਹਾਨੂੰ ਲੱਗਦਾ ਵੀ ਇਹ ਸਿਰਫ ਤੁਹਾਡੇ ਨਾਲ ਹੋ ਰਿਹਾ, ਦੁਨੀਆ 'ਚ ਬਹੁਤ ਇਨਜਸਟਿਸ ਹੁੰਦਾ ਹੈ ਬਹੁਤ। ਔਰ ਉਹਨਾਂ ਨੇ ਕਿਹਾ ਵੀ ਜਿਹੜੇ ਤੌਰ ਤਰੀਕੇ ਤੁਹਾਡੀ ਆਵਾਜ਼ ਨੂੰ, ਆਜ਼ਾਦੀ ਦੀ ਨੂੰ ਕ੍ਰਸ਼ ਕਰਨ ਲਈ ਵਰਤੇ ਜਾ ਰਹੇ ਨੇ, ਇਹ ਜਿਹੜੇ ਵੀ ਜ਼ਾਬਰ ਹੁੰਦੇ ਨੇ ਉਹ ਵਰਤਦੇ ਨੇ। ਉਹਨਾਂ ਨੇ ਕਿਹਾ ਵੀ ਉਹਦਾ ਇੱਕ ਤਰੀਕਾ, ਜੇ ਤੁਸੀਂ ਆਪਣੀ ਕਹਾਣੀ ਦੱਸਣੀ ਹੈ ਪਹਿਲਾਂ ਉੱਥੇ ਜਾਓ ਜਿੱਥੇ ਜਿਨ੍ਹਾਂ ਦੇ ਨਾਲ ਵਾਪਰ ਰਿਹਾ ਉਹਨਾਂ ਦੀ ਕਹਾਣੀ ਸੁਣੋ, ਉਹਦੇ 'ਚੋਂ ਤੁਹਾਡੀ ਅੱਗੋਂ ਤਾਕਤ ਨਿਕਲਦੀ ਹੈ। ਔਰ ਇਹ ਜਿਹੜੇ ਇਸ ਕਿਸਮ ਦੇ ਪਲੇਟਫਾਰਮ ਨੇ, ਜਿਵੇਂ ਇਹ ਇੰਟਰਨੈਸ਼ਨਲ ਡੇ ਵਿਕਟਮਸ ਆਫ ਐਨਫੋਰਸਡ ਡਿਸਅਪੀਅਰੈਂਸਿਸ ਦਾ, ਉਹਦੇ ਜਿਵੇਂ ਵੀਰ ਹਰਕੀਰਤ ਸਿੰਘ ਹੋਰੀ ਗਏ ਜਿੱਥੇ ਬਾਕੀਆਂ ਦੇ ਨਾਲ ਕੀ ਵਾਪਰਿਆ, ਕਿਉਂਕਿ ਆਸਟ੍ਰੇਲੀਆ ਵਰਗੇ ਮੁਲਕ 'ਚ ਉੱਥੋਂ ਦੇ ਐਬੋਰੀਜਨਲਸ ਨਾਲ ਜਿਨ੍ਹਾਂ ਨੂੰ ਫਸਟ ਨੇਸ਼ਨ, ਔਰ ਦੂਜਾ ਨਾਂ ਤੁਸੀਂ ਜੋ ਮਰਜ਼ੀ ਦੇਈ ਦਿਓ, ਨੇਟਿਵ ਆਸਟ੍ਰੇਲੀਅਨਸ ਕਹਿ ਦਿਓ, ਲੇਕਿਨ ਇਹ ਹਰ ਤਾਕਤਵਰ ਧਿਰ ਨੇ ਆਵਾਜ਼ ਨੂੰ ਕੁਚਲਣ ਦਾ ਔਰ ਕਿਸ ਹੱਦ ਤੱਕ ਜਾ ਕੇ ਜਿਹੜਾ ਧੱਕੇ ਹੁੰਦੇ ਨੇ, ਅਸੀਂ ਤਾਂ ਖੁਦ ਇਸ ਨੂੰ ਪਿਛਲੇ 40 ਸਾਲਾਂ ਤੋਂ ਦੇਖ ਰਹੇ ਹਾਂ। ਔਰ ਹੁਣ ਉਹ ਜਿਹੜੇ ਕਿਲਰ ਹੈਂਡ ਨੇ ਇਕੱਲੇ ਉਸ ਭਾਰਤ ਦੀ ਹਦੂਦ 'ਚ ਨਹੀਂ, ਟਰਾਂਸਨੈਸ਼ਨਲ ਰਿਪਰੈਸ਼ਨ, ਟੈਰਰਿਜ਼ਮ ਉਹ ਇੰਟਰਨੈਸ਼ਨਲੀ ਲੈ ਕੇ ਆਏ ਨੇ। ਸੋ ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ ਵੀਰ ਹਰਕੀਰਤ ਸਿੰਘ ਔਰ ਉਹਨਾਂ ਦੀ ਟੀਮ ਨੂੰ ਕਿ ਉਹ ਬੜੇ ਸੁਚਾਰੂ ਢੰਗ ਦੇ ਨਾਲ ਉਹਨਾਂ ਨੇ ਇਸ ਦਿਨ ਦੇ ਮੌਕੇ ਦੇ ਉੱਤੇ ਸਿੱਖਾਂ ਦੇ ਕੇਸ ਨੂੰ ਪ੍ਰੈਜ਼ੈਂਟ ਕੀਤਾ। ਸਰ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਦਾ ਸ਼ਹੀਦੀ ਦਿਨ ਵੀ 6 ਸਤੰਬਰ ਹੈ, 6 ਸਤੰਬਰ 1995 ਨੂੰ ਉਹਨਾਂ ਨੂੰ ਉਹਨਾਂ ਦੇ ਘਰ ਦੇ ਬਾਹਰੋਂ ਚੁੱਕ ਕੇ ਗਾਇਬ ਕਰ ਦਿੱਤਾ ਗਿਆ। ਉਹਨਾਂ ਨੂੰ ਵੀ ਉਹਨਾਂ ਨੇ ਟ੍ਰਿਬਿਊਟ ਦਿੱਤੀ ਹੈ। ਜੀ ਨਾਈਸ ਜੀ ਡਾਕਟਰ ਸਾਹਿਬ, ਹੁਣ ਆਪਾਂ ਆਪਣੀ ਜਿਹੜੀ ਵੀਡੀਓਜ਼ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿ KSG ਫਤਿਹ ਬੁਲਾਉਂਦੇ ਨੇ ਰਾਜਵਿੰਦਰ ਸਿੰਘ ਜੀ, ਹਰਦੀਪ ਸਿੰਘ ਜੀ, ਦਵਿੰਦਰ ਸੰਧੂ ਜੀ, ਸੋਨਮਾਲ ਜੀ, ਰਣਜੀਤ ਸਿੰਘ ਜੀ, ਫਿਰ ਇਸੇ ਤਰ੍ਹਾਂ ਇੰਦਰਪ੍ਰੀਤ ਸਿੰਘ ਜੀ, ਇਹ ਸਾਨੂੰ ਸਭ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜ਼ਿੰਦਾਬਾਦ। ਦਲਜੀਤ ਸਿੰਘ ਜੀ, ਰਣਜੀਤ ਸਿੰਘ ਜੀ, ਫਿਰ ਬਨੀ ਸਿੰਘ ਜੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਅਮਰਜੀਤ ਸਿੰਘ ਜੀ ਖਾਲਸਾ ਦੇ ਪਹਿਲੇ ਸੰਭਾਵੀ ਰਾਸ਼ਟਰਪਤੀ ਹੋਣਗੇ। ਇੱਕ ਆਜ਼ਾਦ ਦੇਸ਼ ਵਾਂਗ ਸਾਨੂੰ ਵੀ ਆਪਣੀਆਂ ਸੰਸਥਾਵਾਂ ਖੋਲਣੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਨੇ। ਬਨੀ ਸਿੰਘ ਜੀ ਬਹੁਤ ਮਿਹਰਬਾਨੀ ਲਿਖਣ ਦੇ ਲਈ। ਸਾਨੂੰ ਪੰਥ ਦਾ ਇੱਕ ਹੌਕਾ ਦੇਣ ਵਾਲਾ ਹੀ ਰਹਿਣ ਦਿਓ, ਅਸੀਂ ਇੰਨਾ ਹੀ ਰੋਲ ਅਦਾ ਕਰ ਸਕਦੇ ਹਾਂ ਜੋ ਕਰ ਰਹੇ ਹਾਂ। ਸਤਿਗੁਰੂ ਰਹਿਮਤ ਕਰਨ, ਕੌਮ ਨੂੰ ਅਕਾਲ ਪੁਰਖ ਦਰ ਘਰ ਬਖਸ਼ਣ। ਇਹ ਖਾਲਿਸਤਾਨ ਦੇ ਲੋਕ ਆਪਸ ਦੇ ਵਿੱਚ ਡਿਸਾਈਡ ਕਰਨਗੇ ਉਹਨਾਂ ਨੇ ਕਿਸ ਕਿਸਮ ਦੇ ਸਿਸਟਮ 'ਚ ਰਹਿਣਾ ਹੈ। ਪਰ ਤੁਹਾਡੀ ਨਵਾਜ਼ਿਸ਼ ਦੇ ਲਈ ਸ਼ੁਕਰੀਆ। ਹਰਮਨ ਪੰਨੂ ਜੀ ਖਾਲਸਾ ਜ਼ਿੰਦਾਬਾਦ। ਬਨੀ ਸਿੰਘ ਫਿਰ ਕਹਿੰਦੇ ਕਿ ਅਮਰੀਕਾ ਤੇ ਕੈਨੇਡਾ ਵਿੱਚ ਖਾਲਿਸਤਾਨ ਦੇ ਕੌਂਸਲ ਖਾਨੇ ਖੋਲ ਕੇ ਸਾਨੂੰ ਸ਼ੁਰੂਆਤ ਕਰ ਦੇਣੀ ਚਾਹੀਦੀ ਹੈ। ਧੰਨਵਾਦ। ਬਨੀ ਸਿੰਘ ਜੀ, ਸਿੱਖ ਜਥੇਬੰਦੀਆਂ ਸਟਰਗਲ ਕਰ ਰਹੀਆਂ ਨੇ, ਆਪਸ ਦੇ ਵਿੱਚ ਕੋਆਰਡੀਨੇਸ਼ਨ ਵੀ ਹੁੰਦੀ ਹੈ।
ਇਸ ਸਮੇਂ ਦੇ ਵਿੱਚ ਕੌਂਸਲਖਾਨਿਆਂ ਵਾਲਾ ਇੱਕ ਜ਼ਮਾਨਾ ਸੀ ਜਦੋਂ ਜਲਾਵਤਨ ਸਰਕਾਰਾਂ ਦਾ ਔਰ ਦੂਸਰਾ ਇੱਕ ਕਸਟਮ ਸੀ। ਹੁਣ ਇਹ ਹੈ ਕਿ ਭਾਈ ਅਸੀਂ ਖਾਲਿਸਤਾਨ ਰੈਫਰੈਂਡਮ ਦਾ ਇੱਕ ਵੈਪਨ ਹੈ ਸਾਡੇ ਹੱਥ 'ਚ, ਦੂਸਰਾ ਅਵੇਅਰਨੈਸ ਜਾਂ ਪੋਲੀਟੀਕਲ ਲੈਵਲ ਦੇ ਉੱਤੇ ਇਨਫਲੂਐਂਸ ਕਰਨਾ। जी, और इसी तरह राजनप्रीत सिंह जी और धर्म सिंह जी, इंद्रजीत सिंह संधू जी, रशद मुनव्वर जी ऐसा लिखते हैं कि लेके रहेंगी खालिस्तान पिंडरा वाले संत सिपाही जिन्ना सुती कौम जगाई। बहुत प्यारा नारा लाਉਂਦੇ ਨੇ ਮੁਨੱਵਰ ਸਾਹਿਬ ਯਾਰ। हाँ जी, फिर गुरविंदर सिंह जी भी कहते बाबा अमरजीत सिंह वाहिगुरू जी ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਭੈਣ ਨੀਲਮ ਕੌਰ ਨੂੰ ਵੀ। ਬਹੁਤ ਸ਼ੁਕਰੀਆ। हाँ जी, रशद मुनव्वर जी कहते माई फ्रेंड्स हु लिव इन गुजरांवाला आर प्राउड ऑफ that Hari Singh Nalua and Maharaja Ranjit Singh belong to Gujranwala, so Sikh should remember their heroes also। ਨਹੀਂ ਰਸ਼ਦ ਮੁਨੱਵਰ ਜੀ, ਅਸੀਂ ਫਖਰ ਕਰਦੇ ਹਾਂ। ਸਾਡੇ ਲਈ ਪਾਕਿਸਤਾਨ ਦੀ ਧਰਤੀ ਇੱਕ ਪਾਕ ਪਵਿੱਤਰ ਧਰਤੀ ਹੈ। ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਔਰ ਜੋਤੀ ਜੋਤ ਸਮਾਨ ਦਾ ਸਾਡਾ ਮੱਕਾ ਮਦੀਨਾ ਹੈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਗੁਜਰਾਂਵਾਲੇ ਦੀ ਮੁਬਾਰਕ ਧਰਤੀ ਦੇ ਉੱਤੇ ਦੋਵੇਂ ਯੋਧੇ ਮਹਾਰਾਜਾ ਰਣਜੀਤ ਸਿੰਘ, ਜਿਸ ਬਾਰੇ ਸ਼ਾਹ ਮੁਹੰਮਦ ਨੇ ਕਿਹਾ ਕਿ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ, ਤੇ ਹਰੀ ਸਿੰਘ ਨਲੂਆ ਜਿਨ੍ਹਾਂ ਦਾ ਸ਼ੁਮਾਰ ਦੁਨੀਆ ਦੇ ਵੱਡੇ ਜਰਨੈਲਾਂ 'ਚ ਹੁੰਦਾ, ਜਿਨ੍ਹਾਂ ਨੇ ਆਪਣੀ ਧਾਕ ਜਿਹੜੀ ਹੈ ਦਰਾ ਖੈਬਰ ਤੱਕ ਜਾ ਕੇ ਪੰਜਾਬ ਦੀ ਉਸ ਆਵਾਜ਼ ਨੂੰ ਜਿਹੜਾ ਸਦੀਆਂ ਤੋਂ ਇਹ ਪੰਜਾਬ ਦੇ ਵਿੱਚ ਅਖਾਣ ਸੀ ਕਿ ਖਾਧਾ ਪੀਤਾ ਲਾਹੇਦਾ ਰਹਿੰਦਾ ਅਹਿਮਦ ਸ਼ਾਹ ਦਾ ਜਿਹੜਾ ਲੁਟੇਰਾ ਦਰਾ ਖੈਬਰ ਪਾਰ ਕਰਦਾ ਸੀ, ਲੁੱਟ-ਕੁੱਟ ਕੇ ਲੈ ਜਾਂਦਾ ਸੀ, ਉਸ ਦਰਵਾਜ਼ੇ ਨੂੰ ਬੰਦ ਕੀਤਾ। ਔਰ ਇਹ ਦੋਨੋਂ ਹੀ ਯੋਧੇ ਜਿਹੜੇ ਨੇ ਗੁਜਰਾਂਵਾਲੇ ਦੇ ਨਾਲ ਉੱਥੇ ਹੀ ਉਹਨਾਂ ਦੇ ਬਰਥ ਪਲੇਸ ਨੇ, ਔਰ ਸਾਨੂੰ ਫਖਰ ਹੈ ਔਰ ਸਾਰੇ ਪੰਜਾਬ ਨੂੰ ਹੀ ਇਸ ਦੇ ਉੱਤੇ ਸਾਡੇ। ਹੁਣ ਮੈਂ ਇਹ ਦੇਖਦਾ ਹਾਂ ਕਿ ਪਾਕਿਸਤਾਨ ਦੇ ਵਿੱਚ ਵੀ ਆਪਣੇ ਹੀਰੋਆਂ ਦੀ ਜਦੋਂ ਤਲਾਸ਼ ਹੋ ਰਹੀ ਹੈ ਤੇ ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲੂਏ ਨੂੰ ਹਰ ਜਿਹੜਾ ਪੰਜਾਬੀ ਉਹ ਓਨ ਕਰਦਾ ਹੈ ਕਿ ਭਾਈ ਸਾਡੇ ਵੱਡੇ ਯੋਧੇ ਹੋਏ ਨੇ। ਜੀ, ਸੁਖਵਿੰਦਰ ਸਿੰਘ ਜੀ ਕਹਿੰਦੇ ਔਰ ਵਾਹਿਗੁਰੂ ਜੀ ਕਹਿੰਦੇ ਨੇ, ਔਰ ਗੁਰਮਹਿੰਦਰ ਸਿੰਘ ਜੀ ਕਹਿੰਦੇ ਬਾਬਾ ਜੀ ਪਾਕਿਸਤਾਨ ਵਾਲੇ ਮੁਸਲਮਾਨ ਵੀ ਸਿੱਖਾਂ ਵਰਗੇ ਨੇ। ਸੋ ਡਿਸੈਂਡੈਂਟਸ ਆਫ ਪੰਜਾਬ ਲਿਖਦੇ ਨੇ ਅਕਾਲ ਤਖਤ ਸਾਹਿਬ ਸਾਡੇ ਵਧੇਰੇ ਇਤਿਹਾਸ ਚੋਂ ਬਹੁਤ ਥੋੜਾ ਸਮਾਂ ਹੀ ਆਜ਼ਾਦ ਰਿਹਾ। ਅਕਾਲ ਤਖਤ ਜਦੋਂ ਆਜ਼ਾਦ ਹੋਇਆ ਉਦੋਂ ਸਿੱਖ ਇਖਲਾਕ ਉੱਚਾ ਚੱਕਿਆ ਗਿਆ। ਅਕਾਲ ਤਖਤ ਸਾਹਿਬ ਦਾ ਆਜ਼ਾਦ ਹੋਣਾ ਹੀ ਸਾਡੀ ਕੌਮੀ ਆਜ਼ਾਦੀ ਦਾ ਮੁੱਢ ਹੁੰਦਾ ਰਿਹਾ। ਹਾਂ, ਇਹ ਬਿਲਕੁਲ ਠੀਕ ਫਰਮਾਇਆ ਡਿਸੈਂਡੈਂਟਸ ਆਫ ਪੰਜਾਬ ਦੀ ਆਈਡੀ ਤੋਂ ਸਾਡੇ ਵੀਰ ਨੇ, ਕਿਉਂਕਿ 6ਵੇਂ ਪਾਤਸ਼ਾਹ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ, ਉਹ ਲਗਭਗ ਅਖੀਰਲੇ 18 ਸਾਲ ਜਿਹੜੇ ਨੇ ਉਹਨਾਂ ਨੇ ਕੀਰਤਪੁਰ ਸਾਹਿਬ ਗੁਜ਼ਾਰੇ, ਔਰ ਦਰਬਾਰ ਸਾਹਿਬ ਔਰ ਅਕਾਲ ਤਖਤ ਇਹਨਾਂ ਦੇ ਕਬਜ਼ੇ 'ਚ ਪ੍ਰਿਥੀਆਂ ਦੇ ਮਿਹਰਬਾਨ ਫਿਰ ਹਰ ਜੀ। ਔਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਆਏ ਉਦੋਂ ਵੀ ਉਹਨਾਂ ਨੇ ਦਰਵਾਜ਼ੇ ਬੰਦ ਕਰ ਲਏ ਕਿਉਂਕਿ ਪ੍ਰਿਥੀ ਮੀਡੀਆ ਦੇ ਕਬਜ਼ੇ 'ਚ ਹੀ ਸੀ। ਫਿਰ ਅਸੀਂ ਭਾਈ ਮਨੀ ਸਿੰਘ ਹੋਰੀ ਜਦੋਂ ਆਉਂਦੇ ਨੇ 1698 ਦੇ ਨੇੜੇ ਤੇ 1699 ਤੋਂ ਬਾਅਦ, ਫਿਰ ਅਸੀਂ ਉੱਥੇ ਦੇਖਦੇ ਹਾਂ ਕਿ ਉਦੋਂ ਮੁਗਲਿਆ ਹਕੂਮਤ ਸੀ, ਪਰ ਫਿਰ ਭਾਈ ਮਨੀ ਸਿੰਘ ਹੋਰਾਂ ਦੀ ਸ਼ਹਾਦਤ ਤੋਂ ਬਾਅਦ ਅਸੀਂ ਉਸ ਦੌਰ 'ਚੋਂ ਵੀ ਗੁਜ਼ਰੇ ਜਦੋਂ ਮੱਸਾ ਰੰਗੜ ਔਰ ਦੂਸਰੇ ਇਸ ਕੰਪਲੈਕਸ ਦੇ ਕਾਬਜ਼ ਹੁੰਦੇ ਨੇ। ਔਰ ਫਿਰ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਪੀਰੀਅਡ 'ਚ ਜਦੋਂ ਅਕਾਲੀ ਫੂਲਾ ਸਿੰਘ ਸ਼ਹੀਦ ਹੁੰਦੇ ਨੇ, ਤੇ ਫਿਰ ਅਸੀਂ ਦੇਖਦੇ ਹਾਂ ਨਾਲ ਦੀ ਨਾਲ ਅੰਗਰੇਜ਼ਾਂ ਦੇ ਰਾਜ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਬੇਸ਼ੱਕ 1925 'ਚ ਗੁਰਦੁਆਰਾ ਐਕਟ ਤੋਂ ਬਾਅਦ ਸ਼੍ਰੋਮਣੀ ਕਮੇਟੀ ਬਣੀ, ਅਕਾਲ ਤਖਤ ਉਸ ਦੇ ਪ੍ਰਵਿਊ 'ਚ ਨਹੀਂ ਸੀ, ਆਜ਼ਾਦ ਸੀ, ਪਰ ਹੌਲੀ ਈਵਨ ਸ਼੍ਰੋਮਣੀ ਕਮੇਟੀ ਨੇ ਵੀ ਅਕਾਲ ਤਖਤ ਦੇ ਜਥੇਦਾਰ ਨੂੰ ਆਪਣੀ ਸੈਲਰੀਡ ਜਥੇਦਾਰ ਬਣਾ ਕੇ ਇੱਕ ਮੁਲਾਜ਼ਮ ਵਾਂਗ ਬਣਾ ਲਿਆ। ਔਰ ਬਾਦਲਾਂ ਦੇ ਥੱਲੇ ਜਦੋਂ 1999 'ਚ ਮੁਕੰਮਲ ਤੌਰ ਦੇ ਉੱਤੇ ਕੰਟਰੋਲ ਆਇਆ, ਜਥੇਦਾਰ ਟੌੜਾ ਨੂੰ ਵੀ ਬਾਹਰ ਕੱਢ ਦਿੱਤਾ ਗਿਆ, ਫਿਰ ਤਾਂ ਉਹਨਾਂ ਨੇ ਸਰਕਟ ਹਾਊਸ 'ਚ ਬਹਿ ਕੇ ਡਿਸਾਈਡ ਕਰਦੇ ਨੇ ਵੀ ਕੀ। ਔਰ ਬਿਲਕੁਲ ਉਹਨਾਂ ਨੇ ਠੀਕ ਕਿਹਾ ਕਿ ਆਜ਼ਾਦ ਅਕਾਲ ਤਖਤ ਜਿੱਥੇ ਪੰਥ ਆਪਣੀ ਰਵਾਇਤ ਸਰਬੱਤ ਖਾਲਸਾ ਦੇ ਮੁਤਾਬਕ ਫੈਸਲੇ ਲਏ, ਇਹੀ ਸਾਡੇ ਕਿਰਦਾਰ ਔਰ ਸਾਡੇ ਇਖਲਾਕ ਦੀ ਜਿਹੜੀ ਹੈ ਉਹ ਉਚਾਈ ਨੂੰ ਵੀ ਹਮੇਸ਼ਾ ਇਹੀ ਪਾਰਟ ਡਿਫਾਈਨ ਕਰਦਾ ਰਿਹਾ। ਜਸਵੰਤ ਕੰਗ ਜੀ, ਫਤਿਹਵੰਦ ਲਖਵੀਰ ਸਿੰਘ ਜੀ ਖਾਲਸਾ ਰਾਜ ਜਿੰਦਾਬਾਦ, ਔਰ ਜਤਿੰਦਰ ਸਿੰਘ ਜੀ ਫਤਿਹ, ਔਰ ਅਮਰਜੀਤ ਰਾਏ ਥੈਂਕ ਯੂ ਕਹਿੰਦੇ ਨੇ। ਔਰ ਇਸੇ ਤਰ੍ਹਾਂ ਡਿਸੈਂਡੈਂਟਸ ਆਫ ਪੰਜਾਬ ਕਹਿੰਦੇ ਨੇ ਕਿ ਇਸ ਸਮੇਂ ਸਾਡੇ ਸਾਰੇ ਜਿਹੜੇ ਅਦਾਰੇ ਵਿਵਾਦ ਅੰਦਰਲੇ ਵਿਵਾਦ ਸਾਰੇ ਇੱਕ ਸੰਦੂਕ 'ਚ ਬੰਦ, ਜਿੰਦਰਾ ਲਾ ਚਾਬੀ ਮਹਾਰਾਜ ਦੀ ਤਾਬਿਆ ਹੇਠ ਰੱਖ ਦੇਣੀ ਚਾਹੀਦੀ ਹੈ
ਤੇ ਉਦੋਂ ਤੱਕ ਨਹੀਂ ਖੋਲਣੀ ਚਾਹੀਦੇ ਜਦੋਂ ਤੱਕ ਪੰਜਾਬ ਦੀ ਧਰਤੀ ਤੇ ਖਾਲਿਸਤਾਨ ਨਹੀਂ ਪ੍ਰਗਟ ਹੋ ਜਾਂਦਾ। ਬਿਲਕੁਲ ਤੁਸੀਂ ਠੀਕ ਫਰਮਾਇਆ। ਇਹੀ ਅੱਜ ਦਾ ਸਾਡਾ ਲੀਡ ਸੈਗਮੈਂਟ 'ਚ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਕੌਮ ਦੇ ਨਾਂ ਸੁਣਿਆ ਸੀ। ਪਰਮਿੰਦਰ ਜੀ ਖਾਲਸਾ ਜ਼ਿੰਦਾਬਾਦ। ਰਸ਼ਦ ਮੁਰੰਮਰ ਜੀ ਕਹਿੰਦੇ ਕਿ ਦਾ ਬੈਸਟ ਥਿੰਗ ਵੀ ਅਬਜ਼ਰਵ ਦੈਟ ਐਨੀਵਨ ਕੈਨ enter ਗੁਰਦੁਆਰਾ and eat langar there which we used to eat whenever we went to Nankana Sahib and visited Darbar Sahib and ate langar there after covering our head. ਰਸ਼ਦ ਮੁਨੱਵਰ ਜੀ ਤੁਸੀਂ ਬਿਲਕੁਲ ਠੀਕ ਕਿਹਾ। ਸੰਗਤ ਔਰ ਪੰਗਤ ਇਹ ਮੁੱਢਲੀਆਂ ਇੰਸਟੀਟਿਊਸ਼ਨਸ ਨੇ ਜਿਹਦੇ ਵਿੱਚ ਕੋਈ ਭੇਦਭਾਵ ਨਹੀਂ ਹੈ ਔਰ ਲੰਗਰ ਤਾਂ ਗੁਰੂ ਕਾ ਲੰਗਰ ਹੈ ਔਰ ਇਹ ਹਰ ਇੱਕ ਦੇ ਲਈ ਖੁੱਲ੍ਹਾ ਹੈ ਔਰ ਦੁਨੀਆ ਭਰ 'ਚ ਜਿੱਥੇ ਸਿੱਖ ਨੇ ਉੱਥੇ ਗੁਰਦੁਆਰੇ ਨੇ ਔਰ ਲੰਗਰ ਜਿਹੜਾ ਹੈ ਉਹ ਐਸੈਂਸ਼ੀਅਲ ਕੰਪੋਨੈਂਟ ਹੈ ਸਾਡੇ ਦੀਵਾਨ ਦਾ, ਸਾਡੀ ਗੈਦਰਿੰਗ ਦਾ। ਹਾਂਜੀ, ਫਿਰ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਆ ਗਿਆ ਬਲਵਿੰਦਰ ਸਿੰਘ ਉਹ ਫਤਿਹਬਲਾ ਨੇ। ਬਲਵਿੰਦਰ ਸਿੰਘ ਟਵਾਣਾ ਜੀ ਵੀ ਪੰਜਾਬ ਰੈਫਰੈਂਡਮ ਹਾਲ ਖਾਲਸਾ ਜ਼ਿੰਦਾਬਾਦ, ਆਜ਼ਾਦੀ ਹਾਲ ਖਾਲਸਾ ਜ਼ਿੰਦਾਬਾਦ। ਬਸਰਾ ਜੀ ਫਤਿਹਬਲਾ ਦੇ ਨੇ। ਗੁਰਮਹਿੰਦਰ ਸਿੰਘ ਜੀ ਕੇ ਬਾਬਾ ਜੀ ਪਾਕਿਸਤਾਨ ਵਾਲੇ ਮੁਸਲਮਾਨ ਵੀ ਪੰਜਾਬ ਦੇ 50% ਸਿੱਖਾਂ ਨਾਲੋਂ ਵਧੀਆ ਨੇ, ਆਪਣੇ ਗੁਰੂ ਘਰ ਸੰਭਾਲੀ ਬੈਠੇ ਨੇ। ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਹਮੇਸ਼ਾ ਹੀ ਪਾਕਿਸਤਾਨ ਦੀ ਹਕੂਮਤ ਵੀ ਔਰ ਆਵਾਮ ਵੀ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਆਉਣ ਤੋਂ ਬਾਅਦ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਪ੍ਰਕਾਸ਼ ਗੁਰੂ ਕਾ ਹੁੰਦਾ ਹੈ, ਉਹਨਾਂ ਦੀ ਸਾਂਭ ਸੰਭਾਲ ਹੈ। ਹਾਲਾਂਕਿ ਇਹ ਵੀ ਇੱਕ ਅਫਸੋਸਨਾਕ ਗੱਲ ਹੈ ਕਿ ਕੁਝ ਤਾਕਤਾਂ ਸੋਸ਼ਲ ਨੈੱਟ ਦੇ ਉੱਤੇ ਸਿੱਖਾਂ ਔਰ ਮੁਸਲਮਾਨਾਂ ਦੇ ਵਿਚਾਲੇ ਪਾੜਾ ਪਾਉਣ ਦੇ ਲਈ ਦੋਵੇਂ ਪਾਸਿਓਂ ਹੀ ਇਸ ਕਿਸਮ ਦੇ ਕੁਝ ਕਿਰਦਾਰ ਜਿਹੜੇ ਨੇ ਉਹ ਠੀਕ ਰੋਲ ਨਹੀਂ ਨਿਭਾ ਰਹੇ। ਅਸੀਂ ਔਰ ਵੱਡਾ ਹਿੱਸਾ ਸਾਡੇ ਪਾਕਿਸਤਾਨੀ ਭੈਣਾਂ ਭਰਾਵਾਂ ਦਾ ਉਹ ਸਿੱਖਾਂ ਨੂੰ ਪਿਆਰ ਕਰਦਾ ਹੈ, ਗੁਰਦੁਆਰਿਆਂ ਪ੍ਰਤੀ ਉਹਨਾਂ ਦਾ ਉਵੇਂ ਹੀ ਜਿਹੜਾ ਇੱਕ ਸਤਿਕਾਰਤ ਭਾਵ ਹੈ ਔਰ ਅਸੀਂ ਹਮੇਸ਼ਾ ਇਸ ਦੇ ਲਈ ਸ਼ੁਕਰਗੁਜ਼ਾਰ ਹਾਂ ਜੀ। ਔਰ ਇਸੇ ਤਰ੍ਹਾਂ ਜਸਕੀਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਬਲਜੀਤ ਸਿੰਘ ਚਾਹਲ ਜੀ ਵੀ ਫਤਿਹ। ਜਸਵੀਰ ਸਿੰਘ ਬਰਾੜ ਜੀ, ਕੁਲਦੀਪ ਕੌਰ ਜੀ, ਸਿੰਘ ਗਰਚਾ ਜੀ, ਲਾਡੀ ਸਿੰਘ ਜੀ। ਨੂਪਾ ਜੀ ਕਹਿੰਦੇ ਕਿ ਡਾਕਟਰ ਸਾਹਿਬ ਵਿਤਨਾਮ ਵਿੱਚ ਜੰਗਲ ਸਨ ਤੇ ਅਫਗਾਨਿਸਤਾਨ ਵਿੱਚ ਮਾਊਂਟੇਨਸ ਸਨ, ਇਸ ਲਈ ਅਮਰੀਕਾ ਨੂੰ ਹਰਾ ਦਿੱਤਾ। ਸਾਡੇ ਪੰਜਾਬ ਵਿੱਚ ਪਲੇਨਸ ਹੋਣ, ਇਸ ਲਈ ਖਾਲਿਸਤਾਨ ਕੈਂਪੇਨ ਸਕਸੈਸਫੁਲ ਨਹੀਂ ਹੋ ਸਕੀ, ਇਹ ਪ੍ਰੋਬਲਮ ਹੋਈ ਸੀ। ਨੂਪਾ ਜੀ ਤੁਸੀਂ ਠੀਕ ਕਹਿ ਰਹੇ ਹੋ। ਅਸੀਂ ਕੱਲ੍ਹ ਦੇ ਸ਼ਾਇਦ ਪ੍ਰੋਗਰਾਮ 'ਚ ਜ਼ਿਕਰ ਕੀਤਾ ਸੀ ਕਿ ਵੀ ਸਾਡੇ ਕੋਲ ਉਸ ਕਿਸਮ ਦਾ ਜਿਹਨੂੰ ਨੈਚੁਰਲ ਟੈਰੇਨ ਗੁਰੀਲਾ ਵਾਰਫੇਅਰ ਲਈ ਜਾਂ ਅਦਰਵਾਈਜ਼ ਜਿਵੇਂ ਅਸੀਂ ਪਹਾੜਾਂ ਦਾ ਜਾਂ ਜੰਗਲਾਂ ਦਾ ਜ਼ਿਕਰ ਕੀਤਾ, ਪਰ ਅਸੀਂ ਜਿਹੜੀ ਡਿਫਾਈਨਸ ਹੈ ਉਹ ਦਿੱਤੀ ਹੈ ਔਰ ਹੁਣ ਅਸੀਂ ਇੱਕ ਆਪਣੇ ਅੰਦਾਜ਼ ਦੇ ਵਿੱਚ ਖਾਲਿਸਤਾਨ ਦੀ ਲੜਾਈ ਲੜ ਰਹੇ ਹਾਂ। ਬਟ ਸਿੱਖਾਂ ਦੀ ਡਿਟਰਮੀਨੇਸ਼ਨ ਅਲਟੀਮੇਟਲੀ ਸਾਨੂੰ ਆਜ਼ਾਦੀ ਦੇ ਨੇੜੇ ਲੈ ਕੇ ਜਾਏਗੀ, ਇਹ ਅਸੀਂ ਜ਼ਰੂਰ ਇਕਰਾਰ ਕਰਦੇ ਹਾਂ। ਗੁਰਮੇਲ ਸਿੰਘ ਜੀ, ਲਖਵਿੰਦਰ ਸਿੰਘ ਜੀ, ਫਿਰ ਅਵਤਾਰ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਹਰਪ੍ਰੀਤ ਕਹਿੰਦੇ JNK ਪਲੀਜ਼ ਵੈਰੀ ਕੇਅਰਫੁਲ, BJP Congress has same policies, there is no difference between them, only solution is for JNK brothers and sisters is total freedom from Hindutvavi Indian government। ਹਰਪ੍ਰੀਤ ਜੀ ਤੁਸੀਂ ਠੀਕ ਕਹਿ ਰਹੇ ਹੋ ਔਰ ਇਸ ਨੂੰ ਕਸ਼ਮੀਰੀ ਲੋਕ ਬਹੁਤ ਚੰਗੀ ਤਰ੍ਹਾਂ ਸਮਝਦੇ ਬਲਜੀਤ ਬਰਾੜ ਜੀ ਫਤਿਹ ਬੁਲਾਉਂਦੇ ਨੇ। ਰਸ਼ਮ ਨੰਬਰ ਜੀ ਫਿਰ ਕਹਿੰਦੇ my grandfather is our youth told us that Sikh worship one God like Christian Jews and Muslims, and Sikh don't worship idols and thousands of gods like Hindu do। ਠੀਕ ਉਹਨਾਂ ਨੇ ਤੁਹਾਡੇ ਬਜ਼ੁਰਗਾਂ ਨੇ ਤੁਹਾਨੂੰ ਦੱਸਿਆ ਅਸੀਂ ਬੁੱਤ ਪ੍ਰਸਤੀ 'ਚ ਯਕੀਨ ਨਹੀਂ ਰੱਖਦੇ ਔਰ ਇੱਕ ਅਕਾਲ ਪੁਰਖ, ਇੱਕ ਕ੍ਰੀਏਟਰ, ਇੱਕ ਰੱਬ ਜਿਸ ਦੇ ਲਈ ਲਫ਼ਜ਼ ਵਾਹਿਗੁਰੂ ਹੈ, ਵੰਡਰਫੁਲ ਲਾਰਡ ਜਿਵੇਂ ਅੱਲਾ ਲਫ਼ਜ਼ ਇਸਲਾਮ ਦੇ ਵਿੱਚ ਹੈ, ਉਸ ਦੇ ਵਿੱਚ ਅਸੀਂ ਯਕੀਨ। ਲਖਵਿੰਦਰ ਸਿੰਘ ਜੀ 6 for Justice ਜ਼ਿੰਦਾਬਾਦ, ਖਾਲਸਾ ਜ਼ਿੰਦਾਬਾਦ। ਰਣਜੋਤ ਸਿੰਘ ਜੀ ਫਤਿਹ। ਧਰਮ ਸਿੰਘ ਜੀ ਵੀ। ਜਸਕੀਰਤ ਸਿੰਘ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਜੀ ਲੱਗਦਾ ਰਿਸ਼ੀ ਭਰਤਵਾਜ ਨਾਰਾਜ਼ ਹੋ ਗਏ ਨੇ, ਆਉਂਦੇ ਨਹੀਂ। ਹਾਂ ਨਹੀਂ, ਅਸੀਂ ਤਾਂ ਵੈਸੇ ਉਹਨਾਂ ਦੀ ਨਾਰਾਜ਼ਗੀ ਵਾਲਾ ਕੁਝ ਨਹੀਂ ਕਿਹਾ, ਅਸੀਂ ਮੋਸਟ ਵੈਲਕਮ ਕਰਦੇ ਹਾਂ ਉਹਨਾਂ ਨੂੰ ਆਪਣੇ ਵਿਚਾਰ ਰੱਖਣ ਦਾ ਹੱਕ ਹੈ ਤੇ ਸਾਨੂੰ ਆਪਣੀ ਵਜ਼ਾਹਤ ਕਰਨ ਦਾ ਹੱਕ ਹੈ ਆਪਣੇ ਵਿਊਜ਼ ਦੀ।
ਸੁਖਦੇਵ ਸਿੰਘ ਜੀ ਕਹਿੰਦੇ ਡਾਕਟਰ ਅਮਰਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਹਾਲ ਖਾਲਸਾ ਜ਼ਿੰਦਾਬਾਦ ਰਸ਼ਦ ਮਨਵਰ ਜੀ ਕਹਿੰਦੇ ਨੇ ਵੀ ਆਲ ਸਲੂਟ ਸਿੱਖ that Punjabi language is alive due to Sikh our children can understand Punjabi but cannot speak and even they cannot read and write our national language Urdu in big cities. ਰਸ਼ਦ ਮਨਵਰ ਜੀ ਇਹ ਇੱਕ ਟ੍ਰੈਜਡੀ ਹੈ। ਮੈਂ ਸਮਝਦਾ ਵੀ ਪੰਜਾਬ ਦੇ ਲੋਕਾਂ ਵੱਲੋਂ ਆਪਣੀ ਮਾਂ ਬੋਲੀ ਨੂੰ ਆਪਣੀ ਮਦਰ ਟੰਗ ਨੂੰ ਡਿਸਓਨ ਕਰਨਾ, ਇਸ ਦੇ ਵਿੱਚ ਇੱਕ ਵੱਡਾ ਹਿੱਸਾ ਲਹਿੰਦੇ ਪੰਜਾਬ ਦੇ ਪੰਜਾਬੀ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੇ ਵੀ ਆਪਣੀ ਮਾਂ ਬੋਲੀ ਵੱਲ ਪਿੱਠ ਕੀਤੀ ਔਰ ਸਾਡੇ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਹਿੰਦੂਆਂ ਦੇ ਇੱਕ ਵੱਡੇ ਹਿੱਸੇ ਨੇ ਵੀ ਆਪਣੀ ਮਾਂ ਬੋਲੀ ਵੱਲ ਪਿੱਠ ਕੀਤੀ। ਸੋ ਸਾਡੇ ਲਈ ਤਾਂ ਪੰਜਾਬੀ ਨਾ ਸਿਰਫ ਇੱਕ ਮਾਂ ਬੋਲੀ ਹੋਣ ਦੇ ਨਾਤੇ ਜ਼ਰੂਰੀ ਹੈ, ਸਾਡੀ ਤਾਂ ਸਕ੍ਰਿਪਚਰ ਗੁਰੂ ਗ੍ਰੰਥ ਸਾਹਿਬ ਗੁਰਮੁਖੀ ਸਕ੍ਰਿਪਟ ਦੇ ਵਿੱਚ ਹੈ ਔਰ ਇਹ ਮੈਂ ਸਮਝਦਾ ਵੀ ਸੂਨਰ ਔਰ ਲੇਟਰ ਇਹ ਦੋਨੋਂ ਪਾਸਿਆਂ ਨੂੰ ਇਹ ਰਿਅਲਾਈਜ਼ ਕਰਨਾ ਹੋਏਗਾ ਕਿ ਭਾਈ ਔਰ ਜਿਸ ਪੰਜਾਬੀ ਜ਼ਬਾਨ ਦੇ ਵਿੱਚ ਬਾਬਾ ਫਰੀਦ, ਸ਼ਾਹ ਹੁਸੈਨ ਔਰ ਵਾਰਿਸ ਸ਼ਾਹ ਔਰ ਬੁੱਲੇ ਸ਼ਾਹ ਔਰ ਇਸ ਕਿਸਮ ਦਾ ਲਹਿੰਦੇ ਪੰਜਾਬ ਚੋਂ ਜਿਸ ਕਿਸਮ ਦੇ ਜਿਹੜੇ ਨੇ ਕਲਾਮ ਨਿਕਲੇ ਨੇ ਇਹ ਹੋਰ ਕਿਤੇ ਵੀ ਨਹੀਂ ਹੈ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਫੈਜ਼ ਅਹਿਮਦ ਫੈਜ਼ ਜਿਹੜਾ ਉਰਦੂ ਦਾ ਗਾਲਬ ਤੋਂ ਬਾਅਦ ਬਹੁਤ ਵੱਡਾ ਸ਼ਾਇਰ ਮੰਨਿਆ ਜਾਂਦਾ ਹੈ, ਉਹਨੂੰ ਇੱਕ ਇੰਟਰਵਿਊ ਦੌਰਾਨ ਪੁੱਛਿਆ ਗਿਆ ਸੀ ਕਿ ਬਈ ਤੁਸੀਂ ਪੰਜਾਬੀ 'ਚ ਨਹੀਂ ਲਿਖਿਆ, ਹਾਲਾਂ ਉਹਨਾਂ ਦੀਆਂ ਕੁਝ ਰਚਨਾਵਾਂ ਪੰਜਾਬੀ 'ਚ ਵੀ ਨੇ, ਤੇ ਉਹਨਾਂ ਨੇ ਕਿਹਾ ਵੀ ਮੈਂ ਜਦੋਂ ਪੰਜਾਬੀ ਵੱਲ ਦੇਖਿਆ ਤੇ ਉੱਥੇ ਵਾਰਿਸ ਸ਼ਾਹ ਇੱਕ ਘੈਂਟ ਬੈਠਾ ਸੀ, ਮੈਨੂੰ ਲੱਗਦਾ ਸੀ ਵੀ ਇਹਦਾ ਮੁਕਾਬਲਾ ਨਹੀਂ ਮੈਂ ਕਰ ਸਕਦਾ, ਗਾਲਬ ਦਾ ਕਰ ਸਕਦਾ। ਸੋ ਜੇ ਇੰਨੀ ਅਮੀਰੀ ਜਿਸ ਜ਼ਬਾਨ ਦੇ ਕੋਲ ਹੈ ਔਰ ਜੇ ਅਸੀਂ ਪੁੱਤਰ ਹੀ ਕਹਿਣ ਵੀ ਇਹ ਸਾਡੀ ਮਾਂ ਨਹੀਂ ਤੇ ਉਹਦੇ 'ਚ ਹੁਣ ਕਿਹਦਾ ਕਸੂਰ ਹੈ, ਇਹ ਦੇਖਣਾ ਹੋਏਗਾ। ਗੁਰਮੁਖ ਜੀ ਵੀ ਔਰ ਸੁਖਵਿੰਦਰ ਸਿੰਘ ਜੀ ਵੀ, ਸੁਖਦੇਵ ਸਿੰਘ ਜੀ ਵੀ और इसी तरह राम सिंह अदल और शरबत सिंह जी और निहंग सिंह जी फैंटास्टिक शो कहते ने और सतनाम ओजला जी, ब्लैकिया गेमिया जी और रशीद मुनव्वर जी कहते बाय द ग्रेस ऑफ अलमाइटी रब सिख विल गेट देयर मदरलैंड वेरी सून। खालसा जिंदाबाद इंशाअल्लाह। बलविंदर सिंह जी, जसपाल सिंह कैले जी और वार्ड्स पंजाब दे और फिर इसी तरह कमलजीत सिंह जी, बाल सिंह जी, सोनू जज जी सब सानू फतेह बुलाते ने और खालसा जिंदाबाद कहते ने। आई थिंक कमलजीत कुछ कह रहे ने कि बादलों का सुनना कम से कम तुसी ना बचाया ਭਾਈ ਸਾਹਿਬ ਖਾਲਸਾ ਜ਼ਿੰਦਾਬਾਦ ਬਚਾਓ। ਇਹ ਕਮਲਜੀਤ ਸਿੰਘ ਜੀ ਤੁਹਾਨੂੰ ਕਦੋਂ ਲੱਗਾ ਵੀ ਅਸੀਂ ਕੋਈ ਬਾਦਲਾਂ ਦਾ ਸੁਣਸੁਣਾ ਬਜਾ ਰਹੇ ਹਾਂ? ਉਹਨਾਂ ਦੀ ਜਿਹੜਾ ਜਲੂਸ ਜ਼ਰੂਰ ਕੱਢਦੇ ਆ ਪਰ ਇਹ ਤੁਹਾਨੂੰ ਕੋਈ ਭੁਲੇਖਾ ਲੱਗ ਗਿਆ ਲੱਗਦਾ ਜਾਂ ਤੁਸੀਂ ਕੋਈ ਅੱਧਾ ਕੁ ਵਾਕਿਆ ਸੁਣਿਆ ਲੱਗਦਾ ਹੈ। ਬਿਲਕੁਲ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvrefoot.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਰਸ ਨੂੰ ਆਗਿਆ ਦੋ ਦੇਖਦੇ ਰਹੋ। ਟੀਵੀ ਰਿਫੂਟ ਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰੱਖਾ।